वाहिगुरू जी का खालसा वाहिगुरू जी की फतेह। भराओ मैं सारिਆਂ ਨੂੰ बेनती करदा साडे बौड़िया समाज ਨੂੰ खास तौर ते दोस्तों ਤੁਹਾਨੂੰ पता ही है भी जो मेरे नाल हालात ਹੁਣ ਚੱਲ ਰਹੇ ਆ ਇਹ ਲੜਾਈ ਮੇਰੇ ਇਕੱਲੇ ਦੀ ਨਹੀਂ। ਸਾਡੇ ਪਿੰਡ ਕਾਬਲ ਵਾਲੇ ਲਖਵਿੰਦਰ ਸਿੰਘ ਜੋ ਕਿ ਮਜਬੀ ਸਿੱਖ ਬੰਦਾ ਉਹਦੇ ਨਾਲ ਦੋ ਘਰ ਜ਼ਿਮੀਂਦਾਰਾਂ ਦੇ ਆ ਜਿਹੜੇ ਕਿ ਇੱਕ ਬੌੜੀਆਂ ਸਿੱਖਾਂ ਦੀ ਜਨਾਨੀ ਆ ਉਹਨੂੰ ਰੱਖੀ ਬੈਠੇ ਹੋ। ਉਹਨਾਂ ਨੇ ਪੱਕੇ ਤੌਰ ਤੇ ਉਹਨਾਂ ਘਰ ਆ ਜਿਹੜਾ ਆਪਣੇ ਭਾਈਚਾਰੇ ਦਾ ਸੀਗਾ ਮੁੰਡਾ ਜਸਵਿੰਦਰ ਸਿੰਘ ਉਹਦਾ ਘਰ ਜਿਹੜਾ ਉਹ ਉਜਾੜਤਾ। ਉਹਦੀ ਲੜਾਈ ਮੈਂ ਬਹੁਤ ਲੰਮੇ ਸਮੇਂ ਤੋਂ ਲੜਦਾ ਤੁਰਿਆ ਉਹਨਾਂ 2 ਸਾਲ ਹੋ ਗਏ ਆ। 2 ਸਾਲਾਂ ਦੇ ਵਿੱਚ ਹੁਣ ਉਹਦਾ ਤਲਾਕ ਤਲੂਕ ਹੋ ਗਏ। 2 ਬੱਚੇ ਸੀ ਅੱਡੋ ਅੱਡੀ ਇੱਕ ਬੱਚਾ ਘਰ ਵਾਲੇ ਕੋਲ ਰਹਿ ਗਿਆ, ਇੱਕ ਬੱਚਾ ਉਹਦੇ ਹਸਬੈਂਡ ਕੋਲ ਰਹਿ ਗਿਆ ਜਸਵਿੰਦਰ ਸਿੰਘ ਕੋਲ। ਭਰਾਵੋ ਹੁਣ ਉਹ ਬੰਦੇ ਕੀ ਕਹਿੰਦੇ ਸੀਗੇ ਵੀ ਕਾਬਲ ਵਾਲੇ ਅਸੀਂ ਉਹਨੂੰ ਇੱਥੇ ਲੈ ਕੇ ਆਵਾਂਗੇ ਤੇ ਕਾਬਲ ਵਾਲੇ ਦੇ ਵਿੱਚ ਕੋਠਾ ਪਾ ਕੇ ਦੇਵਾਂਗੇ। ਹੁਣ ਤੁਸੀਂ ਦੱਸੋ ਮੈਨੂੰ ਭਰਾਵੋ ਵੀ ਆਪਣੇ ਸਮਾਜ ਦੀ ਕੋਈ ਵੀ ਔਰਤ ਆ ਜਾਂ ਕੋਈ ਆਪਣੇ ਸਮਾਜ ਦੀ ਇੱਜ਼ਤ ਆ ਉਹ ਜੇ ਕੋਈ ਐਂ ਛਾਲੇ ਜਾਂ ਉਹਦੇ ਨਾਲ ਧੱਕਾ ਕਰੇ ਤੁਸੀਂ ਦੱਸੋ ਮੈਨੂੰ ਮੈਂ ਚੁੱਪ ਕਰਾਂ ਕਿ ਮੈਂ ਬੋਲਾਂ? ਵਿੱਚ 1-2 ਬੰਦੇ ਸਾਰਿਆਂ ਨੂੰ ਮੈਂ ਕਹਿੰਦਾ 1-2 ਬੰਦੇ ਕਹਿ ਰਹੇ ਵਾਹਿਗੁਰੂ ਗਲਤ ਕਰਦਾ ਵਾਹਿਗੁਰੂ ਬੋਲਦਾ। ਭਰਾਵੋ ਆਪਣੇ ਸਮਾਜ ਤੇ ਇੱਕ ਬਹੁਤ ਤਕੜਾ ਕਲੰਕ ਇੱਕ ਦਾਗ ਲਾਤਾ ਉਹਨਾਂ ਬੰਦਿਆਂ ਨੇ ਜਿਹੜਾ ਆਪਣੇ ਸਮਾਜ ਨੂੰ ਕਿਤੇ ਸਹਿਣਾ ਨਹੀਂ ਚਾਹੀਦਾ। ਠੀਕ ਹੈ, ਆਪਣੇ ਧੀ ਭੈਣ ਨੂੰ ਕੋਈ ਇੱਜ਼ਤ ਆਪਣੀ ਨਾਲ ਕੋਈ ਖੇਡੇ ਆਪਣੇ ਹੱਥ ਦੱਸੋ ਕਿੱਡੀ ਕੀ ਚਾਉਣ ਵਾਲੀ ਗੱਲ ਹੈ। ਗੋਲੇ ਵਾਲੇ ਚੌਂਕੀ ਇੰਚਾਰਜ ਨੇ ਬਕਾਇਦਾ ਦੂਜੀ ਧਿਰ ਤੋਂ ਪੈਸੇ ਲੈ ਕੇ ਮੇਰੀ ਪੱਗ ਲਾਈ, ਮੇਰੀ ਕੁੱਟਮਾਰ ਕੀਤੀ, ਉਲਟਾ ਮੇਰੇ ਤੇ ਝੂਠਾ ਇੱਕ ਮੁਕੱਦਮਾ ਦਰਜ ਕਰਤਾ। ਸਾਰੀਆਂ ਬਕਾਇਦਾ ਵੀਡੀਓ ਵਿੱਚ ਵੇਖੋ ਤੁਸੀਂ ਮੈਨੂੰ ਵੀਡੀਓ ਤੁਹਾਨੂੰ ਮੈਂ ਗਰੁੱਪ ਦੇ ਵਿੱਚ ਪਾਉਣਾ ਵੀਡੀਓ ਵੇਖੋ ਵੀ ਇੱਕ ਥਾਂ ਤੇ ਵੀ ਮੈਂ ਪੁਲਿਸ ਵਾਲਿਆਂ ਦੀ ਵਰਦੀ ਨੂੰ ਕਿਤੇ ਹੱਥ ਲਾਉਂਦਾ ਹਾਂ। ਹਾਂ ਬਹਿਸ ਵਸਾਈ ਹੋਈ ਹੈ, ਸਾਡੇ ਵੱਲੋਂ ਦਰਖਾਸਤ ਸੀ, ਮੇਰੇ ਵੱਲੋਂ ਦਰਖਾਸਤ ਸੀ, ਇਹ 2 ਹੋਰ ਬੰਦੇ ਸੀ, ਇੱਕ ਜਿਹਦੇ ਘਰ ਵਾਲੀ ਸੀ ਉਹਦੇ ਵੱਲੋਂ ਦਰਖਾਸਤ ਸੀਗੀ। ਥਾਣੇਦਾਰ ਨੇ ਦੂਜੀ ਧਿਰ ਤੋਂ ਪੈਸੇ ਲੈ ਕੇ ਜਦੋਂ ਅਸੀਂ ਚੌਂਕੀ 'ਚ ਗਏ ਸਾਨੂੰ ਉਲਟਾ ਕਹਿੰਦਾ ਅੰਦਰ ਭਾ ਦਿਓ ਇਹਨਾਂ ਨੂੰ। ਤੁਸੀਂ ਦੱਸੋ ਭਰਾਵੋ ਮੈਂ ਕਿੱਧਰ ਜਾਵਾਂ? ਜੇ ਤਾਂ ਤੁਸੀਂ ਮੈਨੂੰ ਕਹਿੰਦੇ ਜੇ ਤੁਸੀਂ ਮੇਰਾ ਸਾਥ ਨਹੀਂ ਦੇਣਾ ਤੇ ਮੈਂ ਘਰੇ ਬਹਿ ਜਾਣਾ ਤੇ ਫਿਰ ਸਾਰੇ ਬੌੜੀਆ ਸਮਾਜ ਦੀ ਇੱਜ਼ਤ ਜਿਹੜੀ ਉਹ ਤੁਹਾਡੇ ਹੱਥ ਦਾ ਅੱਜ ਹੱਥ ਆ, ਮੈਨੂੰ ਕੁਝ ਨਹੀਂ ਹੋਣਾ। ਭਰਾਵੋ ਆਪਣੇ ਸਮਾਜ ਦੀ ਇੱਜ਼ਤ ਦਾ ਸਵਾਲ ਆ, ਰੌਲਾ ਇੱਥੇ ਆ। ਜੇ ਤੁਸੀਂ ਕਹੋਗੇ ਤਾਂ ਮੈਂ ਚੁੱਪ ਕਰ ਜਾਣਾ। ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਪੰਥਕ ਹੋਕੇ ਤੋਂ ਪ੍ਰੈਸ ਮਿਲਣੀ ਰਾਹੀਂ ਸਮੂਹ ਸੰਗਤ ਨੂੰ ਅਪੀਲ ਕਰ ਰਹੇ ਹਾਂ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਪਿਛਲੇ ਦਿਨੀ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਵਾਲੀ ਬਾਈ ਹੈ ਉਧਰਲੇ ਪਾਸੇ ਕਾਰ ਸੇਵਾ ਹੁੰਦੀ ਹੈ ਔਰ ਨਾਲੀ ਦੇ ਉੱਤੇ ਰਾਮ ਸ਼ਬਦ ਲਿਖੀਆਂ ਇੱਟਾਂ ਲਾਈਆਂ ਜਾਂਦੀਆਂ ਨੇ। ਜਿਨ੍ਹਾਂ ਇੱਟਾਂ ਨੂੰ ਲੈ ਕੇ ਲੁਧਿਆਣੇ ਤੋਂ ਛਪਦੀ ਅਖਬਾਰ ਦੇ ਵਿੱਚ ਉਹ ਸਚਾਈ ਛਾਪੀ ਗਈ, ਉਹਦੀ ਵੀਡੀਓ ਚੱਲੀ, ਵਿਰੋਧ ਹੋਇਆ, ਅਸੀਂ ਵੀ ਉਹਦਾ ਡਟ ਕੇ ਵਿਰੋਧ ਕੀਤਾ ਔਰ ਜਿਹੜੀਆਂ ਇੱਟਾਂ ਲੱਗੀਆਂ ਸੀ ਲੱਗੀਆਂ ਰਹਿ ਗਈਆਂ, ਜਿਹੜੀਆਂ ਬਚੀਆਂ ਸੀ ਇਹਨਾਂ ਨੇ ਵਾਪਸ ਕਰ ਦਿੱਤੀਆਂ। ਅੱਜ ਸ਼੍ਰੋਮਣੀ ਕਮੇਟੀ ਤੇ ਕਾਬਜ ਇਹਨਾਂ ਦੇ ਗੁਰਿੰਦਰ ਸਿੰਘ ਮੈਨੇਜਰ ਵੱਲੋਂ ਪਿਛਲੇ 1-2 ਦਿਨਾਂ ਤੋਂ ਇੱਕ ਨਵੀਂ ਵੀਡੀਓ ਪਾਈ ਗਈ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਰਾਮ ਸ਼ਬਦ ਲਿਖੀਆਂ ਇੱਟਾਂ ਸਾਡੇ ਕੋਲ ਕਾਰ ਸੇਵਾ ਵਾਲੇ ਬਾਬਿਆਂ ਰਾਹੀਂ ਪਹੁੰਚੀਆਂ, ਸਾਡੇ ਮੁਲਾਜ਼ਮਾਂ ਨੇ ਵੇਖੀਆਂ, ਅਸੀਂ ਉਹ ਲਾਈਆਂ ਹੀ ਨਹੀਂ, ਜੋ ਕਿ ਸਰਾਸਰ ਝੂਠ ਹੈ ਕਿਉਂਕਿ ਇਹਨਾਂ ਦੀ ਉਹ ਪੇਪਰ ਛਪਣ ਤੋਂ ਬਾਅਦ ਅੱਖ ਖੁੱਲੀ ਸੀ, ਪਹਿਲਾਂ ਨਹੀਂ। ਔਰ ਉਹਦਾ ਵਿਰੋਧ ਅਸੀਂ ਅੱਜ ਇਸ ਕਰਕੇ ਕਰ ਰਹੇ ਹਾਂ। ਰਾਮ ਸ਼ਬਦ, ਖੁਦਾ ਸ਼ਬਦ, ਸਤਨਾਮ ਵਾਹਿਗੁਰੂ ਸ਼ਬਦ, ਇੱਕ ਓੰਕਾਰ ਸ਼ਬਦ, ਕਰੀਮ ਸ਼ਬਦ, ਗੋਬਿੰਦ ਸ਼ਬਦ ਲਿਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਪ੍ਰਕਾਸ਼ਮਾਨ ਹਰਿਮੰਦਰ ਸਾਹਿਬ ਵਿੱਚ ਤਾਂ ਹੋ ਸਕਦੇ ਨੇ ਪਰ ਇਹ ਪੈਰਾਂ ਵਿੱਚ ਨਹੀਂ ਰੋਲੇ ਜਾ ਸਕਦੇ। ਉਹ ਸ਼ਬਦ ਇੱਟਾਂ ਤੇ ਲਿਖ ਕੇ ਨਾਲੀਆਂ 'ਚ ਨਹੀਂ ਲਾਏ ਜਾ ਸਕਦੇ। ਜਿੱਥੇ ਇਹ ਰਾਮ ਸ਼ਬਦ ਦੀ ਤੋਹੀਨ ਹੈ, ਕਿਸੇ ਭਾਈਚਾਰੇ ਨਾਲ ਖਿਲਵਾੜ ਹੈ, ਉੱਥੇ ਇੱਕ ਬੜਾ ਵੱਡਾ ਫਸਾਦ ਆਉਣ ਵਾਲੇ ਸਮੇਂ 'ਚ ਪੈਦਾ ਹੋ ਸਕਦਾ ਹੈ ਕਿਉਂਕਿ ਸਿਰ ਫਿਰਿਆਂ ਦਾ ਕੋਈ ਧਰਮ ਨਹੀਂ ਹੁੰਦਾ। ਆਉਣ ਵਾਲੇ ਦਿਨਾਂ 'ਚ ਕੁਝ ਲੋਕ ਇਹ ਕਹਿਣਗੇ ਕਿ ਹਰਿਮੰਦਰ ਸਾਹਿਬ ਜਿਹੜਾ ਇਹ ਮੰਦਿਰ ਹੈ
ਇਹ ਦਰਬਾਰ ਸਾਹਿਬ ਜਿਹੜਾ ਸੱਚਖੰਡ ਹੈ ਇਹਦੇ ਤੇ ਕਬਜ਼ਾ ਹੋਇਆ ਕਿਉਂਕਿ ਇਹਦੀ ਪਟਾਈ ਕਰਾ ਕੇ ਵੇਖੋ ਅੱਜ ਵੀ ਰਾਮ ਸ਼ਬਦ ਦੀਆਂ ਇੱਟਾਂ ਇੱਥੋਂ ਨਿਕਲਣਗੀਆਂ। ਆਉਣ ਵਾਲੀਆਂ ਪੁਸ਼ਤਾਂ ਲਈ ਇੱਕ ਬੜਾ ਵੱਡਾ ਘੱਲੂਘਾਰਾ ਜਿਹੜਾ ਸਾਬਤ ਹੋ ਸਕਦਾ ਹੈ। ਸਰਕਾਰ ਲਈ ਵੀ ਸਿਰਦਰਦੀ ਤੇ ਲੋਕਾਂ ਲਈ ਵੀ ਦੰਗੇ ਨੇ। ਇਸ ਲਈ ਇਸ ਪਵਾੜੇ ਦੀ ਜੜ ਨੂੰ ਇੱਥੇ ਖਤਮ ਕਰਨ ਵਾਸਤੇ ਅਸੀਂ ਪ੍ਰੈਸ ਮਿਲਣੀ ਦੇ ਜ਼ਰੀਏ ਸ਼੍ਰੋਮਣੀ ਕਮੇਟੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਹਾਡਾ ਵਡੱਪਨ ਹੋਊ, ਉਸ ਜਗ੍ਹਾ ਨੂੰ ਦੁਬਾਰੇ ਖੁਦਾਈ ਕਰਕੇ ਲਾਈਵ ਸੰਗਤਾਂ ਦੀ ਤਸੱਲੀ ਕਰਾ ਦਿਓ ਕਿ ਰਾਮ ਸ਼ਬਦ ਲਿਖੀ ਇੱਟ ਉੱਥੇ ਕੋਈ ਹੈ ਨਹੀਂ। ਅਸੀਂ ਜਿਉਂ ਦੀ ਤਿਉਂ ਬਣਾ ਦਿਆਂਗੇ। ਜੇ ਤੁਸੀਂ ਐਸਾ ਨਹੀਂ ਕਰਦੇ ਤਾਂ 21 ਜੂਨ ਨੂੰ ਅਸੀਂ ਖੁਦ ਜਾ ਕੇ ਪੁੱਟ ਕੇ ਲਾਈਵ ਸਿੱਖ ਸੰਗਤਾਂ ਨੂੰ ਦਿਖਾਵਾਂਗੇ ਤਾਂ ਕਿ ਇੱਕ ਉਹ ਸਬੂਤ ਬਣ ਸਕੇ ਕਿ ਇੱਥੇ ਇਹ ਜਿਹੜੀ ਘਟਨਾ ਵਾਪਰੀ ਸੀ ਉਹਦਾ ਇੱਥੇ ਹੀ ਭੋਗ ਪਾ ਦਿੱਤਾ ਗਿਆ। ਆਉਣ ਵਾਲੇ ਸਮੇਂ ਲਈ ਉਹ ਦੁਬਿਧਾ ਖੜੀ ਨਾ ਹੋਵੇ, ਕਿਸੇ ਭਾਈਚਾਰੇ ਨੂੰ ਉਹ ਠੇਸ ਨਾ ਵੱਜੇ। ਤੇ ਹਿੰਦੂ ਭਾਈਚਾਰੇ ਨੂੰ ਵੀ ਚਾਹੀਦਾ ਸੀ ਇਸ ਗੱਲ ਦੀ ਇਹ ਤਰਫਦਾਰੀ ਕਰਨੀ ਕਿ ਰਾਮ ਸ਼ਬਦ ਲਿਖ ਕੇ ਕਿਉਂ ਥੱਲੇ ਲਾਇਆ ਗਿਆ। ਉਸ ਤਰ੍ਹਾਂ ਤੇ ਗੱਲ ਤੇ ਉਹ ਜਥੇਬੰਦੀਆਂ ਵਿਰੋਧ ਕਰਦੀਆਂ ਨੇ, ਪਰ ਇੱਥੇ ਉਹਨਾਂ ਵੱਲੋਂ ਕੁਝ ਵੀ ਅਜਿਹਾ ਨਹੀਂ ਆਇਆ ਜੋ ਕਿ ਆਉਣਾ ਬਣਦਾ ਸੀ। 21 ਜੂਨ ਤੱਕ ਸ਼੍ਰੋਮਣੀ ਕਮੇਟੀ ਉਹਨੂੰ ਠੀਕ ਕਰੇ, ਨਹੀਂ ਤਾਂ ਅਸੀਂ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਪੁਲਿਸ ਪ੍ਰਸ਼ਾਸਨ ਨੂੰ ਪੱਤਰ ਵੀ ਦੇਵਾਂਗੇ। 21 ਜੂਨ ਨੂੰ ਆਪ ਜਾ ਕੇ ਉੱਥੇ ਉਹਦੀ ਖੁਦਾਈ ਵੀ ਕਰਾਂਗੇ ਤੇ ਸਿੱਖ ਸੰਗਤਾਂ ਦੇ ਰੂਬਰੂ ਹੋਵਾਂਗੇ। ਅਗਰ ਇਹਨਾਂ ਨੇ ਕੋਈ ਨੁਕਸਾਨ ਸਾਡਾ ਕਰਨਾ ਚਾਹਿਆ ਉਹਦੇ ਲਈ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਤੇ ਕਾਬਜ਼ ਬਾਦਲ ਕੇ ਹੋਣਗੇ, ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋਊ। ਜਿਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪਊ ਇਹ ਆਪ ਅੱਜ ਤੋਂ ਹੀ ਇਹ ਸੋਚ ਲੈਣ। ਅਸੀਂ ਜ਼ਰੂਰ ਇਹਨਾਂ ਨੂੰ ਦੱਸਾਂਗੇ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੋਕਾ ਦਿੰਦੇ ਹੋਏ ਇਹ ਅੱਜ ਪ੍ਰੈਸ ਮਿਲਣੀ ਰਾਹੀਂ ਅਸੀਂ ਆਪ ਜੀ ਦੇ ਸਾਹਮਣੇ ਹੋਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਕੇਸਾਂ ਦੀ ਬੇਅਦਬੀ ਕੀਤੀ ਹੈ ਜਿਹੜੇ ਆ ਕੇਸਾਂ ਦੀ ਬੇਅਦਬੀ ਕੀਤੀ ਹੈ ਜੀ, ਜਿਹੜੇ ਮੇਰੇ ਗੱਲ ਪਿਆ ਮੇਰੇ ਇਹ ਆਲਾ ਵੀ ਬੰਦੇ ਮਾਰਜੋ ਨਾ ਲੜਕੇ ਭੱਜ ਇਹ ਪਾਗਲਾ ਹੀ ਪੁਲਿਸ ਤੜਕੇ ਦੱਸਾਂਗੇ। ਮੈਂ ਮਰੂ ਤੇਰੇ ਲੱਗ ਕੇ ਗੱਲ ਲੜੂ, ਤੇਰੇ ਮਲਾਮ ਮਰੂ। ਇੱਥੇ ਬੈਠ ਮੈਂ ਤੇਰੇ ਤੂੰ ਮੇਰੇ ਮੁੰਡੇ ਦੇ ਗੜ ਗਾਂ ਤੋਂ ਪੈ ਗਿਆ ਮੈਂ ਗੱਲ ਨਹੀਂ ਪਿਆ ਕਿਸਾਨ ਜੀ ਨੇ ਕੰਮ ਕੀਤਾ, ਜਿੱਥੇ ਬੰਦੀਆਂ ਨੇ ਕੰਮ ਕੀਤਾ, ਤੁਸੀਂ ਤਾਂ ਗੱਲ ਨਹੀਂ ਪਿਆ। ਮੈਂ ਗੱਲ ਨਹੀਂ ਪਿਆ, ਤੂੰ ਪਿਆ ਮੈਂ ਨਹੀਂ ਬਣਾਣੀ ਵਾਹਿਗੁਰੂ ਨਾਲ ਤੇਰਾ ਹੱਥ ਤੇਰਾ ਮੇਰੇ ਨਾਲ ਪਿਆ, ਤੇਰਾ ਮੇਰੇ ਨਾਲ ਪਿਆ, ਹੱਥ ਮੇਰੇ ਨਾਲ ਹੋਰ ਤੈਨੂੰ ਕਰਕੇ ਤੇ ਤੂੰ ਤਾਂ ਮੇਰੇ ਨਾਲ ਪਿਆ। ਆ ਕੇਸਾਂ ਦੀ ਬੇਅਦਬੀ ਕੀਤੀ ਜੀ ਇਸ ਬੰਦੇ ਨੇ ਬਹੁਤ ਜ਼ਿਆਦਾ। ਮੈਂ 10 ਰੁਪਏ ਵੀਡੀਓ ਬਣਾ ਤੂੰ ਦੱਸ ਕਿੰਨੇ ਵੇਚ ਕਰੇਂਗਾ ਵੀਡੀਓ ਤੂੰ ਕੀ ਕਰੇਂਗਾ? ਮੈਂ ਤੈਨੂੰ 10 ਰੁਪਏ ਤੂੰ ਲੜਨ ਮਰ ਜਾ, ਤੁਸੀਂ ਆਸਰ ਬੰਦੇ ਤੁਸੀਂ ਤੇਰਾ ਕੁੱਟਣ ਦਾ ਖੋਲਿਆ ਮਾਰ ਧੱਕੇ ਨਾਲ ਮੇਰੇ ਕੋਲੇ ਨੰਬਰ ਤੂੰ ਮੇਰੀ ਕਾਰ ਰਿਕਾਰਡਿੰਗ ਕਰਾ, ਮੈਂ ਤਾਂ ਆ ਸੜਕ ਤੇ ਖੜਾ ਮੇਰੀ ਤੂੰ ਮੇਰੀ ਕਾਰ ਰਿਕਾਰਡਿੰਗ ਦੱਸੂਗਾ, ਤੂੰ ਮੇਰੀ ਕਾਰ ਕੋਈ ਗੱਲ ਨਹੀਂ ਕਾਰ ਆ ਵੇਖੋ ਧੱਕੇ ਖਾਈ ਗੁੰਡਾਗਰਦੀ ਕਰਦੀ ਗੁੰਡਾਗਰਦੀ ਦੇਖੋ ਕਿੱਥੇ ਗੁੰਡਾਗਰਦੀ ਪੁਲਿਸ ਦੀ ਗੁੰਡਾਗਰਦੀ ਹੈ ਆ ਦੇਖੋ ਮੁਲਾਜ਼ਮਾਂ ਦੀ ਗੁੰਡਾਗਰਦੀ ਧੱਕੇ ਨਾਲ ਪੰਜਾਬ ਪੁਲਿਸ ਮੁਰਦਾਬਾਦ, ਪੰਜਾਬ ਪੁਲਿਸ ਮੁਰਦਾਬਾਦ, ਪੰਜਾਬ ਪੁਲਿਸ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ, ਗੋਲੇ ਪਹੁੰਚੀ ਚੌਂਕੀ ਇੰਚਾਰਜ ਮੁਰਦਾਬਾਦ, 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 ਗੋਲੇ ਵਾਲੀ ਪੁਲਿਸ ਮੁਰਦਾਬਾਦ, ਮੁਰਦਾਬਾਦ, ਲੀਡਰ ਚਮਚਾ ਮੁਰਦਾਬਾਦ। ਮੁਰਦਾਬਾਦ, ਮੁਰਦਾਬਾਦ। ਇਹਨੂੰ ਫੋਨ ਲਾ ਪੱਤਰਕਾਰ ਨੂੰ ਤੇਰਾ ਮੈਂ ਫੜੀ ਤੁਸੀਂ ਜਿਹੜੀ ਬੇਨਤੀ ਕੀਤੀ ਹੈ, ਕਿਉਂਕਿ ਬਾਬਰੀਆ ਸਮਾਜ ਹਮੇਸ਼ਾ ਹੱਕ ਤੇ ਸੱਚ ਦੀ ਲੜਾਈ ਲੜਦਾ ਹੈ। ਇੱਥੇ ਬੇਟੀ ਜਿਹੜੀ ਸਰੂਤੀ ਬੇਟੀ ਹੈ ਉਹ ਬਾਣੀਆਂ ਦੀ ਕੁੜੀ ਸੀ,
ਉਹਦੇ ਜਿਹੜੇ ਹੈਗਾ ਉਹਨੂੰ ਅਗਵਾ ਕਰ ਲਿਆ ਗੁੰਡਿਆਂ ਨੇ, ਨਿਸ਼ਾਨ ਸਿੰਘ ਵਰਗਾ ਗੁੰਡਾ ਸੀ ਤੇ ਉਹਦੀ ਲੜਾਈ ਅਸੀਂ ਇਹ ਗੁਰਦਿੱਤ ਸਿੰਘ ਜਿਹੜੇ ਐਮਐਲਏ ਆ ਉਹ ਮੇਰੇ ਨਾਲ ਧਰਨੇ ਤੇ ਬੈਠਦੇ ਹੁੰਦੇ, ਇਕੱਠੇ ਬੈਠਦੇ ਅਸੀਂ, ਉਹ ਜਿਹੜੇ ਹੈਗਾ ਉਹ ਲੜਾਈ ਅਸੀਂ ਜਿੱਤੀ। ਮੁੜ ਕੇ ਜਿਹੜੇ ਬੱਚੇ ਅਗਵਾ ਹੋ ਗਏ, ਜਿਹੜੇ ਬੱਚਿਆਂ ਨੂੰ ਅਗਵਾ ਕਰਕੇ ਲੈ ਜਾਂਦੇ ਸੀ, ਉਹ ਵੀ ਲੜਾਈ ਅਸੀਂ, ਜਿਹੜੇ ਗੁਰਦਿੱਤ ਸਿੰਘ ਵੀ ਬੈਠੇ ਹੁੰਦੇ ਸੀ ਤੇ ਜਿਹੜੇ ਇੱਥੋਂ ਦੇ ਐਮਐਲਏ ਸੇਖੋਂ ਸਾਹਿਬ, ਤੇ ਅਸੀਂ ਵੀ ਉਸ ਧਰਨੇ ਤੇ ਇਕੱਠਿਆਂ ਨੇ ਇੱਥੇ ਸਦਰ ਥਾਣੇ ਦੇ ਸਾਹਮਣੇ, ਜਿਹੜੇ ਇੱਥੇ ਆਪਣੀ ਸਿਟੀ ਥਾਣੇ ਦੇ ਸਾਹਮਣੇ ਅਸੀਂ ਧਰਨੇ ਤੇ ਇੱਥੇ ਬੈਠੇ ਹੁੰਦੇ ਸੀ। ਪਰ ਲੜਾਈ ਅਸੀਂ ਸਾਰਿਆਂ ਦੀ ਲੜਦੇ ਹਾਂ, ਕਿਸੇ ਵੀ ਸਮਾਜ ਦੀ ਲੜਾਈ ਹੋਵੇ ਤਾਂ ਅਸੀਂ ਇਹ ਜਿਹੜੀ ਹੈਗੀ ਹੈ। ਪਰ ਮੈਨੂੰ ਦੁੱਖ ਸਭ ਤੋਂ ਵੱਡਾ ਇਹ ਹੋਇਆ ਕਿ ਅੱਜ ਗੁਰਦਿੱਤ ਸਿੰਘ ਐਮਐਲਏ ਆ ਤੇ ਮੈਂ ਆਮ ਉਹੀ ਬੰਦਾ ਜਿਹੜਾ ਇੱਥੇ ਧਰਨੇ ਦਿੰਦਾ ਹੁੰਦਾ ਸੀ। ਮੈਂ ਅੱਜ ਇਕੱਲਾ, ਪਰ ਗੁਰਦਿੱਤ ਸਿੰਘ ਮੇਰੇ ਨਾਲ ਨਹੀਂ ਬੈਠਾ। ਨਹੀਂ, ਤੁਹਾਡੇ ਸਮਾਜ ਨੇ ਗੁਰਦਿੱਤ ਸਿੰਘ ਨੂੰ ਵੋਟ ਕੋਈ ਨਹੀਂ ਪਾਈ। ਸਾਡੇ ਗੁਰਦਿੱਤ ਸਿੰਘ ਨੂੰ ਜਿਤਾਉਣ ਵਾਲਾ ਜਿਹੜਾ ਸਾਡਾ ਸਮਾਜ ਹੈ ਜੀ, ਸਾਡੇ ਸਮਾਜ ਨੇ ਪਿੰਡ ਜਾ ਕੇ ਘਰ ਘਰ ਜਾ ਕੇ ਇੰਨੀ ਮਿਹਨਤ ਕੀਤੀ ਕਿ ਹੱਦੋਂ ਵੱਧ ਮਿਹਨਤ ਕੀਤੀ, ਤੇ ਉਹਨੂੰ ਜਿਤਾਉਣ ਵਾਲਾ, ਉਹਨੂੰ ਐਮਐਲਏ ਬਣਾਉਣ ਵਾਲਾ ਤੇ ਸਾਡਾ ਸਮਾਜ ਹੈ। ਉਹ ਕਹਿੰਦੇ ਵੀ ਹੈ ਕਿ ਤੁਹਾਡੇ ਸਮਾਜ ਤੋਂ ਬਿਨਾਂ ਮੈਂ ਜਿੱਤ ਨਹੀਂ ਸਕਦਾ ਸੀ, ਪਰ ਅੱਜ ਅਸੀਂ ਇਕੱਲੇ ਹਾਂ। ਦੁੱਖ ਹੋਇਆ ਇਸ ਗੱਲ ਦਾ। ਉਹਦਾ ਧੰਨਵਾਦ ਕਰਨਾ ਚਾਹੋਗੇ ਕਿ ਬਹੁਤ ਧੰਨਵਾਦ ਹੈ ਉਹਦਾ? ਧੰਨਵਾਦ ਕਾਹਦਾ, ਜਿਹੜਾ ਸਾਡਾ, ਮੈਂ ਤਾਂ ਇਹ ਕਹਾਂਗਾ ਕਿ ਉਹ ਸਾਡਾ ਜਿਹੜਾ ਹੈਗਾ ਉਹਨੂੰ ਕਿਤੇ ਤਾਂ ਸਾਡੇ ਵਿੱਚ ਬੈਠਣਾ ਚਾਹੀਦਾ, ਕਿਤੇ ਸਾਤੋਂ ਕਿਨਾਰਾ ਕਰ ਗਿਆ। ਉਹ ਜੇ ਬੰਦੇ ਦਾ ਧੰਨਵਾਦ ਤਾਂ ਮੈਂ ਕਰ ਨਹੀਂ ਸਕਦਾ, ਭਾਵੇਂ ਮੇਰਾ ਦੋਸਤ ਹੈ, ਭਾਵੇਂ ਉਹ। ਪਰਮਜੀਤ, ਆ ਜਿਹੜਾ ਇਕੱਠ ਤੁਸੀਂ ਦੇਖ ਰਹੇ ਹੋ, ਇਹ ਫਰੀਦਕੋਟ ਸ਼ਹਿਰ ਦੇ ਵਿੱਚ ਇਕੱਠ ਹੋਇਆ ਹੈ ਤੇ ਗੋਲੇਵਾਲਾ ਚੌਂਕੀ ਇੰਚਾਰਜ ਪਰਮਿੰਦਰ ਸਿੰਘ ਦੇ ਇੱਕ ਕਾਬਲ ਵਾਲੇ ਦਾ ਨੌਜਵਾਨ ਸੀ, ਜਿਹੜਾ ਕਿਸੇ ਇਨਸਾਫ ਨੂੰ ਲੈ ਕੇ ਤੇ ਰਾਜੀਨਾਮੇ ਨੂੰ ਲੈ ਕੇ ਆਇਆ ਸੀ ਚੌਂਕੀ ਦੇ ਵਿੱਚ, ਤੇ ਉਸ ਦੀ ਕੁੱਟਮਾਰ ਕੀਤੀ ਤੇ ਉਹਦੀ ਦਸਤਾਰ ਲਾਈ ਗਈ। ਉਹਨੂੰ ਲੈ ਕੇ ਸਾਰਾ ਐਸੀ ਸਮਾਜ ਹੈ ਜੋ ਉਹ ਇਕੱਠਾ ਹੋ ਕੇ ਅੱਜ ਉਹਨਾਂ ਨੇ ਰੋਡ ਜਾਮ ਕੀਤੇ ਆ ਤੇ ਫਰੀਦਕੋਟ ਘੰਟਾ ਘਰ ਦੇ ਕੋਲ ਜਿਹੜੇ ਚਾਰੇ ਪਾਸੇ ਉਹਨਾਂ ਨੇ ਧਰਨਾ ਲਾ ਕੇ ਚਰਸਤਾ ਜਾਮ ਕੀਤਾ ਹੋਇਆ ਆ। ਤੇ ਆਓ ਗੱਲਬਾਤ ਕਰਦੇ ਹਾਂ, ਜਿਹੜੇ ਵੀਰ ਧਰਨੇ ਦੇ ਵਿੱਚ ਆਏ ਨੇ ਉਹ ਕੀ ਕਹਿਣਾ ਚਾਹੁੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਲਛਮਣ ਸਿੰਘ, ਪਿੰਡ ਮਾਨ ਸਿੰਘ ਵਾਲਾ ਜੀ। ਇਹ ਸਾਡੇ ਹੀ ਵਾਹਿਗੁਰੂ, ਜੋ ਗੁਰੂ ਦਾ ਸਿੱਖ ਸੀਗਾ, ਉਹਦੇ ਨਾਲ ਧੱਕਾਸ਼ਾਹੀ ਕੀਤੀ ਹੈ ਪੁਲਿਸ ਨੇ, ਉਹਦੇ ਬਾਬਤ ਅਸੀਂ ਆਏ ਆ। ਇਹਨਾਂ ਨੇ ਪੁਲਿਸ ਨੇ ਝੂਠਾ ਪਰਚਾ ਪਾ ਕੇ ਉਹਨੂੰ ਅੰਦਰ ਕੀਤਾ ਜੀ, ਤੇ ਉਹਦੀ ਦਸਤਾਰ ਲਾਈ ਗਈ, ਕੇਸ ਕੱਟੇ ਗਏ ਹੈ ਤੇ ਉਹਦੀ ਕੁੱਟਮਾਰ ਹੋਈ ਹੈ ਜੀ। ਤੇ ਉਹਦੇ ਬਾਬਤ ਅਸੀਂ ਬੈਠੇ ਆ ਵੀ ਉਹਦਾ ਇਨਸਾਫ ਹੋਣਾ ਚਾਹੀਦਾ, ਸਾਡਾ ਬੰਦੇ ਦੇ ਉਹਨੂੰ ਬਾਹਰ ਆਉਣਾ ਚਾਹੀਦਾ ਤੇ ਉਹ ਜਿਹੜਾ ਪੁਲਿਸ ਵਾਲੇ ਦੇ ਕਾਰਵਾਈ ਕੀਤੀ ਜਾਵੇ ਜੀ। ਹਾਂਜੀ, ਤੁਸੀਂ ਹੁਣ ਕੀ ਚਾਹੁੰਦੇ ਆ ਜੀ? ਇਨਸਾਫ ਚਾਹੀਦਾ ਜੀ, ਜਿਹੜਾ ਸਾਡੇ ਗਰੀਬ ਐਸੀ ਕੁੰਟੇ ਨਾਲੇ ਲੋਕ ਧੱਕਾ ਕਰਦੇ ਆ, ਇਹ ਬੰਦ ਹੋਣਾ ਚਾਹੀਦਾ ਤੇ ਅਸੀਂ ਉਹਨਾਂ ਚਿਰ ਇੱਥੋਂ ਨਹੀਂ ਜਾਂਦੇ ਜਿੰਦੇ ਸਾਨੂੰ ਇਨਸਾਫ ਨਹੀਂ ਮਿਲਦਾ। ਦੋਸਤੋ, ਡਟੇ ਹੋਏ ਆ, ਸਾਰਾ ਇਸੇ ਸਮਾਜ ਇਕੱਠਾ ਹੋ ਕੇ ਡਟਿਆ ਹੋਇਆ ਆ ਵਾਹਿਗੁਰੂ ਸਿੰਘ ਨੂੰ ਇਨਸਾਫ ਦਿਵਾਉਣ ਵਾਸਤੇ। ਉਹਨਾਂ ਦਾ ਕਹਿਣਾ ਆ ਕਿ ਜਿੰਨਾ ਚਿਰ ਵਾਹਿਗੁਰੂ ਸਿੰਘ ਦੇ ਜਿਹੜਾ ਪਰਚਾ ਝੂਠਾ ਆ ਦਰਜ ਕੀਤਾ ਆ ਉਹ ਕੈਂਸਲ ਨਹੀਂ ਕੀਤਾ ਜਾਂਦਾ, ਇਹ ਸਾਡਾ ਜਿਹੜਾ ਧਰਨਾ ਆ ਇਸੇ ਤਰ੍ਹਾਂ ਹੀ ਜਾਰੀ ਰਹੂਗਾ। ਤੇ ਆਜੋ ਅੱਗੇ ਗੱਲ ਕਰਦੇ ਹਾਂ ਵੀਰ ਜੀ ਨਾਲ। ਵੀਰ ਜੀ, ਕਿਸ ਸੰਬੰਧ ਵਿੱਚ ਆਏ ਦੱਸਿਓ। ਚਾਰ ਸ਼ਬਦ ਬੋਲ ਦਿਓ। ਅੱਗੇ ਆਜੋ। ਅੱਗੇ ਦੇ ਸੱਜਣ ਵੀਰ ਜੀ ਆਏ ਨੇ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਸਾਰੇ। ਬਾਈ ਜੀ, ਗੱਲਬਾਤ ਕਰਦੇ ਆ ਕਿ ਕਿਸ ਰੋਸ ਦੇ ਵਿੱਚ ਇਹ ਧਰਨਾ ਲਾਇਆ ਇਹਨਾਂ ਨੇ ਤੇ ਸਰਕਾਰ ਤੋਂ ਕੀ ਮੰਗਾਂ ਇਹਨਾਂ ਦੀਆਂ। ਭਾਈ ਜੀ, ਨਜਾਇਜ਼ ਪਿੰਡ ਗੋਲੇ ਵਾਲਾ, ਹਾਂਜੀ, ਤੇ ਕਾਬਲ ਦਾ ਬੰਦਾ ਸੀ, ਉਹ ਨਜਾਇਜ਼ ਉਹਦੀ ਗੁਰਸਿੱਖ ਬੰਦੇ ਦੀ ਪੱਗ ਲਾਈ, ਉਹਦੇ ਨਜਾਇਜ਼ ਪਰਚਾ ਕੱਟਿਆ ਗਿਆ। ਹਾਂਜੀ ਹਾਂਜੀ, ਇਹ ਮੰਗ ਕਰਦੇ ਵੀ ਉਹ ਬੰਦਾ ਜਿਹੜਾ ਠਾਣੇਦਾਰ ਉਹ ਬਰਖਾਸਤ ਕੀਤਾ ਜਾਵੇ, ਪਰਚਾ ਜਿਹੜਾ ਕੱਟਿਆ ਉਹ ਕੈਂਸਲ ਕੀਤਾ ਜਾਵੇ। ਇੱਕ ਬੰਦ ਕਰ ਦਿਆ ਕਰ, ਜਦੋਂ ਕਿ ਬੰਦੇ ਨਾਲ ਗੱਲ ਕਰ ਲਈਦੀ ਉਦੋਂ ਬੰਦ ਕਰ ਦਿਆ ਕਰ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਵੱਲੋਂ ਇੱਕ ਕਾਮਲਾਲੇ ਦੇ ਵਿੱਚ ਘਟਨਾ, ਕਾਮਲਾਲਾ ਪਿੰਡ ਦੀ ਚੌਂਕੀ ਗੋਲੇ ਵਾਲੇ ਦੇ ਵਿੱਚ ਘਟਨਾ ਹੋਈ ਸੀ, ਜਿਹਦੀ ਬਾਬਤ ਅਸੀਂ ਅੱਜ ਪਿੰਡ ਕਾਮਲਾਲਾ ਦੇ ਵਿੱਚ ਪਹੁੰਚੇ ਹਾਂ। ਇਸ ਪਰਿਵਾਰ ਨਾਲ ਧੱਕਾ ਹੋਇਆ ਹੈ, ਜੋ ਕਿ ਇਹਦੇ ਬਾਬਤ 2 ਤਰੀਕ ਨੂੰ ਦਿਨ ਵੀਰਵਾਰ ਨੂੰ ਇਹਨਾਂ ਵੱਲੋਂ ਅਲਟੀਮੇਟਮ ਦਿੱਤਾ ਗਿਆ ਸੀ ਕਿ ਅਸੀਂ ਸੰਘਰਸ਼ ਕਰਨਾ ਹੈ।
ਉਹਦੇ ਬਾਬਤ ਅਸੀਂ ਅੱਜ ਇੱਕ ਪਿੰਡ ਦੇ ਵਿੱਚ ਆਏ ਹਾਂ ਤੇ ਇਹਨਾਂ ਤੋਂ ਗੱਲਬਾਤ ਪੁੱਛਾਂਗੇ ਵੀ ਇਹਨਾਂ ਨਾਲ ਕੀ ਹੋਇਆ ਸੀ ਜਾਂ ਕਿਉਂ ਹੋਇਆ, ਅੱਗੇ ਦੀ ਇਹਨਾਂ ਦੀ ਰਣਨੀਤੀ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਰਮਜੀਤ ਕੌਰ, ਵਾਈਫ ਆਫ ਵਾਹਿਗੁਰੂ ਸਿੰਘ, ਪਿੰਡ ਕਾਬਲਵਾਲਾ। ਮੇਰਾ ਘਰ ਵਾਲਾ ਕਿਸੇ ਪਿੰਡੂ ਝਗੜੇ ਕਰਕੇ ਚੌਂਕੀ ਵਿੱਚ ਗਿਆ ਸੀ, ਗੋਲੇਵਾਲਾ ਜੀ ਆਪਣਾ, ਜਿੱਥੇ ਚੌਂਕੀ ਇੰਚਾਰਜ ਗੋਲੇਵਾਲਾ ਵੱਲੋਂ ਪਰਮਿੰਦਰ ਸਿੰਘ ਹੈਪੀ ਉਹਨਾਂ ਦਾ ਨਾਮ ਹੈ, ਉਹਨਾਂ ਵੱਲੋਂ ਮੇਰੇ ਘਰ ਵਾਲੇ ਨੂੰ ਕਿਸੇ ਰੰਜਿਸ਼ ਕਰਕੇ ਉਹਨਾਂ ਦੀ ਦਸਤਾਰ ਉਤਾਰੀ ਗਈ, ਉਹਨਾਂ ਦੀ ਕੁੱਟਮਾਰ ਕੀਤੀ ਗਈ ਤੇ ਕੇਸਾਂ ਦੀ ਬੇਅਦਬੀ ਕੀਤੀ ਗਈ। ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ ਜੀ। ਮੇਰੇ ਘਰ ਵਾਲੇ ਤੇ ਝੂਠਾ ਪਰਚਾ ਪਾ ਕੇ ਉਹਨਾਂ ਨੇ ਅਰੈਸਟ ਉਹਨਾਂ ਦੀ ਪਾਤੀ। ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਸਾਨੂੰ ਇਨਸਾਫ ਦਿੱਤਾ ਜਾਵੇ। ਕੇਸਾਂ ਦੀ ਬੇਅਦਬੀ ਦੇ ਸਬੰਧ ਵਿੱਚ ਤੇ ਦਸਤਾਰ ਦੇ ਸਬੰਧ ਵਿੱਚ ਹੀ ਅਸੀਂ 2 ਤਰੀਕ ਨੂੰ ਧਰਨਾ ਰੱਖਿਆ ਫਰੀਦਕੋਟ ਸ਼ਹੀਦ ਭਗਤ ਸਿੰਘ ਪਾਰਕ, 2 ਤਰੀਕ 2/5/2022 ਦਿਨ ਵੀਰਵਾਰ, ਸਮਾਂ 9 ਵਜੇ। ਸਾਨੂੰ ਆਪਣਾ ਸਾਰੀਆਂ ਪੰਜਾਬ ਦੀਆਂ ਜਿੰਨੀਆਂ ਸਮੂਹ ਜਥੇਬੰਦੀਆਂ ਤੇ ਸਾਰੇ ਬੌਰੀਆ ਸਿੱਖ ਆਪਣਾ ਬੌਰੀਆ ਸਮਾਜ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ। ਇਸ ਆਪਣਾ ਇਨਸਾਫ ਲੈ ਸਕੀਏ ਤਾਂ ਕਿ ਵਾਹਿਗੁਰੂ ਸਿੰਘ ਨੂੰ ਇਨਸਾਫ ਮਿਲ ਸਕੇ। ਪ੍ਰਸ਼ਾਸਨ ਅੱਗੇ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ, ਵਾਹਿਗੁਰੂ ਸਿੰਘ ਨੂੰ ਇਨਸਾਫ ਦਿੱਤਾ ਜਾਵੇ। ਜੋ ਉਹਨਾਂ ਦੀ ਕੇਸਾਂ ਦੀ ਬੇਅਦਬੀ ਹੋਈ ਹੈ ਤੇ ਉਹਨਾਂ ਦੀ ਦਸਤਾਰ ਦੀ ਬੇਅਦਬੀ ਹੋਈ ਹੈ, ਉਹਦੇ ਵਾਸਤੇ ਉਹਨਾਂ ਤੇ ਜੋ ਝੂਠਾ ਪਰਚਾ ਪਾਇਆ ਗਿਆ ਉਹ ਕੈਂਸਲ ਕੀਤਾ ਜਾਵੇ ਤੇ ਜਿਨ੍ਹਾਂ ਬੰਦਿਆਂ ਨੇ ਉਹਨਾਂ ਤੇ ਝੂਠਾ ਪਰਚਾ ਦਰਜ ਪਰਚਾ ਕਰਵਾਇਆ ਤੇ ਆਪਣੀ ਵਰਦੀ ਖੁਦ ਪਾੜ ਕੇ ਜਿਹੜਾ ਮੁਲਾਜ਼ਮ ਪੇਸ਼ ਹੋਇਆ ਜਾ ਕੇ ਉਹਦੇ ਤੇ ਵੀ ਪਰਚਾ ਦਿੱਤਾ ਜਾਵੇ ਤੇ ਪਰਮਿੰਦਰ ਸਿੰਘ ਹੈਪੀ ਜਿਹੜੇ ਹੈ ਉਹਨਾਂ ਤੇ ਪਰਚਾ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਿੰਘ ਸਾਹਿਬ, ਹਾਂਜੀ ਸੁਣਿਆ ਹੈ ਕਿ ਤੁਹਾਡੇ ਲੜਕੇ ਨਾਲ ਇਹ ਸਰਾਸਰ ਜੋ ਹੋਇਆ, ਇਹ ਧੱਕਾ ਹੋਇਆ ਹੈ। ਹਾਂਜੀ, ਇਹਦੇ ਬਾਬਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਡੇ ਨਾਲ ਇਹ ਕੀ ਘਟਨਾ ਹੋਈ ਹੈ। ਅੱਛਾ ਜੀ, ਮੇਰਾ ਪੁੱਤਰ ਜੀ ਵਾਹਿਗੁਰੂ ਸਿੰਘ ਪਿੰਡ ਗੋਲੇਵਾਲੇ ਵਿੱਚ ਚੌਂਕੀ ਹੈ ਸਾਡੇ, ਉੱਥੇ ਕਿਸੇ ਦੇ ਰਾਜੀ ਰਮਨ ਦੇ ਸੰਬੰਧ ਵਿੱਚ ਗਿਆ ਸੀਗਾ ਤੇ ਇਹਨਾਂ ਨੇ ਪੁਲਿਸ ਵਾਲਿਆਂ ਨੇ ਕੀ ਕੀਤਾ ਕਿ ਇਹਨਾਂ ਨੇ ਜਣਦੀ ਉਸ ਨੂੰ ਜਣਦੀ ਅੰਦਰ ਲਿਆ, ਤਾੜ ਇੱਕ ਕਮਰੇ ਦੇ ਵਿੱਚ ਤਾੜ ਕੇ ਉਹਦੀ ਪੱਗ ਦੀ, ਉਹਦੀ ਕੇਸਾਂ ਦੀ, ਉਹਦੀ ਕੁੱਟਮਾਰ ਕੀਤੀ ਗਈ। ਕੁੱਟਮਾਰ ਕਰਨ ਦੇ ਉੱਤੇ ਸਾਡੇ ਪਿੰਡ ਦੇ ਜਿਹੜੇ ਲੋਕ ਨਾਲ ਗਏ ਸੀ ਪੰਚਾਇਤ ਤੌਰ 'ਤੇ, ਉਹਨਾਂ ਨੇ ਜਾਣੀ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਨੂੰ ਤੇ ਬਾਹਰ ਘਲਾ ਕੇ ਇਹਨਾਂ ਨੂੰ ਬਾਹਰ। ਅੱਛਾ, ਪਹਿਲਾਂ ਇਹਦੋਂ ਪਹਿਲਾਂ ਕਿਹੜੇ ਥਾਣੇ ਜੀ? ਉਹ ਬੌੜੀਆਂ ਸਿੱਖਾਂ ਦੇ ਘਰ ਇਹਨਾਂ ਗੋਲੀਆਂ ਚਲਾਈਆਂ। ਅੱਜ ਤਾਂ ਅਸੀਂ ਸਭ ਤੋਂ ਪਹਿਲਾਂ ਮੁੱਖ ਪਵਿੱਤਰ ਕਰੀਏ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕੋਈ ਰਸਨਾਬਾਜ਼ੀ ਨਾ ਰਹਿ ਜਾਵੇ। ਆਖੋ ਸਾਰੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਇਹ ਸਾਨੂੰ ਗੁਰੂਆਂ ਦਾ ਸੰਦੇਸ਼ ਆ ਕਿ ਜਿਹਦੀ ਮੈਦਾਨ 'ਚ ਫਤਿਹ, ਜਿਹਦੀ ਜ਼ਬਾਨ 'ਚ ਫਤਿਹ, ਉਹਦੀ ਮੈਦਾਨ 'ਚ ਫਤਿਹ। ਇਹ ਜ਼ੁਲਮ ਦੇ ਵਿਰੁੱਧ ਜਿਹੜੀ ਲੜਾਈ ਆਪਾਂ ਅੱਜ ਲੜ ਰਹੇ ਹਾਂ, ਇਹ ਲੜਾਈ 10 ਗੁਰੂਆਂ ਨੇ ਵੀ ਲੜੀ ਆ। ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਮੈਂ ਬੇਨਤੀ ਕਰਾਂਗਾ ਜਿਹੜੇ ਛਾਵੇਂ ਬੈਠੇ ਆ, ਉਹ ਸਾਡੇ ਗੁਰੂ ਤਾਂ ਤੱਤੀਆਂ ਤਵੀਆਂ ਤੇ ਬਹਿ ਗਏ ਸੀ ਛਾਲ ਮਾਰ ਕੇ, ਤੇ ਤੁਸੀਂ ਛਿੱਡਾਂ ਦੇ ਥੱਲੇ ਛਾਵੇਂ ਜਾਣ ਦੀ ਗੱਲ ਕਰਦੇ ਆਓ। ਮੈਂ ਸਲੂਟ ਕਰਦਾ ਉਹਨਾਂ ਬੀਬੀਆਂ ਨੂੰ ਜਿਹੜੀਆਂ ਧੁੱਪ ਵਿੱਚ ਗਰਮ ਸੜਕ ਤੇ ਬੈਠੀਆਂ। ਜੇ ਹੱਕ ਲੈਣੇ ਆ ਨਾ, ਹੱਕ ਲੈਣੇ ਆ, ਤਾਂ ਫਿਰ ਤੁਹਾਨੂੰ ਸਾਨੂੰ ਤਪ ਕਰਨਾ ਪਵੇਗਾ। ਸਾਨੂੰ ਜਥੇਬੰਦੀਆਂ ਨਾਲ ਸਾਨੂੰ ਸੰਗਠਨ ਮਜ਼ਬੂਤ ਕਰਨਾ ਪਵੇਗਾ। ਇਸ ਜਦੋਂ ਵੀ ਕਿਸੇ ਤੇ ਜ਼ੁਲਮ ਹੁੰਦਾ, ਅਸੀਂ
ਚੰਗੇ ਭਲੇ ਜਾਣਦੇ ਵੀ ਅੱਖਾਂ ਮੀਚ ਕੇ ਬੈਠ ਜਾਂਦੇ ਵੀ ਛੱਡੋ ਪਰ ਆਪਾਂ ਕੀ ਲੈਣ ਜਾਣਾ, ਇਹ ਤਾਂ ਫਲਾਣੇ ਬੈਠੇ ਆ। ਮੈਂ ਕਹਾਂਗਾ ਕਿ ਜਥੇਬੰਦੀ ਚਾਹੇ ਕੋਈ ਵੀ ਹੋਵੇ, ਜ਼ੁਲਮ ਦੇ ਵਿਰੁੱਧ ਲੜਾਈ ਲੜਦੀ ਹੋਵੇ ਤੇ ਸਾਨੂੰ ਪਾਰਟੀਆਂ ਤੋਂ ਉੱਚੇ ਉੱਠ ਕੇ ਵੀ ਸਾਨੂੰ ਜਥੇਬੰਦੀ ਦਾ ਸਾਥ ਦੇਣਾ ਚਾਹੀਦਾ, ਕਿਉਂਕਿ ਜ਼ੁਲਮ ਹੁੰਦਾ ਹੀ ਤਾਂ ਅਸੀਂ ਇਹਨਾਂ ਗੱਲਾਂ ਤੋਂ ਹਦੂਰੇ ਆ, ਅਸੀਂ ਵੰਡੇ ਹੋਏ ਆ। ਸਮੇਂ ਦੇ ਚਲਾਕ ਲੋਕਾਂ ਨੇ ਇਸ ਦੁਨੀਆ ਤੇ ਇਸ ਧਰਤੀ ਤੇ ਬੜੀ ਵੱਡੀ ਵੰਡ ਕੀਤੀ ਆ। ਆਦਿਵਾਸੀ ਲੋਕਾਂ ਨੂੰ ਖੇਰੂ ਖੇਰੂ ਕੇ ਕੀਤਾ, ਧਰਮੀ ਲੋਕਾਂ ਨੂੰ ਖੇਰੂ ਖੇਰੂ ਕੀਤਾ। ਪਹਿਲਾਂ ਧਰਮਾਂ 'ਚ ਵੰਡਿਆ, ਫਿਰ ਜਾਤਾਂ 'ਚ ਵੰਡਿਆ, ਫਿਰ ਗੋਤਾਂ 'ਚ ਵੰਡਿਆ ਕਿ ਇਹ ਕਿਤੇ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਖਾਤਰ ਲੜ ਨਾ ਲੈਣ ਕਿਤੇ। ਤਾਂ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹੁੰਦਾ, ਉਹ ਜ਼ੁਲਮ ਵਾਲੇ ਜ਼ਾਲਮ ਦਾ ਨਾਂ ਲੈਣ ਤੋਂ ਪਹਿਲਾਂ, ਕਿ ਇਸ ਦੇਸ਼ ਵਿੱਚ ਮਨੂ ਸਿਮਰਤੀ, ਇੱਕ ਰਾਜੇ ਨੇ ਇੱਕ ਮਨੂ ਸਿਮਰਤੀ ਲਿਖੀ ਸੀ। ਉਸ ਦੇ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਵਾਸਤੇ ਭੇਜਿਆ ਸੀ। ਅਸੀਂ ਇਹ ਸਾਰੇ ਸਿੰਘਾਂ ਨੇ ਫੈਸਲਾ ਲਿਆ ਸਹਿਮਤੀ ਨਾਲ ਵੀ ਆ ਕਨਈਆ ਚੌਕ ਕਿਹੜਾ ਇਹ ਆਪਾਂ ਬੰਦ ਕਰਾਂਗੇ। ਸਾਰੀਆਂ ਦਰੀਆਂ ਚੁੱਕ ਕੇ ਉੱਥੇ ਜਾ ਕੇ ਸ਼ਾਂਤਮਈ ਤਰੀਕੇ ਨਾਲ ਆਪਾਂ ਦਰੀਆਂ ਵਿਛਾ ਕੇ ਬੈਠਣਾ ਹੈ। ਤੇ ਜਿਹੜੇ ਬੁਲਾਰੇ ਨੇ ਉਹ ਸਾਰੇ ਬੁਲਾਰੇ ਬੋਲਣਗੇ। ਫਿਰ ਜਿੰਨਾ ਚਿਰ ਆਪਾਂ ਚਾਹੇ ਡੀਐਸਪੀ ਆ ਜਾਏ ਚਾਹੇ ਐਸਐਸਪੀ ਆ ਜਾਏ, ਜਿੰਨਾ ਚਿਰ ਸਿਵਲ ਪ੍ਰਸ਼ਾਸਨ ਨਹੀਂ ਆਦਾ ਉੱਥੇ, ਚਾਹੇ ਡੀਸੀ ਆਵੇ ਤੇ ਏਡੀਸੀ ਆਵੇ, ਜਾ ਕੇ ਉਹ ਗੱਲ ਨਹੀਂ ਕਰਦੇ ਸਾਡੇ ਨਾਲ ਕੇ, ਉਹਨਾਂ ਚਿਰ ਆਪਾਂ ਕਿਸੇ ਵਿਸ਼ਵਾਸ ਤੇ ਵੀ ਉੱਤੋਂ ਨਹੀਂ ਉੱਠਣਾ। ਤੇ ਸਾਰੀਆਂ ਭੈਣਾਂ ਨੂੰ, ਮਾਤਾਵਾਂ ਨੂੰ, ਮੇਰੇ ਨੌਜਵਾਨਾਂ ਵੀਰਾਂ ਨੂੰ ਬੇਨਤੀ ਆ, ਉਹ ਸਿੰਘ ਤੋਂ ਅੱਜ 15 ਦਿਨ ਕਿੰਨੇ ਕਰੋੜ ਵਿਚਾਰੇ ਫਰਾਰ ਹੋਏ ਹੋ ਗਏ, ਉਹਦੇ ਬੱਚੇ ਨਿੱਕੇ ਨਿੱਕੇ ਪਿੱਛੇ ਵਿਲਕਰੇ ਨੇ। ਆਪਾਂ 2-4 ਘੰਟੇ 5 ਘੰਟੇ ਹੁਣ ਆਪਣੇ ਸਰੀਰ ਦੀ ਪਰਵਾਹ ਨਹੀਂ ਕਰਨੀ, ਜੇ ਧੁੱਪੇ ਤੇ ਤਰੇ ਆਪਾਂ ਉੱਥੇ ਬੈਠਣਾ ਹੈ। ਕਿਸੇ ਨੇ ਸ਼ਾਮ ਵੇਲੇ ਭੱਜ ਕੇ ਨਹੀਂ ਜਾਣਾ, ਕਿ ਕਿੰਨਾ ਚਿਰ ਫੈਸਲਾ ਨਹੀਂ ਹੁੰਦਾ ਸਾਰੀ ਕੌਮ ਦਾ, ਉਹਨਾਂ ਚਿਰ ਆਪਾਂ ਉੱਥੇ ਕਨਈਆ ਚੌਕ ਬੰਦ ਕਰਨਾ ਹੈ। ਤੇ ਕਿਸੇ ਮਾਨ ਨੂੰ, ਕਿਸੇ ਨੂੰ ਆਪਾਂ ਕੋਈ ਨੁਕਸਾਨ ਨਹੀਂ ਪਹੁੰਚਾਉਣਾ, ਕਿਸੇ ਦੀ ਮਸ਼ੀਨਰੀ ਨੂੰ। ਜੋ ਆਪਾਂ ਉੱਥੇ ਬੈਠ ਜਾਣਾ ਤੇ ਆਪਣੇ ਉੱਤੇ ਚੜਾਉਣ ਮਸ਼ੀਨਰੀ ਜੋ ਮਰਜ਼ੀ ਕਰਨਾ, ਆਪਾਂ ਉੱਤੇ ਬੈਠੇ ਰਹਿਣਾ ਸਾਰਿਆਂ ਨੇ ਤੇ ਆਪਾਂ ਉਹਦੇ ਵਿਚਾਰ ਕੀ ਜਾਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਭਾਈ ਸਾਹਿਬ ਜੀ 2 ਮਿੰਟ ਆਪਣੇ ਵਿਚਾਰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਜਥੇਦਾਰ ਸਾਹਿਬ ਨੇ ਸਾਨੂੰ ਜਿਹੜੀ ਸਾਡੀ ਕਮੇਟੀ ਸੀ ਉਹਦਾ ਫੈਸਲਾ ਸੁਣਾਇਆ, ਸਾਰੇ ਭਾਈਚਾਰੇ ਨੂੰ ਖਾਸ ਕਰਕੇ ਇੱਕੋ ਇੱਕ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਆਪਾਂ ਇੱਥੇ ਦੂਰ ਦੂਰ ਬੈਠੇ ਆ ਨਾ, ਜਾਂ ਤੁਸੀਂ ਇੱਧਰ ਉੱਧਰ ਤੁਰੇ ਫਿਰੋ ਜਾਂ ਹੋਰ ਪਾਸੇ ਬਹਿ ਜਾਓ, ਉਹ ਗੱਲ ਨਹੀਂ ਬਣਨੀ। ਜਿਹੜੇ ਮਕਸਦ ਵਾਸਤੇ ਆਪਾਂ ਇੱਥੇ ਆਏ ਆ ਉਹ ਇੱਕ ਥਾਂ ਤੇ ਧਰਨਾ ਹੋਵੇ। ਸਾਰੇ ਜਿੰਨੇ ਭਰਾ ਭੈਣਾਂ ਜੇ ਆਈਆਂ ਉਹ ਸਾਰੇ ਇੱਕੋ ਥਾਂ ਤੇ ਬੈਠਣ। ਕੁਛ ਨਹੀਂ ਹੁੰਦਾ, ਗਰਮੀ ਅਕਦਮ ਜੇ ਝੜ ਲਾਂਗੇ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ। ਜੋ ਸਾਰਿਆਂ ਨੇ ਆਰਾਮ ਨਾਲ ਜਿਹੜਾ ਨਾਰੇ ਦੇ ਜਵਾਬ ਜ਼ੋਰ ਨਾਲ ਦੇਣਾ, ਜਿਹੜਾ ਕੋਈ ਵੀ ਸਪੀਚ ਸਾਡਾ ਦੇ ਰਿਹਾ ਉਹਨੂੰ ਧਿਆਨ ਨਾਲ ਸੁਣਨਾ। ਆਪਾਂ ਕਿਸੇ ਪਾਸੇ ਕੋਈ ਹੋਰ ਵੀ ਜਾਂ ਕਿ ਰੇਹੜੀ ਤੇ ਜਾਂ ਕਿਸੇ ਹੋਰ ਪਾਸੇ ਨਹੀਂ ਜਾਣਾਗਾ, ਉਦੋਂ ਤੱਕ ਆਪਾਂ ਭੁੱਖੇ ਤੇ ਆਏ ਉੱਥੇ ਬਹਿ ਜਾਣਾ। ਜੇ ਸਾਡੇ ਨਾਲ ਸਾਥ ਰਹਿਣਾ ਤੇ ਤਾਂ ਹੀ ਆਪਾਂ ਨੂੰ ਮਿਲੂਗਾ ਕਿ ਆਪਾਂ ਆਪ ਦੀ ਕੁਰਬਾਨੀ ਕਰਾਂਗੇ। ਆਪਣੀ ਸਾਡੀ ਇਹ ਕੁਰਬਾਨੀ ਇਹੀ ਹੈ ਕਿ ਆਪਾਂ ਅੱਜ ਤਪੱਸਿਆ ਕਰਨੀ ਹੈ ਚੌਕ ਦੇ ਆਲੇ ਦੁਆਲੇ, ਸਾਰੇ ਚੌਕ ਨੂੰ ਘੇਰਨਾ। ਉੱਥੋਂ ਜਿਹੜਾ ਟ੍ਰੈਫਿਕ ਹੈ ਉਹ ਆਪਣੇ ਆਪ ਜਾਮ ਹੋ ਜਾਏਗਾ, ਆਪਣੇ ਆਪ ਬੰਦ ਹੋ ਜਾਏਗਾ। ਤੇ ਆਪਾਂ ਕਿਸੇ ਟ੍ਰੈਫਿਕ ਜਿਹੜਾ ਕੋਈ ਵਹੀਕਲ ਆ ਰਿਹਾ ਉਹਨੂੰ ਕੋਈ ਜ਼ਬਰਦਸਤੀ ਜਾਂ ਕੋਈ ਹੁਲੜਬਾਜ਼ੀ ਨਹੀਂ ਕਰਨੀ ਗੀ। ਆਪਾਂ ਸ਼ਾਂਤਮਈ ਢੰਗ ਨਾਲ ਬੈਠੇ ਰਹਿਣਾ। ਜੇ ਸਾਡੇ ਉੱਤੇ ਚੜਾਉਣਾ ਚੜਾ ਲਿਓ, ਕੋਈ ਨਹੀਂ ਬੈਠੇ ਰਹਾਂਗੇ, ਆਪਾਂ ਨਹੀਂ ਕਿਸੇ ਪਾਸੇ ਹਿੱਲਣਾਗਾ। ਸੋ ਇੰਨੀ ਬੇਨਤੀ ਕਰਦਾ ਆਪਾਂ ਹੁਣ ਚਾਰੇ ਚੌਕ 4 ਦਿਨ ਹੋ ਗਏ ਨਾ, ਚੌਕ ਦਾ 4 ਪਹਿਲੀ ਗੱਲ ਤਾਂ 2 ਪਰਲਾ ਪਾਸਾ ਹੋ ਜੇ ਤੇ ਹੀ ਬਹੁਤ ਹੈ। ਕਿੱਧਰਲਾ ਪਾਸਾ ਇੱਕ ਅੱਧਾ ਪਾਸਾ ਖਾਣਾ ਆ ਬਿਆਰਾ ਪਾਸਾ ਸਾਰੇ ਬਿਆਰਾ ਪਾਸੇ ਆਪਣਾ ਸਿਰ ਤੇ ਧਿਆਨ ਰੱਖੋ। ਜਿੰਨੇ ਵੀ ਪਾਸੇ ਆਸੇ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਆਸੇ ਪਾਸੇ ਬੈਠੇ ਆ ਉਹਨਾਂ ਨਾਲ ਬੇਨਤੀ ਹੈ ਕਿ ਆਪਾਂ ਜਿਹੜੇ ਕੰਮ ਇੱਥੇ ਆਏ ਆ ਉਹ ਮਕਸਦ ਹੱਲ ਕਰਨ ਵਾਸਤੇ ਆਪਾਂ ਇੱਥੇ ਆਏ ਆ। ਸਰਦਾਰ ਵਾਹਿਗੁਰੂ ਸਿੰਘ ਨੂੰ ਆਪਾਂ ਇਸ ਕੇਸ ਦੇ ਵਿੱਚੋਂ ਕੱਢਣਾ, ਜਿਹੜਾ ਪੁਲਿਸ ਨੇ ਝੂਠਾ ਪਰਚਾ ਉਹਨਾਂ ਨੇ ਕੀਤਾ। ਔਰ ਜੋ ਹੁਣ ਇਸ ਟਾਈਮ ਤੇ ਆਪਣੇ ਖਬਰ ਹੁਣੇ ਸੁਣਾਈ ਹੈ ਤੁਹਾਨੂੰ ਕਿ ਉਹਦੀ ਜ਼ਮਾਨਤ ਜਿਹੜੀ ਹੋ ਚੁੱਕੀ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਪਿੰਡ ਕਾਮਲਾਲਾ ਦੇ ਵਿੱਚ ਪਹੁੰਚੇ ਹਾਂ। ਇੱਥੇ ਸਰਦਾਰ ਗੁਰਜੀਤ ਸਿੰਘ ਜੀ ਸਾਦਕ ਤੋਂ ਜ਼ਿਲ੍ਹਾ ਪ੍ਰਧਾਨ ਪਹੁੰਚੇ ਆ ਸਮਾਜ ਦੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਕਿਸ ਵਿਸ਼ੇ ਤੇ ਅੱਜ ਇਕੱਠੇ ਹੋਏ ਆ ਤੇ ਕੀ ਬੇਨਤੀ ਕਰਨੀ ਚਾਹੁੰਦੇ ਆ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਸਾਡੇ ਬੌਰੀਆ ਸਮਾਜ ਨਾਲ ਹੋਇਆ ਸਰਾਸਰ ਬਹੁਤ ਹੀ ਅਨਿਆਏ ਅਤੇ ਧੱਕਾ ਹੋਇਆ। ਪਿੰਡ ਕਾਬਲ ਵਾਲੇ ਅਸੀਂ ਅੱਜ ਪਹੁੰਚੇ ਹਾਂ ਸ੍ਰੀ ਵਾਹਿਗੁਰੂ ਦੇ ਘਰ। ਉਹਨਾਂ ਦਾ ਪਰਿਵਾਰ ਸਾਡੇ ਨਾਲ ਹੈ ਤੇ ਉਹਨਾਂ ਨੇ ਸਾਨੂੰ ਦੁੱਖ ਜਿਹੜਾ ਦੱਸਿਆ। ਜਿਹੜਾ ਥਾਣੇਦਾਰ ਪਰਵਿੰਦਰ ਸਿੰਘ ਹੈ, ਉਹਨੇ ਕਿਸੇ ਝਗੜੇ ਵਿੱਚ, ਪਿੰਡ ਦਾ ਝਗੜਾ ਸੀਗਾ, ਉਹਨੇ ਬੁਲਾਇਆ। ਵਾਹਿਗੁਰੂ ਪਹਿਲਾਂ ਵੀ ਥਾਣੇ ਦੇ ਵਿੱਚ ਜਾਂਦਾ ਰਹਿੰਦਾ ਹੈ ਤੇ ਜਿਹੜੇ ਫੈਸਲੇ ਕਰਾਉਂਦਾ ਰਹਿੰਦਾ ਪਿੰਡ ਦੇ। ਤੇ ਉਹਨਾਂ ਨੇ ਕਿਸੇ ਰੰਜਿਸ਼ ਦੇ ਨਾਲ ਉਹਨੂੰ ਕਮਰੇ ਵਿੱਚ ਬੰਦ ਕੀਤਾ ਤੇ ਆ ਸਿਆਸਤ ਨਾਲ ਜਿਹੜੀ ਆਪਦੀ ਗੰਦੀ ਨੀਤੀ ਨਾਲ ਦੂਜਿਆਂ ਬੰਦਿਆਂ ਨੂੰ, ਜਿਹੜੀ ਸੰਗਤ ਸੀਗੀ, ਪੰਚਾਇਤ ਸੀ, ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਉਹਦੀ ਕੁੱਟਮਾਰ ਜਿਹੜੀ ਹੈ ਸ਼ੁਰੂ ਕਰ ਦਿੱਤੀ। ਤਾਂ ਸੰਗਤ ਨੂੰ ਚੀਕ ਚੰਗਿਆੜ ਜਦੋਂ ਸੁਣੀ, ਬਾਹਰ ਪੰਚਾਇਤ ਖੜੀ ਸੀ, ਤਾਂ ਉਹਨਾਂ ਨੇ ਦਰਵਾਜ਼ਾ ਭੰਨ ਕੇ ਵਾਹਿਗੁਰੂ ਨੂੰ ਬਾਹਰ ਕੱਢਿਆ। ਉਦੋਂ ਉਹਦੇ ਵਾਲ ਖਿਲਰੇ ਸੀਗੇ ਤੇ ਜਿਹੜੀ ਉਹਦੇ ਕੇਸਾਂ ਦੀ ਜਿਹੜੀ ਬੇਅਦਬੀ ਹੋ ਰਹੀ ਸੀਗੀ ਤੇ ਕੇਸ ਖਿਲਰੇ ਸੀ ਤੇ ਉਹਨਾਂ ਦੀ ਜਿਹੜੀ ਪੱਗ ਦਸਤਾਰ ਸੀ ਜਿਹੜੀ ਉਹ ਉਤਰੀ ਹੋਈ ਸੀਗੀ। ਉਹਨਾਂ ਨੇ ਖਿੱਚ ਕੇ ਜਦੋਂ ਸੜਕ ਤੇ ਬਾਹਰ ਲਿਆਂਦਾ ਤਾਂ ਥਾਣੇਦਾਰ ਜਿਹੜਾ ਮਗਰ ਹੀ ਆਇਆ, ਉਹ ਕਹਿ ਰਿਹਾ ਕਿ ਮੇਰੇ ਨਾਲ ਤੇਰਾ ਪੰਗਾ ਪਿਆ ਹੁਣ। ਤੇ ਇਹਨਾਂ ਨੇ ਜਿਹੜੀ ਵਰਦੀ ਪਾੜੀ ਕਹਿ ਰਹੇ ਇਹ, ਉਹ ਬੰਦਾ ਇਹਨਾਂ ਦੇ ਨਾਲ ਖੜਾ ਹੈ। ਜਮਾਂ ਕੋਈ ਵਰਦੀ ਨਹੀਂ ਪਾਟੀ। ਸਾਰੇ ਉਹਦੇ ਜਿਹੜੇ ਇੱਥੋਂ ਲੱਗੇ ਆ, ਪੀਤੀਆਂ ਜਿਹੜੀਆਂ ਲੱਗੀਆਂ ਹੋਈਆਂ ਉਹਦੀਆਂ, ਤੇ ਉਹਨਾਂ ਨੇ ਕੋਈ ਵਰਦੀ ਨਹੀਂ ਪਾੜੀ। ਨਜਾਇਜ਼ ਇਹਨਾਂ ਨੇ ਬਾਅਦ 'ਚ ਸੋਚੀ ਸਮਝੀ ਸਿਆਸਤ ਨਾਲ ਬਹਿ ਕੇ ਠੰਡਾ ਪਾਣੀ ਪੀ ਕੇ ਇਹਨਾਂ ਨੇ ਕਿਹਾ ਵੀ ਸਾਡੇ ਤੋਂ ਤਾਂ ਗਲਤ ਕੰਮ ਹੋ ਗਿਆ, ਹੁਣ ਇਹਦਾ ਬਚਾਅ ਕਿਵੇਂ ਕੀਤਾ ਜਾਵੇ। ਇਹਨਾਂ ਨੇ ਇੱਕ ਜਿਹੜਾ ਨਾਲ ਖੜਾ ਸੀਗਾ ਮੁਲਾਜ਼ਮ, ਉਹਦੀ ਵਰਦੀ ਪਾੜੀ ਤੇ ਵੀਡੀਓ ਬਣਾਈ। ਵੀਡੀਓ ਬਣਾ ਕੇ ਇਹਨਾਂ ਨੇ ਪਾਤੀ ਕਿ ਸਾਡੀ ਵਰਦੀ ਪਾੜੀ ਹੈ। ਇਹਨਾਂ ਨੇ, ਵਾਹਿਗੁਰੂ ਨੇ ਸਾਡੀ ਵਰਦੀ ਪਾੜੀ ਮੁਲਾਜ਼ਮ ਦੀ ਥਾਣੇ ਦੇ ਵਿੱਚ। ਤਾਂ ਸਤਿਕਾਰ, ਵਾਹਿਗੁਰੂ ਨੇ ਵਰਦੀ ਨਹੀਂ ਪਾੜੀ, ਨਹੀਂ ਵਾਹਿਗੁਰੂ ਨੇ, ਇਹਨਾਂ ਨੇ ਆਪ ਪਾੜੀ ਹੈ। ਕੈਮਰੇ ਥਾਣੇ ਵਿੱਚ, ਚੌਂਕੀ ਵਿੱਚ ਲੱਗੇ ਹੁੰਦੇ ਆ। ਇਹ ਕੈਮਰੇ ਆਪਦੇ ਦਿਖਾਉਣ ਕਿੱਥੇ ਵਰਦੀ ਪਾੜੀ ਹੈ। ਜੇ ਵਾਹਿਗੁਰੂ ਨੇ ਵਰਦੀ ਪਾੜੀ ਹੈ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਦੇ ਹੱਕ ਵਿੱਚ ਖੜਾਂਗੇ। ਜੇ ਨਜਾਇਜ਼ ਪਰਚਾ ਇਹਨਾਂ ਨੇ ਕੱਟਿਆ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇਹਨਾਂ ਨੇ ਆਪਦੀ ਵਰਦੀ ਖੁਦ ਪਾੜ ਕੇ ਇਹ ਉੱਥੇ ਇਹਨਾਂ ਨੇ ਉਦੋਂ ਹੀ ਪਰਚਾ ਵਾਹਿਗੁਰੂ ਤੇ ਦੇਤਾ। ਜੇ ਉੱਥੇ ਵਰਦੀ ਵਾਹਿਗੁਰੂ ਦੀ ਪਾਰਟੀ ਹੁੰਦੀ ਜਾਂ ਪਾੜੀ ਹੁੰਦੀ ਤਾਂ ਪੁਲਿਸ ਉੱਥੇ ਵਾਹਿਗੁਰੂ ਨੂੰ ਉੱਥੋਂ ਨਿਕਲ ਨਹੀਂ ਦੇਣਾ ਸੀ, ਵਾਹਿਗੁਰੂ ਨੂੰ। ਤੇ ਇਹਨਾਂ ਨੇ ਸੜਕ ਤੇ ਵੇਖ ਲਓ, ਵਾਹਿਗੁਰੂ ਆ ਗਿਆ ਤੇ ਸੜਕ ਤੋਂ ਘਰੇ ਆ ਗਿਆ ਆਪਣੇ, ਤੇ ਉਹ ਬੰਦੇ ਨੂੰ ਅੰਦਰ ਲਿਜਾ ਕੇ ਉਹਦੀ ਵਰਦੀ ਪਾੜ ਕੇ ਪਰਚਾ ਪਾਇਆ ਗਿਆ। ਝੂਠਾ ਪਰਚਾ। ਇਹ ਪਰਚਾ ਰੱਦ ਹੋਣਾ ਚਾਹੀਦਾ। ਸਾਡੀ ਇਹੀ ਸਾਰੇ ਸਿੱਖ ਜਥੇਬੰਦੀਆਂ ਨੂੰ, ਬੌਰੀਆ ਸਿੱਖ ਸਮਾਜ ਨੂੰ, ਸਾਡੇ ਭਾਈਚਾਰੇ ਨੂੰ ਬੇਨਤੀ ਹੈ। ਪਰਮਜੀਤ, ਅੱਜ ਵਾਲੇ ਧਰਨੇ ਤੋਂ ਜੋ ਤੁਹਾਡੇ ਨਾਲ ਵਾਪਰਿਆ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਆ। ਤੁਹਾਡੇ ਦੱਸਣ ਦੀ, ਤੁਹਾਡੇ ਬਿਆਨ ਕਰਨ ਦੀ ਇੰਨੇ ਗੁਰਸਿੱਖਾਂ ਨੇ ਕਰਦੇ ਆ। ਤੁਸੀਂ ਅੱਜ ਸੰਗਤ ਦਾ ਧੰਨਵਾਦ ਕਰਨ ਵਾਸਤੇ ਤੁਹਾਨੂੰ ਸੱਦਿਆ ਹੈ। ਕੀ ਕਹਿਣਾ ਚਾਹੁੰਦੇ ਜੇ ਸੰਗਤ ਵਾਸਤੇ, ਜਿਹੜੀ ਸੰਗਤ ਨੇ ਤੁਹਾਡਾ ਸਾਥ ਦਿੱਤਾ? ਹਾਂਜੀ, ਮੈਂ ਤਾਂ ਪਹਿਲਾਂ ਜਿਹੜੀਆਂ ਸੰਗਤਾਂ ਪਹੁੰਚੀਆਂ, ਸਾਡੇ ਦੁੱਖ ਦੀ ਘੜੀ ਤੇ ਜਿਹੜੀਆਂ ਸੰਗਤਾਂ ਪਹੁੰਚੀਆਂ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਸਾਰੀ ਸੰਗਤ ਦਾ ਮੇਰੇ ਵੱਲੋਂ। ਦੇਖੋ, ਜਦੋਂ ਆਪਾਂ ਆਪਦੇ ਵਾਸਤੇ ਤਾਂ ਹਰ ਇੱਕ ਕੋਈ ਲੜਦਾ ਹੈ ਨਾ, ਜਦੋਂ ਆਪਾਂ ਕਿਸੇ ਵਾਸਤੇ ਲੜਦੇ ਆਂ ਉਹ ਬਹੁਤ ਔਖਾ। ਅੱਜ ਦੇ ਵਕਤ ਵਿੱਚ 1 ਘੰਟਾ ਨਹੀਂ ਕਿਸੇ ਵਾਸਤੇ ਹੈਗਾ, ਪਰ ਅੱਜ ਸਾਡੇ ਵਾਸਤੇ ਜਿੰਨਾ ਸਾਡਾ ਨਗਰ ਸੀ, ਜਿੰਨਾ ਸਾਡਾ ਭਾਈਚਾਰਾ ਸੀ ਤੇ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਸੀ, ਸਾਡੇ ਵਾਸਤੇ ਟਾਈਮ ਕੱਢ ਕੇ ਆਈਆਂ। ਇਸ ਕਰਕੇ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਹੈ ਸਾਰਿਆਂ ਦਾ। ਗੁਰਜੀਤ ਸਿੰਘ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮੁੱਦੇ ਤੇ? ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੋ ਵਾਹਿਗੁਰੂ ਨਾਲ ਧੱਕਾ ਹੋਇਆ ਨਜਾਇਜ਼, ਉਹ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ। ਜੋ ਅੱਜ ਡੀ ਸਾਹਿਬ ਦੇ ਆਏ ਸੀਗੇ, ਉਹ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਆ ਕਿ ਪਰਚਾ ਰੱਦ ਕਰਕੇ ਜਿਹੜਾ
ਉਹ ਪਰਚਾ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ, ਪੁਲਿਸ ਪ੍ਰਸ਼ਾਸਨ ਤੇ ਕਾਰਵਾਈ ਕੀਤੀ ਜਾਊਗੀ। ਤੇ ਅਸੀਂ ਉਹਨਾਂ ਦੇ ਭਰੋਸੇ ਅੱਜ ਜਿਹੜਾ ਧਰਨਾ ਚੱਕਿਆ, ਤੇ ਜੇਕਰ ਨਾ ਵੀਰਵਾਰ ਤੱਕ ਨਾ ਕਾਰਵਾਈ ਕੀਤੀ ਗਈ ਸੋਮਵਾਰ ਤੱਕ, ਤਾਂ ਅਸੀਂ ਵੱਡੇ ਪੱਧਰ ਤੇ ਜਿਹੜਾ ਹਾਈਵੇ ਜਾਮ ਕਰਾਂਗੇ। ਜਿਹੜਾ ਵਾਹਿਗੁਰੂ ਨਾਲ ਬਹੁਤ ਹੀ ਜਾਗਤੀ ਹੋਈ ਹੈ, ਉਹਦੇ ਦੇ ਕੇਸਾਂ ਦੀ ਬੇਅਦਬੀ ਹੋਈ ਹੈ, ਇਸ ਕਰਕੇ ਸਾਡਾ ਸਾਰਾ ਸਮਾਜ ਜਿਹੜਾ ਇੱਥੇ ਪਹੁੰਚਿਆ ਔਰ ਸਿੱਖ ਜਥੇਬੰਦੀਆਂ ਵੀ ਪਹੁੰਚੀਆਂ। ਮੈਂ ਸਾਰਿਆਂ ਦਾ ਹੀ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ। ਹਾਂਜੀ ਸਿੰਘ ਸਾਹਿਬ, ਤੁਸੀਂ ਕੋਈ ਕਹਿਣਾ ਚਾਹੁੰਦੇ ਜੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੇ ਸੰਬੰਧ ਵਿੱਚ ਜੋ ਅੱਜ ਜਥੇਬੰਦੀਆਂ ਦਾ ਤੇ ਬਾਬਰੀ ਸਮਾਜ ਵੱਲੋਂ ਇੱਕ ਬਹੁਤ ਹੀ ਸਫਲ ਤੇ ਕਾਮਯਾਬ ਧਰਨਾ ਲੱਗਾ ਸੀ, ਉਸ ਦੇ ਸੰਬੰਧ ਵਿੱਚ ਸਾਨੂੰ ਸਭ ਤੋਂ ਪਹਿਲਾਂ ਖੁਸ਼ੀ ਦੀ ਖਬਰ ਇਹ ਆਈ ਹੈ ਕਿ ਵਾਹਿਗੁਰੂ ਦੀ ਜ਼ਮਾਨਤ ਹੋਈ ਹੈ। ਇਹਦਾ ਮਤਲਬ ਇਹ ਹੈ ਕਿ ਵਾਹਿਗੁਰੂ ਦਾ ਜਿਹੜਾ ਪਰਚਾ ਉਹ ਵਾਕਿਆ ਹੀ ਝੂਠਾ ਸੀ। ਇਸ ਕਰਕੇ ਉਸ ਦੇ ਝੂਠੇ ਪਰਚੇ ਨੂੰ ਵੇਖ ਕੇ ਜੱਜ ਸਾਹਿਬ ਨੇ ਨਾਲੇ ਤਾਂ ਪੁਲਿਸ ਮੁਲਾਜ਼ਮਾਂ ਨੂੰ ਲਾਹਨਤਾਂ ਪਾਈਆਂ ਤੇ ਨਾਲੇ ਵਾਹਿਗੁਰੂ ਨੂੰ ਜ਼ਮਾਨਤ ਦਿੱਤੀ ਹੈ। ਧਰਨੇ ਦੇ ਦੌਰਾਨ ਸਾਡੇ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਲੋਕ ਸੀ ਉਹ ਕੜਕਦੀ ਧੁੱਪ ਦੇ ਵਿੱਚ ਬੈਠੇ ਰਹੇ, ਕਿਸੇ ਨੇ ਸੀ ਨਹੀਂ ਕੀਤੀ, ਕੇਵਲ ਉਹਨਾਂ ਨੂੰ ਪਾਣੀ ਦਿੱਤਾ ਜਾਂਦਾ ਰਿਹਾ। ਪਰ ਉਹਨਾਂ ਲੋਕਾਂ ਨੇ ਉਦੋਂ ਤੱਕ, ਜਦੋਂ ਤੱਕ ਪ੍ਰਸ਼ਾਸਨ ਨੇ ਆ ਕੇ ਉਹਨਾਂ ਦੀ ਬਾਤ ਨਹੀਂ ਪੁੱਛੀ, ਉਹਨਾਂ ਨਾਲ ਗੱਲ ਨਹੀਂ ਕੀਤੀ, ਉਦੋਂ ਤੱਕ ਉਹ ਲੋਕ ਡਟੇ ਰਹੇ। ਬਾਅਦ ਵਿੱਚ ਆ ਕੇ ਸਾਨੂੰ ADC ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ, ਵਿਸ਼ਵਾਸ ਦਿਵਾਇਆ ਕਿ ਸੋਮਵਾਰ ਤੱਕ ਅਸੀਂ ਤੁਹਾਨੂੰ ਵਾਹਿਗੁਰੂ ਦਾ ਜਿਹੜਾ ਇਹ ਪਰਚਾ ਵਾਪਸ ਲਵਾਂਗੇ ਤੇ ਉਸ ASI ਤੇ ਜੋ ਕਰਮਚਾਰੀ ਹੈ ਜਿਹਨੇ ਝੂਠਾ ਪਰਚਾ ਦਰਜ ਕੀਤਾ ਹੈ, ਕੇਸਾਂ ਦੀ ਬੇਅਦਬੀ ਕੀਤੀ ਹੈ, ਦਸਤਾਰ ਦੀ ਬੇਅਦਬੀ ਕੀਤੀ ਹੈ ਤੇ ਜਾਤੀ ਸੂਚਕ ਸ਼ਬਦ ਬੋਲੇ ਹੈ, ਉਹਨਾਂ ਤੇ ਜੋ ਵੀ ਪਰਚੇ ਬਣਦੇ ਹੈ ਉਹਨਾਂ ਦੇ ਸੰਬੰਧ ਵਿੱਚ ਉਹਦੇ ਤੇ ਪਰਚੇ ਦਰਜ ਕਰਾਂਗੇ। ਇਹ ਸਾਨੂੰ ਸੋਮਵਾਰ ਤੱਕ ਭਰੋਸਾ ਦਿੱਤਾ ਤੇ ਅਸੀਂ ਪ੍ਰਸ਼ਾਸਨ ਦੇ ਇਸ ਭਰੋਸੇ ਨੂੰ ਮੰਨ ਕੇ ਅਸੀਂ ਆਪਣਾ ਧਰਨਾ ਉਠਾਇਆ ਤੇ ਅਸੀਂ ਪ੍ਰਸ਼ਾਸਨ ਦੇ ਇਸ ਵਿਸ਼ਵਾਸ ਨੂੰ ਸੋਮਵਾਰ ਤੱਕ ਮੰਨਾਂਗੇ। ਜੇਕਰ ਇਹ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਅਸੀਂ ਬੁੱਧਵਾਰ ਨੂੰ, ਆਉਣ ਵਾਲੇ ਬੁੱਧਵਾਰ ਨੂੰ ਅਸੀਂ ਹਾਈਵੇ ਜਾਮ ਕਰਾਂਗੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਆਪਣੇ ਧਰਨੇ ਵਿੱਚ ਸਫਲ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਹੁਣ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਰਿਵਾਰ ਵੱਲੋਂ ਜੋ ਕਿ ਅੱਜ ਧਰਨੇ ਦੇ ਵਿੱਚ ਸ਼ਾਮਲ ਹੋਏ ਸੀ, ਆ ਜਾਓ। ਅੱਛਾ, ਪਹਿਲਾਂ ਇਹ ਤੋਂ ਪਹਿਲਾਂ ਕਿਹੜੇ ਥਾਣੇ ਜੀ? ਉਹ ਬੌੜੀਆਂ ਸਿੱਖਾਂ ਦੇ ਘਰ ਜਾ ਕੇ ਇਹਨਾਂ ਗੋਲੀਆਂ ਚਲਾਈਆਂ। ਅੱਜ ਤਾਂ ਅਸੀਂ ਸਭ ਤੋਂ ਪਹਿਲਾਂ ਮੁੱਖ ਪਵਿੱਤਰ ਕਰੀਏ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕੋਈ ਰਸਨਾਮਾਜ਼ੀ ਨਾ ਰਹਿ ਜਾਵੇ। ਆਖੋ ਸਾਰੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਇਹ ਸਾਨੂੰ ਗੁਰੂਆਂ ਦਾ ਸੰਦੇਸ਼ ਆ ਕਿ ਜਿਹਦੀ ਮੈਦਾਨ 'ਚ ਫਤਿਹ, ਜਿਹਦੀ ਜ਼ਬਾਨ 'ਚ ਫਤਿਹ, ਉਹਦੀ ਮੈਦਾਨ 'ਚ ਫਤਿਹ। ਇਹ ਜ਼ੁਲਮ ਦੇ ਵਿਰੁੱਧ ਜਿਹੜੀ ਲੜਾਈ ਆਪਾਂ ਅੱਜ ਲੜ ਰਹੇ ਹਾਂ, ਇਹ ਲੜਾਈ 10 ਗੁਰੂਆਂ ਨੇ ਵੀ ਲੜੀ ਆ। ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਮੈਂ ਬੇਨਤੀ ਕਰਾਂਗਾ ਜਿਹੜੇ ਛਾਵੇਂ ਬੈਠੇ ਆ, ਉਹ ਸਾਡੇ ਗੁਰੂ ਤਾਂ ਤੱਤੀਆਂ ਤਵੀਆਂ ਤੇ ਬਹਿ ਗਏ ਸੀ ਛਾਲ ਮਾਰ ਕੇ, ਤੇ ਤੁਸੀਂ ਛਿੱਡਾਂ ਦੇ ਥੱਲੇ ਛਾਵੇਂ ਜਾਣ ਦੀ ਗੱਲ ਕਰਦੇ ਆਓ। ਮੈਂ ਸਲੂਟ ਕਰਦਾ ਉਹਨਾਂ ਬੀਬੀਆਂ ਨੂੰ ਜਿਹੜੀਆਂ ਧੁੱਪ ਵਿੱਚ ਗਰਮ ਸੜਕ ਤੇ ਬੈਠੀਆਂ,
ਜੇ ਹੱਕ ਲੈਣੇ ਆ ਨਾ, ਹੱਕ ਲੈਣੇ ਆ ਤਾਂ ਫਿਰ ਤੁਹਾਨੂੰ ਸਾਨੂੰ ਤਪ ਕਰਨਾ ਪਵੇਗਾ, ਸਾਨੂੰ ਜਥੇਬੰਦੀਆਂ ਨਾਲ ਸਾਨੂੰ ਸੰਗਠਨ ਮਜ਼ਬੂਤ ਕਰਨਾ ਪਵੇਗਾ। ਇਸ ਜਦੋਂ ਵੀ ਕਿਸੇ ਤੇ ਜ਼ੁਲਮ ਹੁੰਦਾ, ਅਸੀਂ ਚੰਗੇ ਭਲੇ ਜਾਣਦੇ ਵੀ ਅੱਖਾਂ ਮੀਚ ਕੇ ਬੈਠ ਜਾਂਦੇ ਵੀ ਛੱਡੋ ਪਰ ਆਪਾਂ ਕੀ ਲੈਣ ਜਾਣਾ, ਇਹ ਤਾਂ ਫਲਾਣੇ ਬੈਠੇ ਆ। ਮੈਂ ਕਹਾਂਗਾ ਕਿ ਜਥੇਬੰਦੀ ਚਾਹੇ ਕੋਈ ਵੀ ਹੋਵੇ, ਜ਼ੁਲਮ ਦੇ ਵਿਰੁੱਧ ਲੜਾਈ ਲੜਦੀ ਹੋਵੇ ਤੇ ਸਾਨੂੰ ਪਾਰਟੀਆਂ ਤੋਂ ਉੱਚੇ ਉੱਠ ਕੇ ਵੀ ਸਾਨੂੰ ਜਥੇਬੰਦੀ ਦਾ ਸਾਥ ਦੇਣਾ ਚਾਹੀਦਾ, ਕਿਉਂਕਿ ਜ਼ੁਲਮ ਹੁੰਦਾ ਹੀ ਤਾਂ ਅਸੀਂ ਇਹਨਾਂ ਗੱਲਾਂ ਤੋਂ ਹਦੂਰੇ ਆ, ਅਸੀਂ ਵੰਡੇ ਹੋਏ ਆ। ਸਮੇਂ ਦੇ ਚਲਾਕ ਲੋਕਾਂ ਨੇ ਇਸ ਦੁਨੀਆ ਤੇ, ਇਸ ਧਰਤੀ ਤੇ ਬੜੀ ਵੱਡੀ ਵੰਡ ਕੀਤੀ ਆ। ਆਦਿਵਾਸੀ ਲੋਕਾਂ ਨੂੰ ਖੇਰੂ ਖੇਰੂ ਕੇ ਕੀਤਾ, ਧਰਮੀ ਲੋਕਾਂ ਨੂੰ ਖੇਰੂ ਖੇਰੂ ਕੀਤਾ। ਪਹਿਲਾਂ ਧਰਮਾਂ 'ਚ ਵੰਡਿਆ, ਫਿਰ ਜਾਤਾਂ 'ਚ ਵੰਡਿਆ, ਫਿਰ ਗੋਤਾਂ 'ਚ ਵੰਡਿਆ ਕਿ ਇਹ ਕਿਤੇ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਖਾਤਰ ਲੜ ਨਾ ਲੈਣ ਕਿਤੇ। ਤਾਂ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹੁੰਦਾ, ਉਹ ਜ਼ੁਲਮ ਵਾਲੇ ਜ਼ਾਲਮ ਦਾ ਨਾਂ ਲੈਣ ਤੋਂ ਪਹਿਲਾਂ, ਕਿ ਇਸ ਦੇਸ਼ ਵਿੱਚ ਮਨੂ ਸਿਮਰਤੀ, ਇੱਕ ਰਾਜੇ ਨੇ ਇੱਕ ਮਨੂ ਸਿਮਰਤੀ ਲਿਖੀ ਸੀ। ਉਸ ਦੇ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਰੱਖੋ ਲਿਖਿਆ ਸੀ, ਔਰ ਸ਼ੂਦਰ ਨੂੰ ਪਸ਼ੂ ਦੇ ਬਰਾਬਰ ਰੱਖੋ ਲਿਖਿਆ ਸੀ। ਤਾਂ ਮੈਂ ਕਹਾਂਗਾ, ਇੱਕ ਇਸ ਦੁਨੀਆ ਤੇ ਵਿਦਵਾਨ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜੀ ਆਏ, ਉਹਨਾਂ ਨੇ ਮਨੂ ਸਿਮਰਤੀ ਗ੍ਰੰਥ ਨੂੰ ਅੱਗ ਲਾਈ ਕਿ ਇਹੋ ਜਿਹਾ ਸਾਨੂੰ ਗ੍ਰੰਥ ਚਾਹੀਦਾ ਨਹੀਂ ਕਿ ਜਿਹੜਾ ਨਫ਼ਰਤ ਪੈਦਾ ਕਰਦਾ ਹੋਵੇ ਲੋਕਾਂ 'ਚ, ਇਨਸਾਨੀਅਤ 'ਚ। ਉਹਨਾਂ ਨੇ ਸੰਵਿਧਾਨ ਲਿਖ ਕੇ, ਸੰਵਿਧਾਨ 'ਚ ਜਿਹੜੀ ਔਰਤ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਰੱਖੋ ਲਿਖਿਆ ਸੀ। ਔਰਤ ਚਾਹੇ ਕਿਸੇ ਵੀ ਉੱਚੇ ਧਰਮ ਨਾਲ ਸੰਬੰਧਿਤ ਹੋਵੇ, ਉੱਚੀ ਜਾਤੀ ਨਾਲ ਸੰਬੰਧਿਤ ਹੋਵੇ, ਉਹਨੇ ਉਸ ਔਰਤ ਨੂੰ ਜਿਹਨੂੰ ਪੈਰ ਦੀ ਜੁੱਤੀ ਦੇ ਬਰਾਬਰ ਲਿਖਿਆ ਸੀ, ਮੰਨ ਲਓ ਕਿਹਾ ਸੀ, ਬਾਬਾ ਸਾਹਿਬ ਨੇ ਉਹਨੂੰ ਪਿੰਡ ਦੀ ਪੰਚ, ਸਰਪੰਚ, MLA, MP ਤੇ ਦੇਸ਼ ਦੀ ਰਾਣੀ ਬਣਨ ਦੇ ਖਿਤਾਬ ਲੈ ਕੇ ਦਿੱਤੇ ਆ ਸੰਵਿਧਾਨ 'ਚ। ਔਰਤ ਚਾਹੇ ਕਿਸੇ ਵੀ ਉੱਚੀ ਜਾਤੀ ਨਾਲ ਸੰਬੰਧਿਤ ਹੋਵੇ, ਉਹਨੂੰ ਪੈਰ ਦੀ ਜੁੱਤੀ ਦੇ ਬਰਾਬਰ ਰੱਖੋ ਕਿਹਾ ਸੀ। ਇਸੇ ਤਰ੍ਹਾਂ ਗੁਰੂ ਬਾਬਾ ਨਾਨਕ ਦੇਵ ਜੀ ਨੇ ਔਰਤ ਨੂੰ ਗੁਰੂ ਗ੍ਰੰਥ ਸਾਹਿਬ 'ਚ ਬੜੀ ਮਾਨਤਾ ਦਿੱਤੀ ਆ ਕਿ ਸੋ ਕੋ ਮੰਦਾ ਆਖੀਏ ਜਿਤ ਜੰਮੇ ਰਜਾਨ। ਇਸ ਕਰਕੇ ਨਫ਼ਰਤ ਵਾਲਾ ਜਿਹੜਾ ਰਾਜ ਆ, ਉਹ ਸਾਡੇ ਲਈ ਬਹੁਤ ਮਾੜਾ, ਕਿਉਂਕਿ ਜੇ ਰਾਜ ਭਾਗ ਦੀ ਗੱਲ ਕਰੀਏ ਤਾਂ ਅਸੀਂ ਬਾਕੀ ਰਾਜਾਂ ਤੋਂ ਦੁਖੀ ਹੋ ਕੇ ਅਸੀਂ ਇੱਕ ਨਵਾਂ ਮੋੜ ਮੁੜੇ ਸੀ। ਕਹਿੰਦੇ ਸੀ ਆਮ ਆਦਮੀ ਦੀ ਸਰਕਾਰ ਬਣਾਵਾਂਗੇ ਤੇ ਆਨੰਦ ਲਵਾਂਗੇ। ਆਨੰਦ ਦਿੱਤਾ ਸਾਨੂੰ ਆਮ ਆਦਮੀ ਦੀ ਸਰਕਾਰ ਨੇ। ਅਸੀਂ ਬੈਠੇ ਹੋਣਾ ਸੀ, ਸਾਡੀਆਂ ਧੀਆਂ ਭੈਣਾਂ ਨੇ, ਇਹਨਾਂ ਨੇ ਆਪਣੇ ਪੱਖੇ ਦੇ ਥੱਲੇ ਬੈੱਡ ਤੇ ਬੈਠੇ ਹੋਣਾ ਸੀ। ਅੱਜ ਸਾਡੀਆਂ ਉਹਨਾਂ ਧੀਆਂ ਭੈਣਾਂ ਨੂੰ ਸੜਕ ਤੱਤੀ ਤੇ ਬੈਠਣਾ ਪਿਆ। ਇਹ ਨਵੀਂ ਆਈ ਸਰਕਾਰ ਬਦਲੀ ਦੇ ਰੰਗ ਵੇਖ ਲਓ। ਓਏ ਆਮ ਆਦਮੀ ਨੇ ਸਰਕਾਰ ਤਾਂ ਬਣਾਤੀ, ਪਰ ਜਿਹੜਾ ਆਮ ਆਦਮੀ ਆ ਉਹਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਪਿੰਡ ਕਾਮਲਾਲਾ ਦੇ ਵਿੱਚ ਪਹੁੰਚੇ ਹਾਂ। ਇੱਥੇ ਸਰਦਾਰ ਗੁਰਜੀਤ ਸਿੰਘ ਜੀ ਸਾਦਕ ਤੋਂ ਜ਼ਿਲ੍ਹਾ ਪ੍ਰਧਾਨ ਪਹੁੰਚੇ ਆ ਸਮਾਜ ਦੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਕਿਸ ਵਿਸ਼ੇ ਤੇ ਅੱਜ ਇਕੱਠੇ ਹੋਏ ਆ ਤੇ ਕੀ ਬੇਨਤੀ ਕਰਨੀ ਚਾਹੁੰਦੇ ਆ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਸਾਡੇ ਬੌਰੀਆ ਸਮਾਜ ਨਾਲ ਹੋਇਆ,
ਸਰਾਸਰ ਬਹੁਤ ਹੀ ਅਨਿਆਏ ਅਤੇ ਧੱਕਾ ਹੋਇਆ। ਪਿੰਡ ਕਾਬਲ ਵਾਲੇ ਅਸੀਂ ਅੱਜ ਪਹੁੰਚੇ ਹਾਂ ਸ੍ਰੀ ਵਾਹਿਗੁਰੂ ਦੇ ਘਰ। ਉਹਨਾਂ ਦਾ ਪਰਿਵਾਰ ਸਾਡੇ ਨਾਲ ਹੈ ਤੇ ਉਹਨਾਂ ਨੇ ਸਾਨੂੰ ਦੁੱਖ ਜਿਹੜਾ ਦੱਸਿਆ। ਜਿਹੜਾ ਥਾਣੇਦਾਰ ਪਰਵਿੰਦਰ ਸਿੰਘ ਹੈ, ਉਹਨੇ ਕਿਸੇ ਝਗੜੇ ਵਿੱਚ, ਪਿੰਡ ਦਾ ਝਗੜਾ ਸੀਗਾ, ਉਹਨੇ ਬੁਲਾਇਆ। ਵਾਹਿਗੁਰੂ ਪਹਿਲਾਂ ਵੀ ਥਾਣੇ ਦੇ ਵਿੱਚ ਜਾਂਦਾ ਰਹਿੰਦਾ ਹੈ ਤੇ ਜਿਹੜੇ ਫੈਸਲੇ ਕਰਾਉਂਦਾ ਰਹਿੰਦਾ ਪਿੰਡ ਦੇ, ਤੇ ਉਹਨਾਂ ਨੇ ਕਿਸੇ ਰੰਜਿਸ਼ ਦੇ ਨਾਲ ਉਹਨੂੰ ਕਮਰੇ ਵਿੱਚ ਬੰਦ ਕੀਤਾ ਤੇ ਆ ਸਿਆਸਤ ਨਾਲ, ਜਿਹੜੀ ਆਪਦੀ ਗੰਦੀ ਨੀਤੀ ਨਾਲ ਦੂਜਿਆਂ ਬੰਦਿਆਂ ਨੂੰ, ਜਿਹੜੀ ਸੰਗਤ ਸੀਗੀ, ਪੰਚਾਇਤ ਸੀ, ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਉਹਦੀ ਕੁੱਟਮਾਰ ਜਿਹੜੀ ਹੈ ਸ਼ੁਰੂ ਕਰ ਦਿੱਤੀ। ਤਾਂ ਸੰਗਤ ਨੂੰ ਚੀਕ ਚਿੰਗਾੜ ਜਦੋਂ ਸੁਣੀ, ਬਾਹਰ ਪੰਚਾਇਤ ਖੜੀ ਸੀ, ਤਾਂ ਉਹਨਾਂ ਨੇ ਦਰਵਾਜ਼ਾ ਭੰਨ ਕੇ ਵਾਹਿਗੁਰੂ ਨੂੰ ਬਾਹਰ ਕੱਢਿਆ। ਉਦੋਂ ਉਹਦੇ ਵਾਲ ਖਿਲਰੇ ਸੀਗੇ ਤੇ ਜਿਹੜੀ ਉਹਦੇ ਕੇਸਾਂ ਦੀ ਜਿਹੜੀ ਬੇਅਦਬੀ ਹੋ ਰਹੀ ਸੀਗੀ ਤੇ ਕੇਸ ਖਿਲਰੇ ਸੀ ਤੇ ਉਹਨਾਂ ਦੀ ਜਿਹੜੀ ਪੱਗ ਦਸਤਾਰ ਸੀ ਜਿਹੜੀ ਉਹ ਉਤਰੀ ਹੋਈ ਸੀਗੀ। ਉਹਨਾਂ ਨੇ ਖਿੱਚ ਕੇ ਜਦੋਂ ਸੜਕ ਤੇ ਬਾਹਰ ਲਿਆਂਦਾ ਤਾਂ ਥਾਣੇਦਾਰ ਜਿਹੜਾ ਮਗਰ ਹੀ ਆਇਆ, ਉਹ ਕਹਿ ਰਿਹਾ ਕਿ ਮੇਰੇ ਨਾਲ ਤੇਰਾ ਪੰਗਾ ਪਿਆ ਹੁਣ। ਤੇ ਇਹਨਾਂ ਨੇ ਜਿਹੜੀ ਵਰਦੀ ਪਾੜੀ ਕਹਿ ਰਹੇ ਇਹ, ਉਹ ਬੰਦਾ ਇਹਨਾਂ ਦੇ ਨਾਲ ਖੜਾ ਹੈ, ਜਮਾਂ ਕੋਈ ਵਰਦੀ ਨਹੀਂ ਪਾਟੀ। ਸਾਰੇ ਉਹਦੇ ਜਿਹੜੇ ਇੱਥੋਂ ਲੱਗੇ ਆ, ਪੀਤੀਆਂ ਜਿਹੜੀਆਂ ਲੱਗੀਆਂ ਹੋਈਆਂ ਉਹਦੀਆਂ, ਤੇ ਉਹਨਾਂ ਨੇ ਕੋਈ ਵਰਦੀ ਨਹੀਂ ਪਾੜੀ। ਨਜਾਇਜ਼ ਇਹਨਾਂ ਨੇ ਬਾਅਦ 'ਚ ਸੋਚੀ ਸਮਝੀ ਸਿਆਸਤ ਨਾਲ ਬਹਿ ਕੇ ਠੰਡਾ ਪਾਣੀ ਪੀ ਕੇ ਇਹਨਾਂ ਨੇ ਕਿਹਾ ਵੀ ਸਾਡੇ ਤੋਂ ਤਾਂ ਗਲਤ ਕੰਮ ਹੋ ਗਿਆ, ਹੁਣ ਇਹਦਾ ਬਚਾਅ ਕਿਵੇਂ ਕੀਤਾ ਜਾਵੇ। ਇਹਨਾਂ ਨੇ ਇੱਕ ਜਿਹੜਾ ਨਾਲ ਖੜਾ ਸੀਗਾ ਮੁਲਾਜ਼ਮ, ਉਹਦੀ ਵਰਦੀ ਪਾੜੀ ਤੇ ਵੀਡੀਓ ਬਣਾਈ। ਵੀਡੀਓ ਬਣਾ ਕੇ ਇਹਨਾਂ ਨੇ ਪਾਤੀ ਕਿ ਸਾਡੀ ਵਰਦੀ ਪਾੜੀ ਹੈ। ਇਹਨਾਂ ਨੇ, ਵਾਹਿਗੁਰੂ ਨੇ ਸਾਡੀ ਵਰਦੀ ਪਾੜੀ ਮੁਲਾਜ਼ਮ ਦੀ ਥਾਣੇ ਦੇ ਵਿੱਚ। ਤਾਂ ਸਤਿਕਾਰ, ਵਾਹਿਗੁਰੂ ਨੇ ਵਰਦੀ ਨਹੀਂ ਪਾੜੀ, ਨਹੀਂ ਵਾਹਿਗੁਰੂ ਨੇ, ਇਹਨਾਂ ਨੇ ਆਪ ਪਾੜੀ ਹੈ। ਕੈਮਰੇ ਥਾਣੇ ਵਿੱਚ, ਚੌਂਕੀ ਵਿੱਚ ਲੱਗੇ ਹੁੰਦੇ ਆ, ਇਹ ਕੈਮਰੇ ਆਪਦੇ ਦਿਖਾਉਣ ਕਿੱਥੇ ਵਰਦੀ ਪਾੜੀ ਹੈ। ਜੇ ਵਾਹਿਗੁਰੂ ਨੇ ਵਰਦੀ ਪਾੜੀ ਹੈ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਦੇ ਹੱਕ ਵਿੱਚ ਖੜਾਂਗੇ। ਜੇ ਨਜਾਇਜ਼ ਪਰਚਾ ਇਹਨਾਂ ਨੇ ਕੱਟਿਆ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇਹਨਾਂ ਨੇ ਆਪਦੀ ਵਰਦੀ ਖੁਦ ਪਾੜ ਕੇ ਇਹ ਉੱਥੇ ਇਹਨਾਂ ਨੇ ਉਦੋਂ ਹੀ ਪਰਚਾ ਵਾਹਿਗੁਰੂ ਤੇ ਦੇਤਾ। ਜੇ ਉੱਥੇ ਵਰਦੀ ਵਾਹਿਗੁਰੂ ਦੀ ਪਾਰਟੀ ਹੁੰਦੀ ਜਾਂ ਪਾੜੀ ਹੁੰਦੀ ਤਾਂ ਪੁਲਿਸ ਉੱਥੇ ਵਾਹਿਗੁਰੂ ਨੂੰ ਉੱਥੋਂ ਨਿਕਲ ਨਹੀਂ ਦੇਣਾ ਸੀ, ਵਾਹਿਗੁਰੂ ਨੂੰ। ਤੇ ਇਹਨਾਂ ਨੇ ਸੜਕ ਤੇ ਵੇਖ ਲਓ, ਵਾਹਿਗੁਰੂ ਆ ਗਿਆ ਤੇ ਸੜਕ ਤੋਂ ਘਰੇ ਆ ਗਿਆ ਆਪਣੇ, ਤੇ ਉਹ ਬੰਦੇ ਨੂੰ ਅੰਦਰ ਲਿਜਾ ਕੇ ਉਹਦੀ ਵਰਦੀ ਪਾੜ ਕੇ ਪਰਚਾ ਪਾਇਆ ਗਿਆ। ਝੂਠਾ ਪਰਚਾ ਹੈ, ਇਹ ਪਰਚਾ ਰੱਦ ਹੋਣਾ ਚਾਹੀਦਾ। ਸਾਡੀ ਇਹੀ ਸਾਰੇ ਸਿੱਖ ਜਥੇਬੰਦੀਆਂ ਨੂੰ, ਬੌਰੀਆ ਸਿੱਖ ਸਮਾਜ ਨੂੰ, ਸਾਡੇ ਭਾਈਚਾਰੇ ਨੂੰ ਬੇਨਤੀ ਹੈ ਇਸ ਵੀਡੀਓ ਰਾਹੀਂ ਕਿ ਭਾਈ, ਜੇ ਸਾਡਾ ਜਿਹੜਾ ਸਮਾਜ ਹੈ ਉਹ ਦਬਲਿਆ ਕੁਚਲਿਆ ਸਮਾਜ ਹੈ, ਪਹਿਲਾਂ ਹੀ ਇਹ ਗਰੀਬੀ ਰੇਖਾ ਤੋਂ ਬਹੁਤ ਥੱਲੇ ਹੈ, ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਸੰਯੋਗ ਦੇਣਾ ਚਾਹੀਦਾ। ਜਥੇਬੰਦੀਆਂ ਨੂੰ ਬੇਨਤੀ ਹੈ, ਜਥੇਬੰਦੀਆਂ ਨੂੰ ਅਤੇ ਬੌਰੀਆ ਸਿੱਖ ਭਾਈਚਾਰੇ ਨੂੰ, ਕਿ ਫਰੀਦਕੋਟ 2 ਤਰੀਕ ਨੂੰ ਭਗਤ ਸ਼ਹੀਦ ਸਿੰਘ ਦੇ ਘੰਟਾ ਘਰ ਕੋਲੇ ਜਿਹੜਾ ਪਾਰਕ ਬਣਿਆ, ਉੱਥੇ ਅਸੀਂ 9:30 ਵਜੇ ਪਹੁੰਚਣਾ ਹੈ। ਤੇ ਸਾਰੇ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਪਹੁੰਚੋ, ਤਾਂ ਜੋ ਅਸੀਂ ਆਪਣਾ ਜਿਹੜਾ ਬਣਦਾ ਹੱਕ, ਇਨਸਾਫ ਵਾਹਿਗੁਰੂ ਨੂੰ ਦਵਾ ਸਕੀਏ। ਜੇਕਰ ਜਿਹੜੀ ਦਸਤਾਰ ਇਹਦੀ ਲਾਈ ਸੀ, ਉਹ ਦਸਤਾਰ ਤੁਸੀਂ ਲੈ ਆਂਦੀ ਹੈ ਜਾਂ ਪੁਲਿਸ ਨੇ ਦੇ ਦਿੱਤੀ? ਨਹੀਂ ਜੀ, ਪੁਲਿਸ ਦੇ ਕੋਲ ਹੈ? ਨਹੀਂ ਜੀ, ਉਹ ਦਸਤਾਰ ਨਹੀਂ ਦਿੱਤੀ ਗਈ, ਉਹ ਪੁਲਿਸ ਕੋਲੇ ਹੀ ਹੈ। ਦਸਤਾਰ ਅੰਦਰ ਪਈ ਸੀ, ਉਵੇਂ ਉਹਨਾਂ ਕੋਲੇ ਹੈ। ਮੋਬਾਈਲ ਜਿਹੜਾ ਬਟੂਆ ਸੀਗਾ ਉਹ ਉਹਨਾਂ ਕੋਲੇ ਹੈ। ਜਿਹੜਾ ਮੋਬਾਈਲ ਹੈ ਉਹ ਦੇਤਾ ਸੀ ਉਹਨਾਂ ਨੇ। ਨਹੀਂ ਦਿੱਤਾ, ਉਹ ਮੋਬਾਈਲ ਵੀ ਨਹੀਂ ਦਿੱਤਾ ਉਹਨਾਂ ਨੇ, ਨਹੀਂ ਦਿੱਤਾ। ਉਹ ਮੈਨੂੰ ਬਾਅਦ ਚ ਦੱਸਿਆ ਵੀ ਨਹੀਂ ਦਿੱਤਾ ਮੋਬਾਈਲ ਵੀ। ਸਾਰਾ ਕੁਝ ਉਹਨਾਂ ਕੋਲੇ ਹੈ, ਠੀਕ ਹੈ। ਉਹਨਾਂ ਨੇ ਕੁਝ ਵੀ ਨਹੀਂ ਦਿੱਤਾ ਸਾਨੂੰ। ਠੀਕ ਹੈ। ਹੁਣ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪ੍ਰਸ਼ਾਸਨ ਤੋਂ ਕੀ ਉਮੀਦ, ਵੀ ਪ੍ਰਸ਼ਾਸਨ ਤੁਹਾਡਾ ਕੋਈ ਹੱਲ ਕਰਦਾ ਹੈ ਕਿ ਉਹਨਾਂ ਤੋਂ ਕੀ ਮੰਗ? ਦੇਖੋ ਜੀ, ਪ੍ਰਸ਼ਾਸਨ ਤੋਂ ਸਾਨੂੰ ਕੋਈ ਆਸ ਨਹੀਂ ਹੈਗੀ। ਪ੍ਰਸ਼ਾਸਨ ਜਿਹੜਾ ਪ੍ਰਸ਼ਾਸਨ ਹੈ ਉਹ ਪੁਲਿਸ ਦੀ ਕਰਦੀ ਹੁੰਦੀ ਹੈ, ਠੀਕ ਹੈ। 5 ਬੰਦੇ ਇਹ 5 ਮੁਲਾਜ਼ਮ ਹੈ, 5 ਨੇ ਫੜ ਕੇ ਕੁੱਟਿਆ ਉਹਨਾਂ ਦੇ ਸਾਨੂੰ ਜਿਹੜੀ ਪ੍ਰਸ਼ਾਸਨ ਹੈ ਉਹਦੇ 'ਤੇ ਕੋਈ ਯਕੀਨ ਨਹੀਂ ਹੈਗਾ। ਐਸਐਸਪੀ ਸਾਹਿਬ ਨੂੰ ਅਸੀਂ ਮਿਲ ਆਏ ਹਾਂ, ਉਹਨਾਂ ਨੇ ਸਾਡੀ ਖਾਸ ਕਰਕੇ ਕੋਈ ਗੱਲ ਧਿਆਨ 'ਚ ਨਹੀਂ ਲੈਂਦੀ, ਨਾ ਉਹਨਾਂ ਨੇ ਸੁਣੀ ਹੈ, ਠੀਕ ਹੈ ਜੀ। ਤਾਂ ਇਸ ਕਰਕੇ ਸਾਨੂੰ ਇਸ 2 ਤਰੀਕ ਨੂੰ ਧਰਨਾ ਲਾਉਣ ਦੀ ਸਾਨੂੰ ਮਤਲਬ ਜ਼ਰੂਰਤ ਪਈ ਹੈ, ਕਿਉਂਕਿ ਜੇ ਸਾਡੀ ਸਾਹਿਬ ਨੇ ਸੁਣ ਲਈ ਹੁੰਦੀ ਤਾਂ ਸਾਨੂੰ ਇਹ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ ਸੀਗੀ। ਅਸੀਂ ਮਜਬੂਰ ਹਾਂ, ਸਾਨੂੰ ਹੱਕ ਨਹੀਂ ਮਿਲ ਰਿਹਾ, ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਇਸ ਕਰਕੇ ਅਸੀਂ 2 ਤਰੀਕ ਦਾ ਧਰਨਾ ਰੱਖਿਆ। ਠੀਕ ਹੈ। ਹਾਂ ਸਿੰਘ ਸਾਹਿਬ,
ਤੁਸੀਂ ਆਪਦਾ ਨਾਮ ਦੱਸੋ ਤੇ ਦੱਸੋ ਵੀ ਤੁਹਾਡੇ ਕੀ ਵਿਚਾਰ ਨੇ, ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ। ਮੈਂ ਜੀ ਸਤਨਾਮ ਸਿੰਘ ਵਾਹਿਗੁਰੂ ਸਿੰਘ ਦਾ ਵੱਡਾ ਭਾਈ ਬੋਲਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਹਾਂਜੀ ਸਿੰਘ ਸਾਹਿਬ, ਤੁਸੀਂ ਅੱਜ ਇਕੱਠੇ ਹੋਏ ਹੋ, ਸੰਗਤ ਇਕੱਠੀ ਹੋਈ ਹੈ ਪਿੰਡ ਕਮਲ ਵਾਲੇ ਦੇ ਵਿੱਚ, ਤੁਹਾਡੇ ਪਿੰਡ ਦੇ ਵਿੱਚ ਕੀ ਮਸਲਾ ਹੈ ਤੇ ਕਿਉਂ ਇਕੱਠੇ ਹੋਏ ਆ ਅੱਜ ਆਪਾਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਵਾਹਿਗੁਰੂ ਸਿੰਘ ਦੀ ਵੀਡੀਓ ਵਾਇਰਲ ਹੋ ਰਹੀ ਹੈ, ਠੀਕ ਹੈ ਜੀ। ਉਸ ਦੇ ਸਬੰਧ ਵਿੱਚ ਅਸੀਂ ਇਕੱਠੇ ਹੋਏ ਆ ਪਿੰਡ ਕਾਬਲ ਵਾਲਾ। ਸਾਡੇ ਕੋਲੇ ਜਥੇਦਾਰ ਆਏ ਆ ਸਾਰੇ, ਠੀਕ ਆ। ਉਸ ਦੇ ਸਬੰਧ ਵਿੱਚ ਅਸੀਂ ਇਕੱਠੇ ਹੋਏ ਆ ਕਿਉਂਕਿ ਵਾਹਿਗੁਰੂ ਸਿੰਘ ਜੋ ਕਿ ਇੱਕ ਸਮਾਜ ਸੇਵੀ ਬੰਦਾ ਹੈ, ਉਹ ਕਿ ਇੱਕ ਕਿਸੇ ਦੇ ਰਾਜੀਨਾਮੇ ਲਈ ਚੌਂਕੀ ਦੇ ਵਿੱਚ ਗਿਆ ਸੀ, ਠੀਕ ਆ। ਉੱਥੇ ਉਸ ਨੂੰ ਅੰਦਰ ਵਾੜ ਕੇ ਥਾਣੇਦਾਰ ਪਲਵਿੰਦਰ ਸਿੰਘ ਹੈਪੀ, 4 ਮੁਲਾਜ਼ਮ, ਉਹਨਾਂ ਨੇ ਉਸ ਦੀ ਦਸਤਾਰ ਤੇ ਵਾਲਾਂ ਦੀ ਬੇਅਦਬੀ ਕੀਤੀ, ਉਸ ਨੂੰ ਕੁੱਟਿਆ ਗਿਆ, ਠੀਕ ਆ। ਉਸ ਤੋਂ ਬਾਹਰ ਆ ਕੇ ਉਹਨਾਂ ਪ੍ਰਦਰਸ਼ਨ ਕੀਤਾ ਗਿਆ, ਠੀਕ ਆ। ਉਸ 'ਤੇ ਜੀ ਉਹਨਾਂ ਨੇ ਝੂਠਾ ਪਰਚਾ ਪਾਤਾ ਕਿਉਂਕਿ ਆਪ ਦੀ ਗਲਤੀ ਛੁਪਾਉਣ ਖਾਤਰ। ਜੋ ਕਿ ਉਸ ਟਾਈਮ ਉਹ ਮੁੰਡਾ ਜਿਹੜਾ ਅਮਨਦੀਪ ਸਿੰਘ ਹੌਲਦਾਰ, ਉਹ ਸਹੀ ਸਲਾਮਤ ਖੜਾ, ਉਹ ਉਸ ਦੀ ਵੀਡੀਓ ਬਣਾ ਰਿਹਾ, ਠੀਕ ਆ। ਉਸ ਤੋਂ ਬਾਅਦ ਵਾਹਿਗੁਰੂ ਅੰਦਰ ਨਹੀਂ ਗਿਆ, ਉਹਨਾਂ ਨੇ ਜਾਣ ਕੇ ਉਸ ਤੋਂ ਬਾਅਦ ਆਪ ਹੀ ਇਹ ਕਾਰਵਾਈ ਆਪ ਦੀ ਗਲਤੀ ਨੂੰ ਛੁਪਾਉਣ ਲਈ ਉਹਨਾਂ ਨੇ ਆਪ ਹੀ ਵਰਦੀ ਪਾੜ ਕੇ ਆਪ ਹੀ ਪੇਸ਼ ਹੋਇਆ, ਠੀਕ ਆ। ਉਸ 'ਤੇ ਵਿਚਾਰੇ 'ਤੇ ਉਸ ਨੂੰ ਫਸਾਉਣ ਖਾਤਰ ਬੇਨਤੀ। ਜਿਹੜੀ ਤੁਹਾਡੇ ਇਹਨਾਂ ਦੀ ਵੀਡੀਓ ਵਾਇਰਲ ਹੋਈ ਏ, ਜਿਹੜੀ ਵਰਦੀ ਪਾਰਟੀ ਦੀ ਥਾਣੇਦਾਰ ਕਹਿ ਰਿਹਾ ਹੈ ਜਾਂ ਪ੍ਰਸ਼ਾਸਨ ਕਹਿ ਰਿਹਾ ਹੈ, ਉਹ ਉਹਨਾਂ ਨੇ ਵੀਡੀਓ ਪੇਸ਼ ਕੀਤੀ ਹੈ ਜਾਂ ਤੁਹਾਡੇ ਸਾਹਮਣੇ ਵੀ ਗੁਰੂ ਸਿੰਘ ਉਹਦੀ ਵਾਕਈ ਵਰਦੀ ਪਾੜ ਰਿਹਾ ਕਿ ਨਹੀਂ ਆਈ? ਨਹੀਂ ਜੀ, ਉਹਦੀ ਉਹਨਾਂ ਨੇ ਕੋਈ ਵੀਡੀਓ, ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਵੀਡੀਓ ਵਿਖਾ ਦਿਓ, ਅਸੀਂ ਤੁਹਾਡਾ ਪ੍ਰਸ਼ਾਸਨ ਨੂੰ ਕਿਹਾ ਵੀ ਸਾਥ ਦੇਵਾਂਗੇ, ਸਾਨੂੰ ਦਿਖਾਓ ਵੀ ਕਿੱਥੇ ਵਾਹਿਗੁਰੂ ਸਿੰਘ ਉਹਦੀ ਵਰਦੀ ਪਾੜ ਰਿਹਾ। ਉਹਨਾਂ ਨੇ ਨਜਾਇਜ਼ ਉਹਦੇ 'ਤੇ ਕੰਮ, ਨਜਾਇਜ਼ ਕੀਤਾ ਉਹਦੇ 'ਤੇ ਵਾਹਿਗੁਰੂ ਸਿੰਘ 'ਤੇ ਵੀਡੀਓ ਵਿਖਾ। ਬਲਵਿੰਦਰ ਸਿੰਘ ਆ ਹਾਂ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ, ਅਸੀਂ ਪ੍ਰਸ਼ਾਸਨ ਕੋਲ ਵੀ ਗਏ, ਕੋਈ ਇਨਸਾਫ ਨਹੀਂ ਮਿਲਿਆ। ਇਸ ਲਈ ਅਸੀਂ 2 ਤਰੀਕ ਦਿਨ ਨੂੰ ਨੇੜੇ ਭਗਤ ਸਿੰਘ ਪਾਰਕ ਵਿੱਚ 9 ਵਜੇ ਇਕੱਠੇ ਹੋ ਰਹੇ ਹਾਂ ਅਤੇ ਅਸੀਂ ਅਪੀਲ ਕਰਦੇ ਹਾਂ ਕਿ ਸਾਡਾ ਬੌਰੀਆ ਸਿੱਖ ਸਮਾਜ ਅਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਸਾਥ ਦੇਣ, ਅਸੀਂ ਬਹੁਤ ਬਹੁਤ ਧੰਨਵਾਦ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਪਿਛਲੇ ਦਿਨੀ ਇੱਕ ਜ਼ਿਲ੍ਹਾ ਫਰੀਦਕੋਟ ਦੇ ਚੌਂਕੀ ਗੋਲੇਵਾਲ ਦੀ ਵੀਡੀਓ ਵਾਇਰਲ ਬੜੀ ਹੋ ਰਹੀ ਆ, ਅੱਜ ਚੱਲ ਰਹੀ ਆ। ਜੋ ਕਿ ਇੱਕ ਚੌਂਕੀ ਇੰਚਾਰਜ ਨੇ ਇੱਕ ਵਾਹਿਗੁਰੂ ਨਾਂ ਦੇ ਆਦਮੀ ਪਿੰਡ ਕਾਬਲਾਂ ਦਾ ਰਹਿਣ ਵਾਲਾ ਸੀਗਾ, ਜੋ ਕਿਸੇ ਦਰਖਾਸਤ 'ਤੇ ਗਿਆ ਸੀਗਾ ਆਪਣੀ ਫੈਸਲਾ ਕਰਾਉਣ ਵਾਸਤੇ। ਜੋ ਕਿ ਉੱਥੇ 2 ਪਾਰਟੀਆਂ ਦਾ ਫੈਸਲਾ ਕਰਾਉਣ ਦੀ ਬਜਾਏ ਵਾਹਿਗੁਰੂ ਸਿੰਘ ਨੂੰ ਉੱਥੋਂ ਦੇ ਚੌਂਕੀ ਇੰਚਾਰਜ ਤੇ ਕਿਹੜੇ ਮੁਲਾਜ਼ਮ ਸੀ ਉਹਨਾਂ ਚੁੱਕ ਕੇ ਅੰਦਰ ਕੁੱਟਮਾਰ ਕਰੀ, ਤੇ ਜੋ ਕਿ ਉਸ ਦੀ ਕੇਸਾਂ ਦੀ ਬੇਦਬੀ ਕੀਤੀ ਬਹੁਤ ਜ਼ਿਆਦਾ, ਜੋ ਕਿ ਸਾਰੀ ਦੁਨੀਆ ਨੇ ਵੀਡੀਓ ਉਹਨੇ ਵੇਖੀ ਆ। ਫਿਰ ਅਸੀਂ ਮਾਨ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ, ਤੁਸੀਂ ਬੜੇ ਵੱਡੇ ਦਾਅਵੇ ਕਰਦੇ ਸੀ ਕਿ ਪੁਲਿਸ ਬੜਾ ਇਨਸਾਫ ਕਰੂਗੀ, ਪੁਲਿਸ ਉਹ ਕਰੂਗੀ, ਪੁਲਿਸ ਇਹ ਕਰੂਗੀ। ਇਹ ਜਿਸ ਦੀ ਤੁਹਾਡੀ ਸਰਕਾਰ ਬਣੀ ਹੈ, ਤੁਹਾਡੀਆਂ ਕਰਤੂਤਾਂ ਸਾਰੀ ਦੁਨੀਆ ਵੇਖ ਰਹੀ ਆ। ਅੱਜ ਮੇਰੇ ਕੋਲ ਇੱਥੇ ਫਰੀਦਕੋਟ ਚੱਲ ਕੇ ਫਿਰੋਜ਼ਪੁਰ ਪਰਿਵਾਰ ਆਇਆ, ਮੇਰੇ ਪਿੰਡ ਵਿੱਚ ਆਇਆ, ਵਿਚਾਰੇ ਆਏ ਨੇ, ਉਸਦੀ ਧਰਮ ਪਤਨੀ ਤੇ ਉਸਦਾ ਕਿਹੜੇ ਪਿੰਡ ਦੇ ਲੋਕ ਆਏ ਨੇ, ਜੋ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਧੱਕਾ ਹੋਇਆ ਹੈ। ਜੋ ਕਿ ਉਹ ਵਾਹਿਗੁਰੂ ਸਿੰਘ ਤੇ ਝੂਠਾ ਪਰਚਾ ਦਰਜ ਕਰਤਾ ਹੈ, ਇੱਕ ਉਹਦੀ ਕੇਸਾਂ ਦੀ ਬੇਦਬੀ ਕੀਤੀ ਗਈ, ਇੱਕ ਚੌਂਕੀ ਵਿੱਚ ਉਸ ਨੂੰ ਕੁੱਟਮਾਰ ਕੀਤੀ ਗਈ ਆ। ਜੋ ਕਿ ਉਸ ਨੂੰ ਇਨਸਾਫ ਦਿਵਾਉਣ ਦੀ ਬਜਾਏ ਉਸ ਦੇ ਪਰਿਵਾਰ ਨੂੰ ਘਰੇ ਜਾ ਕੇ ਪੁਲਿਸ ਪ੍ਰਸ਼ਾਸਨ ਧਮਕੀਆਂ ਦੇ ਰਿਹਾ ਹੈ, ਮਗਰ ਲੱਗ ਕੇ ਭੱਜ ਰਿਹਾ, ਕਹਿੰਦੇ ਸਾਨੂੰ ਗੋਲੀ ਚਲਾਉਣ ਦਾ ਆਰਡਰ ਹੀ, ਗੋਲੀ ਚਲਾ ਦਿਆਂਗੇ, ਅਸੀਂ ਉਹਨੂੰ ਅਰੈਸਟ ਕਰਨਾ ਹੈ। ਮੈਂ ਸਵੇਰੇ ਵੀ SSP ਫਰੀਦਕੋਟ ਨਾਲ ਮੇਰੀ ਗੱਲ ਹੋਈ ਸੀ ਫੋਨ 'ਤੇ, ਮੈਂ ਕਿਹਾ ਮੈਡਮ ਤੁਸੀਂ ਇਨਸਾਫ ਕਰਕੇ ਇਨਕੁਆਇਰੀ ਕਰਕੇ ਉਸ ਬੰਦੇ ਦੇ ਕਿਹੜੇ ਬਣਦੀ ਕਾਰਵਾਈ ਕਰੋ, ਪਰ ਤੁਸੀਂ ਉਹਦੇ ਕਿਹੜੇ ਤੁਹਾਡੇ ਪੁਲਿਸ ਮੁਲਾਜ਼ਮ ਨੇ, ਸਾਰਾ ਗੁਨਾਹ ਉਹਨਾਂ ਦਾ ਆ ਰਿਹਾ ਹੈ। ਮੈਂ ਸਾਰੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਦਾ, ਹੱਥ ਜੋੜ ਕੇ ਸਮਾਜ ਸੇਵੀ ਸੰਸਥਾ ਨੂੰ,
ਇੱਕ ਇਹ ਘੱਟ ਗਿਣਤੀ ਨਾਲ ਸੰਬੰਧ ਰੱਖਣ ਵਾਲਾ ਪਰਿਵਾਰ ਆ, ਬੌਰੀਆ ਸਿੱਖ ਪਰਿਵਾਰ ਆ, ਜਿਨ੍ਹਾਂ ਨਾਲ ਧੱਕਾ ਹੋਇਆ ਹੈ। ਅੱਜ ਮੇਰੇ ਕੋਲ ਆਇਆ, ਮੇਰੇ ਪਿੰਡ ਮੇਰੇ ਘਰ ਵਿੱਚ ਆਇਆ ਪਰਿਵਾਰ ਫਰੀਦਕੋਟ ਤੋਂ ਚੱਲ ਕੇ। ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ, ਜਿੰਨੇ ਵੀ ਮੇਰੇ ਤੋਂ ਕੋਸ਼ਿਸ਼ ਕੀਤੀ ਗਈ ਗੁਰੂ ਗ੍ਰੰਥ ਸਤਿਕਾਰ ਕਮੇਟੀ ਵੱਲੋਂ, ਤੇ ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਜਿਹੜਾ ਇਹਦੇ ਦਸਤਾਰ ਲੱਥੀ ਆ ਜਾਂ ਕੇਸਾਂ ਦੀ ਬੇਦਬੀ ਹੋਈ ਆ, ਕਿੰਨੀ ਵੀ ਸਾਤੋਂ ਕੋਸ਼ਿਸ਼ ਹੋਈ, ਜਿਨ੍ਹਾਂ ਨੇ ਉਹਨਾਂ ਦੇ ਕੇਸਾਂ ਦੀ ਬੇਦਬੀ ਕੀਤੀ ਹੈ, ਦਸਤਾਰ ਦੀ ਬੇਦਬੀ ਕੀਤੀ ਆ, ਅਸੀਂ ਬਿਲਕੁਲ ਇਸ ਪਰਿਵਾਰ ਨੂੰ ਮੈਂ ਵਿਸ਼ਵਾਸ ਦਿਵਾਉਣਾ ਭੈਣ ਨੂੰ, ਇਸ ਪਰਿਵਾਰ ਨੂੰ, ਵੀ ਅਸੀਂ ਬਿਲਕੁਲ ਕੋਸ਼ਿਸ਼ ਕਰਕੇ ਸਾਰੀਆਂ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਛੇਤੀ ਹੀ ਫਰੀਦਕੋਟ ਦੇ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਕਰਾਂਗੇ। ਉਹਦੀ ਰੂਪਰੇਖਾ ਉਸ ਟਾਈਮ ਦੱਸੀ ਜਾਊਗੀ, ਚਾਹੇ ਚੌਂਕ ਤੇ ਧਰਨਾ ਲਾਉਣਾ ਜਾਂ ਥਾਣੇ ਕੇ ਲਾਉਣਾ ਜਾਂ ਐਸਐਸਪੀ ਦਫ਼ਤਰ ਕੇ ਲਾਉਣਾ ਹੈ, ਉਹ ਮੌਕੇ 'ਤੇ ਅਸੀਂ ਦੱਸਾਂਗੇ ਗੱਲ। ਫਿਰ ਮੈਂ ਡੀਜੀਪੀ ਪੰਜਾਬ ਤੇ ਔਰ ਭਗਵੰਤ ਮਾਨ ਜੋ ਮੁੱਖ ਮੰਤਰੀ ਪੰਜਾਬ ਨੂੰ ਇਹ ਗੱਲ ਦੱਸਣਾ ਚਾਹੁੰਦਾ, ਇਹ ਕਿਹੜੀ ਦਸਤਾਰਾਂ ਨੇ ਐਵੇਂ ਨਹੀਂ ਮਿਲੀਆਂ ਸਾਨੂੰ, ਇਹ ਸਾਡੇ ਵੱਡਿਆਂ ਨੇ, ਸਾਡੇ ਪੁਰਖਿਆਂ ਨੇ ਖੂਨ ਡੋਲਿਆ ਹੈ ਤੇ ਸ਼ਹਾਦਤਾਂ ਦੇ ਕੇ ਸਾਨੂੰ ਦਸਤਾਰ ਨਸੀਬ ਹੋਈ ਆ। ਜੇ ਤੁਹਾਡੀ ਪੁਲਿਸ ਇਸੇ ਤਰ੍ਹਾਂ ਦਸਤਾਰਾਂ ਦੀ ਬੇਦਬੀ ਕਰਦੀ ਰਹੀ ਜਾਂ ਕੇਸਾਂ ਦੀ ਬੇਦਬੀ ਕਰਦੀ ਰਹੀ ਤੇ ਅਸੀਂ ਗੱਲ ਕਦੀ ਬਰਦਾਸ਼ਤ ਨਹੀਂ ਕਰਾਂਗੇ। ਤੇ ਤੁਰੰਤ ਜਿਹੜੇ ਮੁਲਾਜ਼ਮਾਂ ਨੇ ਇਹ ਧੱਕਾ ਕੀਤਾ ਹੈ, ਇਨਕੁਆਇਰੀ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ, ਤੇ ਜੋ ਵਾਹਿਗੁਰੂ ਪਾਲ ਦੇ ਝੂਠਾ ਪਰਚਾ ਦਰਜ ਕੀਤਾ ਹੈ ਇਹਨੂੰ ਤੁਰੰਤ ਕੈਂਸਲ ਕੀਤਾ ਜਾਵੇ। ਨਹੀਂ ਤਾਂ ਅਸੀਂ ਫਰੀਦਕੋਟ ਦੇ ਵਿੱਚ ਛੇਤੀ ਹੀ ਵੱਡਾ ਇਕੱਠ ਕਰਨ ਦਾ ਪੂਰੀ ਕੌਮ ਨੂੰ, ਪੂਰੇ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਾਂਗਾ ਮੈਂ, ਵੀ ਜਿਹੜੀ ਕਾਲ ਦਈਏ ਅਸੀਂ ਉਸ ਕਾਲ 'ਤੇ ਫਰੀਦਕੋਟ ਪਹੁੰਚਣ ਦੀ ਕੋਸ਼ਿਸ਼ ਕਰੋ। ਮੇਰਾ ਨੰਬਰ ਹੈਗਾ 9814471395। ਕਿਸੇ ਵੀਰ ਨੇ ਗੱਲ ਕਰਨੀ ਵੀ ਮੇਰੇ ਨਾਲ ਕਰ ਸਕਦਾ ਹੈ। ਹੁਣ ਮੈਂ ਬੇਨਤੀ ਕਰਾਂਗਾ ਆ ਸਿੰਘ ਸਾਹਿਬ ਜੋ ਕਿ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਬਡਾਲਾ ਵੱਲੋਂ ਸਾਪੇ ਗਏ ਨੇ ਫਰੀਦਕੋਟ ਦਾ, ਔਰ ਫਿਰੋਜ਼ਪੁਰ ਦੇ ਨਾਲ ਲੈ ਕੇ ਆਏ ਨੇ ਮੇਰੇ ਕੋਲ, ਇਹ ਵੀ ਆਪਣੇ ਵਿਚਾਰ ਸੰਗਤਾਂ ਸਾਹਮਣੇ ਰੱਖਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਵਿੰਦਰ ਸਿੰਘ ਸਿੱਖ ਸਦਭਾਵਨਾ ਦਲ ਵੱਲੋਂ ਬੇਨਤੀ ਕਰਦਾ ਕਿ ਸੰਗਤ ਜੀ, ਜੋ ਸਾਡੇ ਨਾਲ ਸਮਾਜ ਨਾਲ ਹੋ ਰਿਹਾ ਹੈ ਇਹ ਗਲਤ ਹੋ ਰਿਹਾ ਹੈ। ਜੋ ਕਿ ਗਰੀਬ ਘਰ ਦਾ ਇੱਕ ਇਨਸਾਨ ਸੇਵਾ ਕਰਨ ਵਾਲਾ ਜਿਹੜਾ ਸੀ, ਉਹ ਕਿਸੇ ਵੀ ਲੜਾਈ ਝਗੜੇ ਦੇ ਸਬੰਧ ਦੇ ਵਿੱਚ ਗੋਲੇ ਵਾਲੇ ਚੌਂਕੀ ਗਿਆ, ਜਿੱਥੇ ਚੌਂਕੀ ਇੰਚਾਰਜ ਨੇ ਨਿਆਂ ਕਰਨ ਦੀ ਬਜਾਏ ਅਨਿਆਂ ਕੀਤਾ ਹੈ। ਅਸੀਂ ਸਾਰਿਆਂ ਸਿੱਖ ਸੰਗਤਾਂ ਨੂੰ, ਜਿੰਨੇ ਸਾਡੇ ਸਮਾਜ ਸੇਵੀ ਨੇ, ਸਾਰਿਆਂ ਨੂੰ ਅਪੀਲ ਕਰਦੇ ਹਾਂ, ਆਪਾਂ ਵੱਧ ਚੜ੍ਹ ਕੇ ਇਸ ਪਰਿਵਾਰ ਦੇ ਨਾਲ ਸਹਿਯੋਗ ਦਈਏ, ਜੋ ਕਿ ਇਹ ਸਾਡੇ ਨਾਲ ਪਰਿਵਾਰ ਨੂੰ ਧੱਕਾ ਹੋਇਆ ਹੈ, ਪਰਿਵਾਰ ਨਾਲ ਉਹਦਾ ਨਿਆਂ ਲੈ ਸਕੀਏ। ਜਿਹੜੀ ਵੀਡੀਓ ਬਣੀ ਹੈ, ਜਿਹੜੀ ਵਾਇਰਲ ਹੋਈ ਹੈ, ਉਹਦੇ ਵਿੱਚ ਜੇ ਚੌਂਕੀ ਇੰਚਾਰਜ ਹੈ ਉਹਦੇ ਕੋਲ ਕੈਮਰੇ ਲੱਗੇ ਨੇ, ਉਹ ਵੀਡੀਓ ਪੇਸ਼ ਕਰੇ। ਜੇ ਉਹ ਸੱਚਾ ਹੈ ਤਾਂ ਉਹਨੂੰ ਵੀਡੀਓ ਉਹ ਪੇਸ਼ ਕਰਨੀ ਚਾਹੀਦੀ ਹੈ, ਉਹ ਵੀ ਵਾਇਰਲ ਕਰੇ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ। ਉਹਦੇ ਕੋਲ ਕੋਈ ਸਬੂਤ ਨਹੀਂ, ਉਹ ਧੱਕੇ ਨੂੰ ਲੁਕਾਉਣ ਦੀ ਖਾਤਰ ਇਹਦੇ ਤੇ ਪਰਚਾ ਕੀਤਾ ਗਿਆ ਹੈ। ਜੋ ਉਹਨੇ ਗਲਤ ਕੰਮ ਕੀਤਾ ਸੀ, ਆਪਦੀ ਗਲਤੀ ਨੂੰ ਛੁਪਾਉਣ ਦੀ ਖਾਤਰ ਉਹਨੇ ਇਹ ਪਰਚਾ ਕੀਤਾ ਹੈ। ਇਹ ਪਰਚਾ ਝੂਠਾ ਹੈ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਅਗਲਾ ਸਟੈਪ ਨਾ ਚੁੱਕਣਾ ਪਵੇ, ਜਿਹੜਾ ਕਿ ਸਾਰਿਆਂ ਵਾਸਤੇ ਨਾ ਸਹੀ ਹੋਵੇ, ਉਹ ਸਟੈਪ ਨਾ ਚੁੱਕਣਾ ਪਵੇ। ਅਸੀਂ ਐਸਐਸਪੀ ਸਾਹਿਬ ਨੂੰ, ਡੀਜੀਪੀ ਸਾਹਿਬ ਨੂੰ ਔਰ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹਦਾ ਨਿਆਂ ਕੀਤਾ ਜਾਵੇ। ਉਹ ਪਰਚਾ ਕੈਂਸਲ ਕਰਕੇ, ਇਨਕੁਆਇਰੀ ਕਰਕੇ ਕੈਂਸਲ ਕਰਕੇ, ਜਿਹੜੇ ਪੁਲਿਸ ਦੋਸ਼ੀ ਨੇ, ਮੁਲਾਜ਼ਮ ਨੇ ਦੋਸ਼ੀ, ਉਹਨਾਂ 'ਤੇ ਪਰਚਾ ਕੀਤਾ ਜਾਵੇ ਔਰ ਨਿਆਂ ਦਿੱਤਾ ਜਾਵੇ। ਬਾਕੀ ਸਾਡੇ ਨਾਲ ਉਹਦੇ ਘਰ ਦਾ ਪਰਿਵਾਰ ਹੈ, ਜਿਹੜੇ ਉਹਦੇ ਘਰ ਦੇ ਆਏ ਨੇ, ਆਪਦੀ ਜ਼ਬਾਨੇ ਉਹ ਸਹੀ ਦੱਸ ਸਕਦੇ ਨੇ। ਸਾਡੀ ਬੇਨਤੀ ਇਹੀ ਹੈ ਮਾਨ ਸਰਕਾਰ ਨੂੰ ਔਰ ਐਸਐਸਪੀ ਸਾਹਿਬ, ਜਿਹੜੇ ਬੜੇ ਸੁਲਝੇ ਹੋਏ ਨੇ, ਉਹਨਾਂ ਨੇ ਇਹ ਫੈਸਲਾ ਦਿੰਦੇ ਨੇ ਕਿ ਅਸੀਂ ਅਰੈਸਟ ਕਰਨਾ ਹੈ ਆਦਮੀ ਨੂੰ। ਅਰੈਸਟ ਕਰੋ ਜੀ ਸਦਕੇ, ਪਰ ਨਿਆਂ ਤਾਂ ਕਰੋ। ਨਿਆਂ ਨਹੀਂ ਹੋ ਰਿਹਾ। ਜਾ ਕੇ ਜਿਹੜਾ ਮੁਲਾਜ਼ਮ ਨੇ, ਪੁਲਿਸ ਮੁਲਾਜ਼ਮ, ਉਹ ਰੱਜ ਕੇ ਰਾਤ ਨੂੰ ਸ਼ਰਾਬ ਨਾਲ ਤੇ ਉਹਨਾਂ ਦੇ ਘਰ ਚਲਾ ਜਾਂਦਾ ਹੈ, ਜਾ ਕੇ ਕਹਿੰਦਾ ਹੈ ਕਿ ਮੈਨੂੰ ਗੋਲੀ ਦਾ ਆਰਡਰ ਮਿਲ ਗਿਆ। ਇਹ ਆਪਦੀ ਜ਼ਬਾਨੀ ਦੱਸਣਗੇ ਸਾਰੀ ਗੱਲ ਕਿ ਮੈਨੂੰ ਗੋਲੀ ਦਾ ਆਰਡਰ ਮਿਲ ਗਿਆ। ਜੇ ਗੋਲੀ ਦਾ ਆਰਡਰ ਮਿਲ ਗਿਆ ਤਾਂ ਫਿਰ ਉਹਨੇ ਉੱਥੇ ਗੋਲੀ ਮਾਰ ਕਿਉਂ ਨਹੀਂ ਦਿੱਤੀ ਜਦੋਂ ਪੁਲਿਸ ਚੌਂਕੀ ਦੇ ਵਿੱਚ ਸੀ? ਉਦੋਂ ਮਾਰ ਦਿੰਦਾ। ਇਹ ਜੋ ਕੁਛ ਹੋ ਰਿਹਾ ਹੈ, ਇਹ ਗਰੀਬਾਂ ਨਾਲ ਧੱਕਾ ਹੋ ਰਿਹਾ ਹੈ ਔਰ ਇਸ ਸਰਕਾਰ ਦੇ ਵਿੱਚ ਮਿਹਨਤ ਨਹੀਂ ਸੀ ਸਾਨੂੰ ਵੀ ਇਹ ਇੰਨਾ ਧੱਕਾ ਹੋਵੇਗਾ, ਪਰ ਗਲਤ ਹੋ ਰਿਹਾ ਹੈ। ਅਸੀਂ ਬੇਨਤੀ ਕਰਦੇ ਹਾਂ ਸਾਰੀਆਂ ਸੰਗਤਾਂ ਨੂੰ, ਵੱਧ ਚੜ੍ਹ ਕੇ ਇਹਨਾਂ ਦੀ ਮਦਦ ਕਰੋ। ਬਾਕੀ ਇਹ ਬੀਬੀ ਜੀ ਦੱਸਦੇ ਆ, ਇਹਨਾਂ ਤੋਂ ਜ਼ਬਾਨੀ ਸੁਣ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰਾ ਘਰ ਵਾਲੇ ਦਾ ਨਾਮ ਵਾਹਿਗੁਰੂ ਸਿੰਘ ਹੈ ਜੀ।
ਉਹ ਕਿਸੇ ਘਰੇਲੂ ਝਗੜੇ ਕਰਕੇ ਪਿੰਡ ਵਿੱਚ ਕੋਈ ਝਗੜਾ ਸੀ, ਉਹਦੇ ਸਬੰਧ ਵਿੱਚ ਹੀ ਚੌਂਕੀ ਗਏ ਸੀ। ਪਰ ਉੱਥੇ ਜਿਹੜਾ ਚੌਂਕੀ ਇੰਚਾਰਜ ਪਰਮਿੰਦਰ ਸਿੰਘ ਹੈ ਜੀ, ਠੀਕ ਹੈ ਜੀ, ਉਹਨਾਂ ਨੂੰ ਕੱਲਿਆਂ ਨੂੰ ਚੱਕ ਕੇ ਲੈ ਕੇ ਗਿਆ ਥਾਣੇ ਦੇ ਵਿੱਚ ਆਪਣਾ ਕਮਰੇ ਵਿੱਚ ਅੱਗੇ। ਉੱਥੇ ਉਹਨਾਂ ਦੀ ਕੇਸਾਂ ਦੀ ਬੇਅਦਬੀ ਵੀ ਕੀਤੀ, ਉਹਨਾਂ ਦੀ ਪੱਗ ਵੀ ਲਾਈ, ਉਹਨਾਂ ਦਾ ਫੋਨ ਸੀਗਾ ਮੈਲ ਉਹ ਵੀ ਖੋਇਆ ਉਹਨੇ, ਤੇ ਜਿਹੜੇ ਆਪਣਾ ਜਾਤੀ ਸੂਚਕ ਜਿਹੜੇ ਸ਼ਬਦ ਹੁੰਦੇ ਜੀ ਉਹ ਵੀ ਬੋਲੇ ਗਏ। ਇਹ ਜੀ ਸਾਡੇ ਨਾਲ ਬੇਇਨਸਾਫੀ ਹੋਈ ਹੈ ਜੀ। ਉਹਨਾਂ ਤੇ ਨਜਾਇਜ਼ ਪਰਚਾ ਕਰਕੇ ਉਹਨਾਂ ਨੂੰ ਕਹਿੰਦੇ ਤੈਨੂੰ ਗ੍ਰਿਫਤਾਰ ਕਰਾਂਗੇ, ਅਸੀਂ ਤੈਨੂੰ ਐਂ ਕਰਾਂਗੇ ਜੀ। ਇਹ ਸਾਡੇ ਨਾਲ ਧੱਕਾ ਹੋਇਆ ਜੀ। ਸਾਨੂੰ ਇਨਸਾਫ ਚਾਹੀਦਾ ਜੀ। ਅਸੀਂ ਐਸਐਸਪੀ ਮੈਡਮ ਦੇ ਵੀ ਮੈਂ ਦਰਖਾਸਤ ਦਿੱਤੀ ਹੈ ਜੀ, ਤੇ ਮੈਡਮ ਸਗੋਂ ਮੈਨੂੰ ਕਹਿ ਰਹੇ ਜੀ ਪੇਸ਼ ਕਰੋ ਤੁਸੀਂ। ਮੈਡਮ ਅਸੀਂ ਇਹੀ ਕਹਿਣਾ ਚਾਹੁੰਦੇ ਜੀ, ਸਾਨੂੰ ਨਹੀਂ ਪਤਾ ਸਾਡਾ ਬੰਦਾ ਕਿੱਥੇ ਹੈ ਜੀ। 5-6 ਦਿਨ ਹੋ ਗਏ, ਸਾਨੂੰ ਕੋਈ ਪਤਾ ਨਹੀਂ ਜੀ ਕਿੱਥੇ ਗਿਆ, ਠੀਕ ਹੈ ਜੀ। ਅਸੀਂ ਪੇਸ਼ ਕਿੱਥੋਂ ਕਰੀਏ? ਸਾਡੇ ਤੇ ਪੁਲਿਸ ਆਹੀ ਦਬਾਅ ਪਾ ਰਹੀ ਹੈ ਜੀ। ਰਾਤ ਨੂੰ ਥਾਣੇਦਾਰ ਦਾਰੂ ਨਾਲ ਰੱਜ ਕੇ ਆਉਂਦਾ ਪਰਮਿੰਦਰ ਸਿੰਘ ਹੈਪੀ, ਜਿਹੜੇ ਚੌਂਕੀ ਇੰਚਾਰਜ ਹੈ ਸਾਡੇ, ਆ ਕੇ ਸਿੱਧਾ ਮੇਰੇ ਬੈੱਡ ਤੇ ਚਲਾ ਜਾਂਦਾ। ਉਹ ਕਹਿੰਦਾ ਮੇਰੀ ਵੀਡੀਓ ਬਣਾ, ਠੀਕ ਹੈ ਜੀ। ਸਾਡਾ ਧੱਕਾ ਹੋ ਰਿਹਾ, ਮੇਰੀਆਂ ਅਲਮਾਰੀਆਂ ਫੋਲਦਾ, ਉਹ ਜਾ ਕੇ ਮੇਰੇ ਕੱਪੜੇ ਸੱਟ ਦਿੰਦਾ, ਜਾ ਕੇ ਸਾਰਾ ਕੁਝ ਸਾਡਾ ਧੱਕਾ ਕਰ ਰਿਹਾ ਜੀ। ਸਾਨੂੰ ਪ੍ਰਸ਼ਾਸਨ ਤੋਂ ਇਹੀ ਬੇਨਤੀ ਹੈ ਜੀ ਮੇਰੇ ਘਰ ਵਾਲੇ ਨੂੰ ਇਨਸਾਫ ਦਿੱਤਾ ਜਾਵੇ, ਜੋ ਉਹਨਾਂ ਦੇ ਝੂਠਾ ਪਰਚਾ ਦਰਜ ਕੀਤਾ ਗਿਆ, ਠੀਕ ਹੈ ਜੀ। ਉਹ ਤੇ ਸਾਨੂੰ ਇਨਸਾਫ ਚਾਹੀਦਾ। ਮਾਨ ਸਰਕਾਰ ਤੋਂ ਵੀ ਇਹੀ ਆਸ ਹੈ ਜੀ ਸਾਨੂੰ, ਵੀ ਤੁਹਾਡੀ ਸਰਕਾਰ ਹੱਕ ਸੱਚ ਦੀ ਸਰਕਾਰ ਹੈ ਜੀ। ਜੇ ਪਹਿਲਾਂ ਵਾਲੀਆਂ ਸਰਕਾਰਾਂ ਵੀ ਧੱਕਾ ਤਾਂ ਫਿਰ ਕਰੀ ਜਾਂਦੀਆਂ ਸੀਗੀਆਂ, ਜੇ ਤੁਸੀਂ ਹੁਣ ਧੱਕਾ ਕਰਨਾ ਫਿਰ ਹੱਕ ਸੱਚ ਦੀ ਸਰਕਾਰ ਤੁਹਾਡੀ ਕਾਹਦੀ ਹੈ ਜੀ। ਬਸ ਜੀ ਮੈਂ ਇੰਨੀ ਕੁ ਬੇਨਤੀ ਕਰਦੀ ਹੋਈ ਜੀ। ਤੁਹਾਡੇ ਕੋਲ ਜਦੋਂ ਰਾਤ ਗਿਆ ਹੈ PSI, ਰਾਤ ਗਿਆ, ਤੁਹਾਡੀਆਂ ਪੇਟੀਆਂ ਫੋਲੀਆਂ, ਤੁਹਾਡੇ ਬੈੱਡ ਤੇ ਜਾ ਕੇ ਬੈਠਾ, ਉਦੋਂ ਕੀ ਕਹਿੰਦਾ ਅਸੀਂ ਗੋਲੀ ਦਾ ਆਰਡਰ ਮਿਲ ਗਿਆ ਮੈਨੂੰ? ਹਾਂਜੀ, ਤੇ ਰਾਤ ਜਦੋਂ ਘਰੇ ਆਇਆ ਕਹਿੰਦਾ ਮੈਨੂੰ ਗੋਲੀ ਦਾ ਆਰਡਰ ਮਿਲ ਗਿਆ, ਮੈਂ ਗੋਲੀ ਮਾਰ ਦੂੰਗਾ, ਉਹਨੂੰ ਖੈਰ ਕੱਢ ਦੂੰਗਾ ਉਹਦੇ। ਮੈਂ ਫਿਰ ਬਕਾਇਦਾ ਉਹਨਾਂ ਨੂੰ ਕਿਹਾ ਜੀ ਕੋਈ ਜੁਰਮ ਨਹੀਂ ਹੈਗਾ, ਕੋਈ ਉਹ ਨਹੀਂ ਹੈਗਾ ਉਹਨਾਂ ਦਾ ਵੀ, ਸਾਨੂੰ ਪਹਿਲਾਂ ਦੋਸ਼ੀ ਕਰਾਰ ਕਰਨ ਦਿਓ ਸਾਡੇ ਬੰਦੇ ਨੂੰ ਵੀ, ਠੀਕ ਹੈ ਜੀ। ਫਿਰ ਤੁਸੀਂ ਜੋ ਮਰਜ਼ੀ ਕਰ ਲਿਓ ਜੀ। ਜਿਹੜੇ ਬਾਕੀ ਚੌਂਕੀ ਵਿੱਚ ਜਿਹੜੇ ਕੈਮਰੇ ਲੱਗੇ ਆ ਉਹ ਚੈੱਕ ਕੀਤੇ ਜਾਣ ਜੀ, ਉਹਨਾਂ ਦੀ ਤਫਤੀਸ਼ ਕੀਤੀ ਜਾਵੇ, ਫਿਰ ਹੀ ਸਾਡਾ ਬੰਦਾ ਦੋਸ਼ੀ ਕਰਾਰ। ਜਿਹੜਾ ਉਹਨੇ ਤੁਹਾਨੂੰ ਕਿਹਾ ਵੀ ਜੇ ਉਹਨੂੰ ਪੇਸ਼ ਨਹੀਂ ਤੁਸੀਂ ਕਰਦੇ ਤੇ ਤੁਹਾਡੇ ਜੀ ਜਾਂ ਤੁਹਾਨੂੰ ਲੈ ਜਾਾਂਗੇ ਅਸੀਂ। ਹਾਂਜੀ, ਬਾਕੀ ਮੰਦੀ ਸ਼ਬਦਾਵਲੀ ਬੋਲਦਾ, ਮੈਨੂੰ ਜਦੋਂ ਆਉਂਦਾ ਉਦੋਂ ਆਖਦਾ ਵੀ ਤੈਨੂੰ ਜੁੰਡਿਆਂ ਤੋਂ ਫੜ ਕੇ ਘੜੀਸ ਕੇ ਲੈ ਕੇ ਜਾਊਂਗਾ, ਵੀ ਤੁਹਾਡਾ ਬੰਦਾ ਜਦੋਂ ਦੋਸ਼ੀ ਕਰਾਰ ਹੋ ਗਿਆ ਤੈਨੂੰ ਵੀ ਨਾਲ ਜੁੰਡਿਆਂ ਤੋਂ ਘੜੀਸ ਕੇ ਮੈਂ ਲੈ ਕੇ ਜਾਊਂਗਾ ਜੀ, ਠੀਕ ਹੈ ਜੀ। ਸਾਡੇ ਛੋਟੇ ਛੋਟੇ ਬੱਚੇ ਹੈਗੇ ਆ ਤੇ ਸਾਡੀ ਫਰਿਆਦ ਸੁਣੀ ਜਾਵੇ, ਮਾਨ ਸਰਕਾਰ ਸਾਡੀ ਫਰਿਆਦ ਸੁਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਵੱਲੋਂ ਇੱਕ ਕਾਮਲਾਲੇ ਦੇ ਵਿੱਚ ਘਟਨਾ, ਕਾਮਲਾਲਾ ਪਿੰਡ ਦੀ ਚੌਂਕੀ ਗੋਲੇ ਵਾਲੇ ਦੇ ਵਿੱਚ ਘਟਨਾ ਹੋਈ ਸੀ, ਜਿਹਦੀ ਬਾਬਤ ਅਸੀਂ ਅੱਜ ਪਿੰਡ ਕਾਮਲਾਲਾ ਦੇ ਵਿੱਚ ਪਹੁੰਚੇ ਹਾਂ। ਇਸ ਪਰਿਵਾਰ ਨਾਲ ਧੱਕਾ ਹੋਇਆ ਹੈ, ਜੋ ਕਿ ਇਹਦੇ ਬਾਬਤ 2 ਤਰੀਕ ਨੂੰ ਦਿਨ ਵੀਰਵਾਰ ਨੂੰ ਇਹਨਾਂ ਵੱਲੋਂ ਅਲਟੀਮੇਟਮ ਦਿੱਤਾ ਗਿਆ ਸੀ ਕਿ ਅਸੀਂ ਸੰਘਰਸ਼ ਕਰਨਾ ਹੈ। ਉਹਦੇ ਬਾਬਤ ਅਸੀਂ ਅੱਜ ਇੱਕ ਪਿੰਡ ਦੇ ਵਿੱਚ ਆਏ ਹਾਂ ਤੇ ਇਹਨਾਂ ਤੋਂ ਗੱਲਬਾਤ ਪੁੱਛਾਂਗੇ ਵੀ ਇਹਨਾਂ ਨਾਲ ਕੀ ਹੋਇਆ ਸੀ ਜਾਂ ਕਿਉਂ ਹੋਇਆ, ਅੱਗੇ ਦੀ ਇਹਨਾਂ ਦੀ ਰਣਨੀਤੀ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਰਮਜੀਤ ਕੌਰ, ਵਾਈਫ ਆਫ ਵਾਹਿਗੁਰੂ ਸਿੰਘ, ਪਿੰਡ ਕਾਬਲ ਵਾਲਾ। ਮੇਰਾ ਘਰ ਵਾਲਾ ਕਿਸੇ ਪਿੰਡੂ ਝਗੜੇ ਕਰਕੇ ਚੌਂਕੀ ਵਿੱਚ ਗਿਆ ਸੀ ਗੋਲੇ ਵਾਲਾ ਜੀ, ਆਪਣਾ ਜਿੱਥੇ ਚੌਂਕੀ ਇੰਚਾਰਜ ਗੋਲੇ ਵਾਲਾ ਵੱਲੋਂ ਪਰਮਿੰਦਰ ਸਿੰਘ ਹੈਪੀ ਉਹਨਾਂ ਦਾ ਨਾਮ ਹੈ, ਉਹਨਾਂ ਵੱਲੋਂ ਮੇਰੇ ਘਰ ਵਾਲੇ ਨੂੰ ਕਿਸੇ ਰੰਜਿਸ਼ ਕਰਕੇ ਉਹਨਾਂ ਦੀ ਦਸਤਾਰ ਉਤਾਰੀ ਗਈ, ਉਹਨਾਂ ਦੀ ਕੁੱਟਮਾਰ ਕੀਤੀ ਗਈ ਤੇ ਕੇਸਾਂ ਦੀ ਬੇਅਦਬੀ ਕੀਤੀ ਗਈ। ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ ਜੀ। ਮੇਰੇ ਘਰ ਵਾਲੇ ਤੇ ਝੂਠਾ ਪਰਚਾ ਪਾ ਕੇ ਉਹਨਾਂ ਨੇ ਅਰੈਸਟ ਉਹਨਾਂ ਦੀ ਪਾਤੀ। ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਸਾਨੂੰ ਇਨਸਾਫ ਦਿੱਤਾ ਜਾਵੇ। ਕੇਸਾਂ ਦੀ ਬੇਅਦਬੀ ਦੇ ਸਬੰਧ ਵਿੱਚ ਤੇ ਦਸਤਾਰ ਦੇ ਸਬੰਧ ਵਿੱਚ ਹੀ ਅਸੀਂ 2 ਤਰੀਕ ਨੂੰ ਧਰਨਾ ਰੱਖਿਆ ਫਰੀਦਕੋਟ ਸ਼ਹੀਦ ਭਗਤ ਸਿੰਘ ਪਾਰਕ, 2 ਤਰੀਕ 2/5/2022 ਦਿਨ ਵੀਰਵਾਰ, ਸਮਾਂ 9 ਵਜੇ। ਸਾਨੂੰ ਆਪਣਾ ਸਾਰੀਆਂ ਪੰਜਾਬ ਦੀਆਂ ਜਿੰਨੀਆਂ ਸਮੂਹ ਜਥੇਬੰਦੀਆਂ ਤੇ ਸਾਰੇ ਬੌਰੀਆ ਸਿੱਖ ਬੌਰੀਆ ਸਮਾਜ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ। ਇਸ ਆਪਣਾ ਇਨਸਾਫ ਲੈ ਸਕੀਏ ਤਾਂ ਕਿ ਵਾਹਿਗੁਰੂ ਸਿੰਘ ਨੂੰ ਇਨਸਾਫ ਮਿਲ ਸਕੇ। ਪ੍ਰਸ਼ਾਸਨ ਅੱਗੇ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ, ਵਾਹਿਗੁਰੂ ਸਿੰਘ ਨੂੰ ਇਨਸਾਫ ਦਿੱਤਾ ਜਾਵੇ। ਜੋ ਉਹਨਾਂ ਦੀ ਕੇਸਾਂ ਦੀ ਬੇਅਦਬੀ ਹੋਈ ਹੈ ਤੇ ਉਹਨਾਂ ਦੀ ਦਸਤਾਰ ਦੀ ਬੇਅਦਬੀ ਹੋਈ ਹੈ, ਉਹਦੇ ਵਾਸਤੇ ਉਹਨਾਂ ਤੇ ਜੋ ਝੂਠਾ ਪਰਚਾ ਪਾਇਆ ਗਿਆ ਉਹ ਕੈਂਸਲ ਕੀਤਾ ਜਾਵੇ ਤੇ ਜਿਨ੍ਹਾਂ ਬੰਦਿਆਂ ਨੇ ਉਹਨਾਂ ਤੇ ਝੂਠਾ ਪਰਚਾ ਦਰਜ ਪਰਚਾ ਕਰਵਾਇਆ
ਤੇ ਆਪਣੀ ਵਰਦੀ ਖੁਦ ਪਾੜ ਕੇ ਜਿਹੜਾ ਮੁਲਾਜ਼ਮ ਪੇਸ਼ ਹੋਇਆ ਜਾ ਕੇ ਉਹਦੇ ਤੇ ਵੀ ਪਰਚਾ ਦਿੱਤਾ ਜਾਵੇ ਤੇ ਪਰਮਿੰਦਰ ਸਿੰਘ ਹੈਪੀ ਜਿਹੜੇ ਆ ਉਹਨਾਂ ਤੇ ਪਰਚਾ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਿੰਘ ਸਾਹਿਬ, ਹਾਂਜੀ ਸੁਣਿਆ ਹੈ ਕਿ ਤੁਹਾਡੇ ਲੜਕੇ ਨਾਲ ਇਹ ਸਰਾਸਰ ਜੋ ਹੋਇਆ, ਇਹ ਧੱਕਾ ਹੋਇਆ ਹੈ, ਹਾਂਜੀ ਇਹਦੇ ਬਾਬਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਡੇ ਨਾਲ ਇਹ ਕੀ ਘਟਨਾ ਹੋਈ ਹੈ? ਅੱਛਾ ਜੀ, ਮੇਰਾ ਪੁੱਤਰ ਜੀ ਵਾਹਿਗੁਰੂ ਸਿੰਘ ਪਿੰਡ ਗੋਲੇਵਾਲੇ ਵਿੱਚ ਚੌਂਕੀ ਹੈ ਸਾਡੇ, ਉੱਥੇ ਕਿਸੇ ਦੇ ਰਾਜੀ ਰਮਨ ਦੇ ਸੰਬੰਧ ਦੇ ਵਿੱਚ ਗਿਆ ਸੀਗਾ ਤੇ ਇਹਨਾਂ ਨੇ ਪੁਲਿਸ ਵਾਲਿਆਂ ਨੇ ਕੀ ਕੀਤਾ ਕਿ ਇਹਨਾਂ ਨੇ ਜਣਦੀ ਉਸ ਨੂੰ ਜਣਦੀ ਅੰਦਰ ਲਿਆ, ਤਾੜ ਇੱਕ ਕਮਰੇ ਦੇ ਵਿੱਚ ਤਾੜ ਕੇ ਉਹਦੀ ਪੱਗ ਦੀ, ਉਹਦੀ ਕੇਸਾਂ ਦੀ ਤੇ ਉਹਦੀ ਕੁੱਟਮਾਰ ਕੀਤੀ ਗਈ। ਕੁੱਟਮਾਰ ਕਰਨ ਦੇ ਉੱਤੇ ਸਾਡੇ ਪਿੰਡ ਦੇ ਜਿਹੜੇ ਲੋਕ ਨਾਲ ਗਏ ਸੀ ਪੰਚਾਇਤ ਤੌਰ 'ਤੇ, ਉਹਨਾਂ ਨੇ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਨੂੰ ਤੇ ਬਾਹਰ ਘਲਾ ਕੇ ਇਹਨਾਂ ਨੂੰ ਬਾਹਰ ਕੱਢਿਆ ਤੇ ਬਾਹਰ ਕੱਢ ਕੇ ਫਿਰ ਉਹਨੇ ਮੇਰੇ ਪੁੱਤਰ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਬਹੁਤ ਮਾੜਾ ਕੰਮ ਕੀਤਾ ਤੇ ਉੱਥੇ ਨਾਅਰੇ ਵੀ ਲਾਏ ਗਏ ਵੀ ਪ੍ਰਸ਼ਾਸਨ ਆ ਕੋਈ ਕੀਤਾ। ਉਸ ਤੋਂ ਬਾਅਦ ਕੀ ਹੋਇਆ ਕਿ ਉਸ ਦਿਨ ਲੰਘ ਗਿਆ, ਸਾਰੀ ਦਿਹਾੜੀ ਲੰਘ ਗਈ, ਸਾਰੀ ਰਾਤ ਲੰਘ ਗਈ। ਦੂਜੇ ਦਿਨ ਇੰਚਾਰਜ ਚੌਂਕੀ ਵਾਲੇ ਨੇ ਕੀ ਕੀਤਾ ਕਿ ਪਰਚਾ ਕੱਟ ਕੇ ਤੇ ਵਾਹਿਗੁਰੂ ਸਿੰਘ ਨੂੰ ਜਾਂਦੀ ਫੜਨ ਦੀ ਕੋਸ਼ਿਸ਼ ਕੀਤੀ, ਪਰ ਵਾਹਿਗੁਰੂ ਸਿੰਘ ਨੇ ਚਲੋ ਟਾਲਾ ਹੋ ਗਿਆ ਸਾਡਾ, ਇਹ ਨਹੀਂ ਆਏ ਇਹਨਾਂ ਦੇ ਹੱਥੀ। ਪ੍ਰਸ਼ਾਸਨ ਨੇ ਬਹੁਤ ਧੱਕਾ ਕੀਤਾ, 3 ਵਾਰੀ ਰੇਡ ਬਹੁਤ ਵੱਡੇ ਮਾਰੇ ਜਾਂਦੇ ਇਹਨਾਂ ਨੇ ਤੇ ਸਾਡੇ ਘਰ ਦੀ ਸਾਰੇ ਦੀ ਤਲਾਸ਼ੀ ਲਈ ਗਈ, ਅਲਵਾਰੀਆਂ ਤੱਕ। ਜਿਹੜੇ ਮੇਰੇ 2 ਸੂਟ ਪਏ ਸੀ ਤੇ ਚਾਹੇ ਇੱਕ ਟੈਲੀਵਿਜ਼ਨ ਪਿਆ ਸੀ, ਉਹਦੇ ਟੈਲੀਵਿਜ਼ਨ ਦੇ ਪਿਛਲੇ ਪਾਸੇ ਵੇਖਣ ਗਏ, ਐਡਾ ਜਾਂਦੀ ਇਹ ਹਨਕਾਰਿਆ ਜਾਂਦੀ ਥਾਣੇਦਾਰ ਹੈ, ਇਹਦਾ ਕੋਈ ਨਸ਼ਾ ਕੀਤਾ ਹੋਇਆ ਸੀ। ਇਹਨੇ ਬਹੁਤ ਧੱਕਾ ਕੀਤਾ। ਹੁਣ ਅਸੀਂ ਇਹਨਾਂ ਤੋਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਜਿਹੜਾ ਇਹਨਾਂ ਨੇ ਪਰਚਾ ਕੀਤਾ ਉਹ ਰੱਦ ਕੀਤਾ ਜਾਵੇ ਤੇ ਇਹਨਾਂ ਦੋਸ਼ੀਆਂ 'ਤੇ ਜਿਹੜੇ ਮੇਰੇ ਪੁੱਤਰ ਦੀ ਵਾਹਿਗੁਰੂ ਸਿੰਘ ਦੀ ਦਸਤਾਰ ਲਾਈ ਹੈ ਤੇ ਕੇਸਾਂ ਦੀ ਬੇਅਦਬੀ ਕੀਤੀ ਤੇ ਕੁੱਟਮਾਰ ਕੀਤੀ ਹੈ, ਇਹਨਾਂ ਦੇ ਧਾਰਾਂ ਲਾ ਕੇ ਇਹਨਾਂ 'ਤੇ ਪਰਚਾ ਕੀਤਾ ਜਾਵੇ। ਉਸ ਤੋਂ ਉਪਰੰਤ ਅਸੀਂ ਸਾਰੇ ਬੋਰੀਆਂ ਨੂੰ, ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ, ਬੋਰੀਆਂ ਸਿੱਖਾਂ ਨੂੰ ਤੇ ਸਿੱਖ ਸੰਗਤਾਂ ਨੂੰ, ਕਿ ਅਸੀਂ ਇਸ ਸੰਬੰਧ ਦੇ ਵਿੱਚ 2 ਤਰੀਕ ਦਾ ਧਰਨਾ ਰੱਖਿਆ ਫਰੀਦਕੋਟ ਵਿਖੇ ਕਿ ਅਸੀਂ ਸਾਰੇ ਸਮਾਜ ਨੂੰ, ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਕਿ ਉੱਥੇ ਵੱਧ ਤੋਂ ਵੱਧ ਆ ਕੇ ਸਾਡਾ ਸਹਿਯੋਗ ਦਿਓ। ਅਤੇ ਵੀਡੀਓ ਆਪਣੇ ਹਿੰਦੁਸਤਾਨ ਦੇ ਉੱਤੇ ਪੂਰੇ ਵਾਰਡ ਦੇ ਵਿੱਚ ਚੱਲ ਰਹੀ ਹੈ, ਉਹਨੂੰ ਪੜ੍ਹ ਲਓ, ਸੁਣ ਲਓ। ਸਾਡੀਆਂ ਆਹ ਬੇਨਤੀਆਂ ਵੀ ਸੁਣੋ ਕਿ ਤੁਸੀਂ ਇਹਨਾਂ ਬੇਨਤੀਆਂ ਨੂੰ ਸੁਣ ਕੇ ਤੇ 2 ਤਰੀਕ ਨੂੰ ਦੁਬਾਰਾ ਮੈਂ ਫੇਰ ਬੇਨਤੀ ਕਰਦਾ ਕਿ ਤੁਸੀਂ ਸਾਰੀਆਂ ਸੰਗਤਾਂ ਨੇ 2 ਤਰੀਕ ਵਾਸਤੇ ਵੀਰ ਵਾਲੇ ਦਿਨ ਪਹੁੰਚਣਾ, 9 ਵਜੇ ਪਹੁੰਚ ਜਾਣਾ ਕਿ ਆਪਾਂ ਇਹਨਾਂ ਨੂੰ ਦੱਸ ਦੇਣਾ ਕਿ ਇਹਨਾਂ ਨੇ ਆਪਣੇ ਨਾਲ ਜਿਹੜਾ ਧੱਕਾ ਕੀਤਾ ਤੇ ਇਹਨਾਂ ਨੂੰ ਪੁੱਛ ਲੈਣਾ ਵੀ ਤੁਸੀਂ ਸਾਡਾ ਧੱਕਾ ਅਸੀਂ ਇਹਨਾਂ ਦਾ ਬਰਦਾਸ਼ਤ ਨਹੀਂ ਕਰ ਸਕਦੇ ਕਿ ਸਾਡੇ ਪਰਿਵਾਰ ਦੇ ਨਾਲ ਬਹੁਤ ਮਾੜੀ ਗੱਲ ਕੀਤੀ ਇਹਨਾਂ ਨੇ। ਅਸੀਂ 50-40 ਸਾਲ ਤੋਂ ਸਿੱਖੀ ਦੇ ਨਾਲ, ਸਿੱਖਾਂ ਦੇ ਨਾਲ ਜੁੜੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਸਤੇ ਭੇਜਿਆ ਸੀ, ਅਸੀਂ ਇਹ ਸਾਰੇ ਸਿੰਘਾਂ ਨੇ ਫੈਸਲਾ ਲਿਆ ਸਹਿਮਤੀ ਨਾਲ ਵੀ ਆ ਕਨ੍ਹਈਆ ਚੌਕ ਕਿਹੜਾ ਇਹ ਆਪਾਂ ਬੰਦ ਕਰਾਂਗੇ। ਸਾਰੀਆਂ ਦਰੀਆਂ ਚੁੱਕ ਕੇ ਉੱਥੇ ਜਾ ਕੇ ਸ਼ਾਂਤਮਈ ਤਰੀਕੇ ਨਾਲ ਆਪਾਂ ਦਰੀਆਂ ਵਿਛਾ ਕੇ ਬੈਠਣਾ ਹੈ ਤੇ ਜਿਹੜੇ ਬੁਲਾਰੇ ਨੇ ਉਹ ਸਾਰੇ ਬੁਲਾਰੇ ਬੋਲਣਗੇ। ਫਿਰ ਜਿੰਨਾ ਚਿਰ ਆਪਾਂ ਤੇ ਡੀਐਸਪੀ ਆ ਜਾਏ ਤੇ ਐਸਐਸਪੀ ਆ ਜਾਏ, ਜਿੰਨਾ ਚਿਰ ਸਿਵਲ ਪ੍ਰਸ਼ਾਸਨ ਨਹੀਂ ਆਦਾ ਉੱਥੇ ਤੇ ਡੀਸੀ ਆਵੇ ਤੇ ਏਡੀਸੀ ਆਵੇ ਜਾ ਕੇ ਉਹ ਗੱਲ ਨਹੀਂ ਕਰਦੇ ਸਾਡੇ ਨਾਲ ਆ ਕੇ, ਉਹਨਾਂ ਚਿਰ ਆਪਾਂ ਕਿਸੇ ਦੇ ਵਿਸ਼ਵਾਸ ਤੇ ਵੀ ਉੱਤੋਂ ਨਹੀਂ ਉੱਠਣਾ। ਤੇ ਸਾਰੀਆਂ ਭੈਣਾਂ ਨੂੰ, ਮਾਤਾਵਾਂ ਨੂੰ, ਮੇਰੇ ਨੌਜਵਾਨਾਂ ਵੀਰਾਂ ਨੂੰ ਬੇਨਤੀ ਆ, ਉਹ ਸਿੰਘ ਨੂੰ ਅੱਜ 15 ਦਿਨ ਕਿੰਨੇ ਦੇ ਘਰੋਂ ਵਿਚਾਰੇ ਫਰਾਰ ਹੋਏ ਹੋ ਗਏ, ਉਹਦੇ ਬੱਚੇ ਨਿੱਕੇ ਨਿੱਕੇ ਪਿੱਛੇ ਵਿਲਕਰੇ ਨੇ। ਆਪਾਂ 2-4 ਘੰਟੇ 5 ਘੰਟੇ ਹੁਣ ਆਪਣੇ ਸਰੀਰ ਦੀ ਪਰਵਾਹ ਨਹੀਂ ਕਰਨੀ ਕਿ ਧੁੱਪੇ ਤੇ ਤਰੇ ਆਪਾਂ ਉੱਥੇ ਬੈਠਣਾ ਹੈ। ਕਿਸੇ ਨੇ ਸ਼ਾਮ ਵੇਲੇ ਭੱਜ ਕੇ ਨਹੀਂ ਜਾਣਾ ਕਿ ਕਿੰਨਾ ਚਿਰ ਫੈਸਲਾ ਨਹੀਂ ਹੁੰਦਾ ਸਾਰੀ ਕੌਮ ਦਾ, ਉਹਨਾਂ ਚਿਰ ਆਪਾਂ ਉੱਥੇ ਕਨ੍ਹਈਆ ਚੌਕ ਬੰਦ ਕਰਨਾ ਹੈ। ਤੇ ਕਿਸੇ ਮਾਨ ਨੂੰ, ਕਿਸੇ ਨੂੰ ਆਪਾਂ ਕੋਈ ਨੁਕਸਾਨ ਨਹੀਂ ਪਹੁੰਚਾਉਣਾ, ਕਿਸੇ ਦੀ ਮਸ਼ੀਨਰੀ ਨੂੰ। ਜੋ ਆਪਾਂ ਉੱਥੇ ਬੈਠ ਜਾਣਾ ਹੈ
ਤੇ ਆਪਣੇ ਉੱਤੇ ਚੜਾਉਣ ਨੂੰ ਛਿੰਦੀ ਜੋ ਮਰਜ਼ੀ ਕਰਨ, ਆਪਾਂ ਉੱਤੇ ਬੈਠੇ ਰਹਿਣਾ ਸਾਰਿਆਂ ਨੇ ਤੇ ਆਪਾਂ ਉਹਦੇ ਵਿਚਾਰ ਕੀ ਜਾਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਭਾਈ ਸਾਹਿਬ ਜੀ 2 ਮਿੰਟ ਆਪਣੇ ਵਿਚਾਰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਜਥੇਦਾਰ ਸਾਹਿਬ ਨੇ ਤੁਹਾਨੂੰ ਸਾਡੀ ਕਮੇਟੀ ਦੀ ਫੈਸਲਾ ਸੁਣਾਇਆ, ਸਾਰੇ ਭਾਈਚਾਰੇ ਨੂੰ ਖਾਸ ਕਰਕੇ ਇੱਕੋ ਇੱਕ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਆਪਾਂ ਇੱਥੇ ਦੂਰ ਦੂਰ ਬੈਠੇ ਆ ਨਾ, ਜਾਂ ਤੁਸੀਂ ਇੱਧਰ ਉੱਧਰ ਤੁਰੇ ਫਿਰੋ ਜਾਂ ਹੋਰ ਪਾਸੇ ਬਹਿ ਜਾਓ, ਉਹ ਗੱਲ ਨਹੀਂ ਬਣਨੀ। ਜਿਹੜੇ ਮਕਸਦ ਵਾਸਤੇ ਆਪਾਂ ਇੱਥੇ ਆਏ ਆ ਉਹ ਇੱਕ ਥਾਂ ਤੇ ਧਰਨਾ ਹੋਵੇ। ਸਾਰੇ ਜਿੰਨੇ ਭਰਾ ਭੈਣਾਂ ਜੇ ਆਈਆਂ ਉਹ ਸਾਰੇ ਇੱਕੋ ਥਾਂ ਤੇ ਬੈਠਣ। ਕੁਛ ਨਹੀਂ ਹੁੰਦਾ, ਗਰਮੀ ਇੱਕਦਮ ਜੇ ਝੜ ਲਾਂਗੇ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ। ਸੋ ਸਾਰਿਆਂ ਨੇ ਆਰਾਮ ਨਾਲ ਜਿਹੜਾ ਨਾਰੇ ਦਾ ਜਵਾਬ ਜ਼ੋਰ ਸ਼ੋਰ ਨਾਲ ਦੇਣਾ। ਜਿਹੜਾ ਕੋਈ ਵੀ ਸਪੀਚ ਸਾਡਾ ਦੇ ਰਿਹਾ ਉਹਨੂੰ ਧਿਆਨ ਨਾਲ ਸੁਣਨਾ। ਆਪਾਂ ਕਿਸੇ ਪਾਸੇ ਕੋਈ ਹੋਰ ਵੀ ਜਾਂ ਕਿ ਰੇਹੜੀ ਤੇ ਜਾਂ ਕਿਸੇ ਹੋਰ ਪਾਸੇ ਨਹੀਂ ਜਾਣਾਗਾ। ਉਦੋਂ ਤੱਕ ਆਪਾਂ ਭੁੱਖੇ ਤੇ ਆਏ ਉੱਥੇ ਬਹਿ ਜਾਣਾ। ਜੇ ਸਾਡੇ ਨਾਲ ਸਾਥ ਰਹਿਣਾ ਤੇ ਤਾਂ ਹੀ ਆਪਾਂ ਨੂੰ ਮਿਲੂਗਾ ਕਿ ਆਪਾਂ ਆਪ ਦੀ ਕੁਰਬਾਨੀ ਕਰਾਂਗੇ। ਆਪਣੀ ਸਾਡੀ ਇਹ ਕੁਰਬਾਨੀ ਇਹੀ ਹੈ ਕਿ ਆਪਾਂ ਅੱਜ ਤਪੱਸਿਆ ਕਰਨੀ ਹੈ ਚੌਕ ਦੇ ਆਲੇ ਦੁਆਲੇ। ਸਾਰੇ ਚੌਕ ਨੂੰ ਘੇਰਨਾ, ਉੱਥੋਂ ਜਿਹੜਾ ਟ੍ਰੈਫਿਕ ਹੈ ਉਹ ਆਪਣੇ ਆਪ ਜਾਮ ਹੋ ਜਾਏਗਾ, ਆਪਣੇ ਆਪ ਬੰਦ ਹੋ ਜਾਏਗਾ। ਤੇ ਆਪਾਂ ਕਿਸੇ ਟ੍ਰੈਫਿਕ ਜਿਹੜਾ ਕੋਈ ਵਹੀਕਲ ਆ ਰਿਹਾ ਉਹਨੂੰ ਕੋਈ ਜ਼ਬਰਦਸਤੀ ਜਾਂ ਕੋਈ ਹੁੱਲੜਬਾਜ਼ੀ ਨਹੀਂ ਕਰਨੀ ਜੀ। ਆਪਾਂ ਸ਼ਾਂਤਮਈ ਢੰਗ ਨਾਲ ਬੈਠੇ ਰਹਿਣਾ। ਜੇ ਸਾਡੇ ਉੱਤੇ ਚੜਾਵਾ ਚੜਾ ਦਿਓ, ਕੋਈ ਨਹੀਂ ਬੈਠੇ ਰਹਾਂਗੇ। ਆਪਾਂ ਨਹੀਂ ਕਿਸੇ ਪਾਸੇ ਹਿੱਲਣਾਗਾ। ਸੋ ਇੰਨੀ ਬੇਨਤੀ ਕਰਦਾ ਆਪਾਂ ਹੁਣ ਚਾਰੇ ਚੌਕ 4 ਫੇਰ ਹੋ ਨਾ। ਚੌਕ ਦਾ ਪਹਿਲੀ ਗੱਲ ਤਾਂ 2 ਪਰਲਾ ਪਾਸਾ ਹੋ ਜੇ, ਚੋਰ ਹੀ ਬਹੁਤ ਹੈ। ਕਿੱਧਰਲਾ ਪਾਸਾ ਹੈ, ਕਿੱਧਰਲਾ ਪਾਸਾ ਖਾਣਾ ਆ ਬਿਆਰਾ ਪਾਸਾ, ਸਾਰੇ ਬਿਆਰਾ ਪਾਸੇ ਆਪਣਾ ਸਿਰ ਪਰ ਚਾਹ ਕਰਦੇ। ਜਿੰਨੇ ਵੀ ਪਾਸੇ ਆਸੇ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਆਸੇ ਪਾਸੇ ਬੈਠੇ ਆ ਉਹਨਾਂ ਨਾਲ ਬੇਨਤੀ ਹੈ ਕਿ ਆਪਾਂ ਜਿਹੜੇ ਕੰਮ ਇੱਥੇ ਆਏ ਆ ਉਹ ਮਕਸਦ ਹੱਲ ਕਰਨ ਵਾਸਤੇ ਆਪਾਂ ਇੱਥੇ ਆਏ ਆ। ਸਰਦਾਰ ਵਾਹਿਗੁਰੂ ਸਿੰਘ ਨੂੰ ਆਪਾਂ ਇਸ ਕੇਸ ਦੇ ਵਿੱਚੋਂ ਕੱਢਣਾ, ਜਿਹੜਾ ਪੁਲਿਸ ਨੇ ਝੂਠਾ ਪਰਚਾ ਉਹਨਾਂ ਨੇ ਕੀਤਾ। ਔਰ ਜੋ ਹੁਣ ਇਸ ਟਾਈਮ ਤੇ ਆਪਣੀ ਖਬਰ ਹੁਣੇ ਸੁਣਾਈ ਹੈ ਤੁਹਾਨੂੰ ਕਿ ਉਹਦੀ ਜ਼ਮਾਨਤ ਜਿਹੜੀ ਹੋ ਚੁੱਕੀ ਹੈ। ਜੱਜ ਸਾਹਿਬ ਨੇ ਵੀ ਪ੍ਰਸ਼ਾਸਨ ਨੂੰ ਇੰਨੀ ਫਿਟਲਾਨ ਦਿੱਤੀ ਹੈ ਕਿ ਤੁਸੀਂ ਜਿਹੜੀ ਇਦਾਂ ਦੀ ਹਰਕਤਾਂ ਕਰੋਗੇ ਤਾਂ ਉਹਨਾਂ ਨੇ ਇਹ ਧਰਨੇ ਦੇਣੇ ਹੀ ਹੈ। ਸੋ ਆਪਾਂ ਇਹ ਧਰਨਾ ਦੇਣਾ, ਉਹ ਤੋਂ ਇਨਸਾਫ ਮੰਗਣਾ। ਜਦੋਂ ਤੱਕ ਡੀਸੀ ਸਾਹਿਬ ਜਾਂ ਏਡੀ ਸਾਹਿਬ ਨਹੀਂ ਆਉਂਦੇ ਉਦੋਂ ਤੱਕ ਆਪਾਂ ਡਟੇ ਰਹਿਣਾ। ਹੋਰ ਕਈ ਆਦਮੀ ਆਉਣਗੇ ਜਾਂ ਪੁਲਿਸ ਵਾਲੇ ਆਉਣਗੇ, ਉਹਨੇ ਕੋਈ ਗੱਲ ਨਹੀਂ ਸੁਣਨੀ। ਆਪਾਂ ਸਿਰਫ ਡੀਸੀ ਨਾਲ ਗੱਲ ਕਰਨੀ ਹੈ ਜਾਂ ਏਡੀਸੀ ਨਾਲ ਗੱਲ ਕਰਨੀ ਹੈ। ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਆਪਾਂ ਜਿਹੜੇ ਮਕਸਦ ਵਾਸਤੇ ਇੱਥੇ ਆਏ ਆ, ਇੱਕ ਤਾਂ ਜਿਹੜਾ ਪਰਚਾ ਵਾਹਿਗੁਰੂ ਸਿੰਘ ਦਾ ਰੱਦ ਕਰਾਉਣ ਤੇ ਇੱਕ ਜਿਹੜਾ ਜਿਹਨਾਂ ਪੁਲਿਸ ਇੰਚਾਰਜ ਗੋਲੇ ਵਾਲਾ ਜਾਂ ਉਹਨਾਂ ਦੇ ਮੁਲਾਜ਼ਮ ਜਿਹੜੇ ਆ ਵਾਹਿਗੁਰੂ ਸਿੰਘ ਨੇ ਧੱਕਾ ਕੀਤਾ ਉਹਨਾਂ ਨੂੰ ਸਸਪੈਂਡ ਕਰਾਉਣ ਵਾਸਤੇ। ਸੋ ਇਹ ਬੇਨਤੀਆਂ ਤੁਹਾਡੇ ਸਾਰੇ ਸਾਹਮਣੇ ਹੈ। ਸੋ ਆਪਾਂ ਸਾਰਿਆਂ ਨੇ ਜਿਸ ਮਕਸਦ ਵਾਸਤੇ ਇੱਥੇ ਇਕੱਠੇ ਹੋਏ ਉਹ ਮਕਸਦ ਆਪਾਂ ਚੌਕ ਦੇ ਵਿੱਚ ਪੂਰਾ ਕਰਨਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੁਣ ਆਪਾਂ ਜਿਹੜੇ ਨਾ 3-3 4-4 ਲਾਈਨਾਂ ਬਣਾ ਕੇ ਚੱਲਣਾ। ਇਹ ਨਹੀਂ ਇਕੱਠੇ ਗਰੁੱਪ ਦੇ ਵਿੱਚ ਜਾਣਾ, ਲਾਈਨਾਂ ਬਣਾਓ ਲੰਮੀਆਂ। ਜਿਸ ਤਰ੍ਹਾਂ ਆਪਾਂ ਕਿਤੇ ਜੂਸ ਦੇ ਵਿੱਚ ਜਾਂਦੇ ਧਰਨੇ ਦੇ ਜਾਂਦੇ ਆ ਤਾਂ 4-4 ਗਰੁੱਪ ਦੀਆਂ ਪਹਿਲਾਂ ਬੀਬੀਆਂ ਅੱਗੇ ਲੱਗਣੀਆਂ, ਉਹਨਾਂ ਪਿੱਛੇ ਭਾਈ 4-4 ਲਾਈਨਾਂ ਦੇ ਵਿੱਚ। ਕੋਈ ਇੱਧਰ ਹੋਰ 5 ਲਾਈਨਾਂ ਬਣੇ, ਇਸ ਤਰ੍ਹਾਂ ਚੰਗੇ ਲੱਗਦਾਗਾ ਤੇ ਆ ਕਰਕੇ ਕਿਸੇ ਰੇਹੜੀ ਤੇ ਕਿਸੇ ਹੋਰ ਵਹੀਕਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਜਿਹੜਾ ਪਾਣੀ ਦਾ ਹੈਗਾ ਪਾਣੀ ਉੱਥੇ ਪਹੁੰਚ ਜੂਗਾ। ਪਾਣੀ ਆਇਆ ਬੇਨਤੀ ਹੈ, ਪਾਣੀ ਚੌਕ ਤੇ ਲੈ ਕੇ ਫੜੋ ਦਰੀਆਂ ਆ ਮੇਰੇ ਵੀ ਸਾਰੇ ਆਗੂ ਜਿਹੜੇ ਸਾਰੇ ਜਥੇਬੰਦੀਆਂ ਦੇ ਆਗੂ ਜਿਹੜੇ ਉਹਦੇ ਪਾਸੇ ਪਹੁੰਚ ਜਾਣਾ ਗੇਟ ਤੇ। ਸਾਰੇ ਜਥੇਬੰਦੀ ਆਗੂਆਂ ਨੂੰ ਬੇਨਤੀ ਹੈ ਕਿ ਉਹ ਗੇਟ ਤੇ ਅਗਲੇ ਪਾਸੇ ਪਹੁੰਚ ਜਾਣ। ਜਿਹੜੇ ਬੰਦੇ ਦੀ ਜ਼ਿੰਮੇਵਾਰੀ ਸਮਾਨ ਸੰਭਾਲਣ ਦੀ ਲੱਗੀ ਹੈ ਉਹ ਆਪਦਾ ਸਮਾਨ ਫਿਰ ਸੰਭਾਲ ਕੇ ਜਾਣ। ਅਤੇ ਜਿਹੜੀ ਪਾਣੀ ਦੀ ਜ਼ਿੰਮੇਵਾਰੀ ਹੈ ਇੱਥੇ ਜਿਹੜੇ ਸਾਡੇ ਨੌਜਵਾਨ ਜ਼ਿੰਮੇਵਾਰੀ ਲੈਣ ਤੇ ਉੱਥੇ ਪਾਣੀ ਜਿਹੜਾ ਸਾਰਿਆਂ ਨੂੰ ਪਹੁੰਚਦਾ ਕਰਨ। ਲੈ ਮੈਨੂੰ ਫੜਾਈ ਚਲੋ ਤਰੀਕਾ ਜਿਹੜੇ ਤੱਕੀਆਂ ਵਾਲੇ ਆ, ਤੱਕੀਆਂ ਵਾਲੇ ਅੱਗੇ ਲੱਗਣ, ਤੱਕੀਆਂ ਵਾਲੇ ਮੈਂ ਬੰਦ ਸੀ। ਵੱਡਾ ਗੇਟ ਖੋਲੋ, ਵੱਡਾ ਉਹ ਅਗਰ ਨਾ ਜਾਏ। ਮੁਰਦਾਬਾਦ ਜਹੇਦਾਰ ਜੀ ਮੋਟਰਸਾਈਕਲ ਲੈ ਕੇ ਰੱਦ ਕਰੋ, ਰੱਦ ਕਰੋ, ਉੱਥੇ ਲੈ ਚਲੋ। ਮੁਰਦਾਬਾਦ ਮੁਰਦਾਬਾਦ। ਗੋਲੇ ਵਾਲਾ ਇੰਚਾਰਜ ਚੌਂਕੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਚੌਂਕੀ ਇੰਚਾਰਜ ਗੋਲੇ ਵਾਲਾ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਗੋਲੇ ਵਾਲਾ ਚੌਂਕੀ ਦਾ ਪ੍ਰਸ਼ਾਸਨ ਮੁਰਦਾਬਾਦ
मुर्दाबाद मुर्दाबाद वो तोड़ोगे ठीक है नहीं तोड़िया में ਹੌਲੀ ਚੱਲੋ ਹੌਲੀ ਦੀ ਬੇਅਦਬੀ ਕਰਨ ਵਾਲੇ ਥਾਣੇਦਾਰ ਦੇ ਪਰਚਾ ਦਰਜ ਕਰੋ ਥਾਣੇਦਾਰ ਪਰਮਿੰਦਰ ਸਿੰਘ ਦੇ ਪਰਚਾ ਦਰਜ ਕਰੋ ਥਾਣੇ ਵਿੱਚ ਕੁੱਟਮਾਰ ਕਰਨ ਵਾਲੇ ਪਰਮਿੰਦਰ ਸਿੰਘ ਦੇ ਪਰਚਾ ਦਰਜ ਕਰੋ ਮੁਰਦਾਬਾਦ ਕੈਸਾ ਦੀ ਦਸਤਾਰ ਦੀ ਬੇਅਦਬੀ ਕਰਨ ਵਾਲੇ ਪਰਚਾ ਦਰਜ ਕਰੋ ਕੈਸਾ ਦੀ ਬੇਅਦਬੀ ਕਰਨ ਵਾਲੇ ਪਰਚਾ ਦਰਜ ਕਰੋ ਪਰਮਿੰਦਰ ਸਿੰਘ ਮੁਰਦਾਬਾਦ ਥਾਣੇਦਾਰ ਪਰਮਿੰਦਰ ਸਿੰਘ ਮੁਰਦਾਬਾਦ ਸਾਰੇ ਚੌਕੀ ਪਰਮਿੰਦਰ ਸਿੰਘ ਮੁਰਦਾਬਾਦ ਥਾਣੇਦਾਰ ਬੋਲਿਆ ਸਾਰੇ ਚੌਕੀ ਪਰਮਿੰਦਰ ਸਿੰਘ ਮੁਰਦਾਬਾਦ ਕੈਸਾ ਦੀ ਦਸਤਾਰ ਦੀ ਬੇਅਦਬੀ ਕਰਨ ਵਾਲੇ ਪਰਚਾ ਦਰਜ ਕਰੋ ਪ੍ਰਸ਼ਾਸਨ ਮੁਰਦਾਬਾਦ ਪ੍ਰਸ਼ਾਸਨ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਚੌਕੀ ਕੋਲੇ ਥਾਣੇਦਾਰ ਦਾ ਪਰਚਾ ਦਰਜ ਕਰੋ ਪ੍ਰਸ਼ਾਸਨ ਥਾਣੇਦਾਰ ਬਲਵਿੰਦਰ ਸਿੰਘ ਥਾਣੇਦਾਰ ਦਾ ਪਰਚਾ ਦਰਜ ਕਰੋ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਉਹ ਤਾਂ ਫਰਕ ਚੱਕ ਰਿਹਾ ਚੱਲਿਆ ਕਿ ਨਹੀਂ ਮਚਲਾ ਦੇ ਕਰ ਚੈੱਕ ਕਰ ਲੈਣਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਚੌਕੀ ਇੰਚਾਰਜ ਝੂਠਾ ਪਰਚਾ ਦੇਣ ਵਾਲਾ ਥਾਣੇਦਾਰ ਮੁਰਦਾਬਾਦ ਪਰਮਿੰਦਰ ਥਾਣੇਦਾਰ ਦਾ ਪਰਚਾ ਦਰਜ ਕਰੋ ਪਰਮਿੰਦਰ ਥਾਣੇਦਾਰ ਚੌਕੀ ਕੋਲੇ ਵਾਲਾ ਮੁਰਦਾਬਾਦ ਰੋਕ ਦਿਓ
ਉਹ ਆਪਣਾ ਉਹ ਦਰੀਆਂ ਤੇ ਜਾਓ, ਦਰੀਆਂ ਕਰ ਦੋ ਜਾਓ ਮੈਂ ਗੱਡੀ ਕਿੱਥੇ ਹੋ ਅੱਤੇ ਉੱਥੇ ਆਓ ਨਾ, ਤੇ ਉੱਥੇ ਆਓ ਜੀ ਅੱਤੇ। ਆਪਣੇ ਵਾਹਿਗੁਰੂ ਸਿੰਘ ਨੇ ਆਪਣੀ ਪੰਚਾਇਤ ਲੈ ਕੇ ਉਹ ਪਿੰਡ ਦਾ ਮਸਲਾ ਸੀਗਾ। ਸਰਦਾਰ ਜਸਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਵੱਲੋਂ 2 ਦਰਖਾਸਤਾਂ ਗਈਆਂ ਸੀਗੀਆਂ ਤੇ ਥਾਣੇ ਆਪਣੇ ਚੌਕੀ ਦੇ ਇੰਚਾਰਜ ਜਿਹੜੇ ਹੈਗੇ ਸਰਦਾਰ ਪਰਮਿੰਦਰ ਸਿੰਘ, ਉਹਨਾਂ ਨੇ ਉੱਥੇ ਉਹਨਾਂ ਨੂੰ ਗੱਲਬਾਤ ਵਾਸਤੇ ਬੁਲਾਇਆ ਸੀਗਾ। ਜਦੋਂ ਸਰਦਾਰ ਵਾਹਿਗੁਰੂ ਸਿੰਘ ਆਪਣੀ ਪੰਚਾਇਤ ਦੇ ਨਾਲ ਉੱਥੇ ਗੋਲੇਵਾਲੇ ਗਏ ਹੈ ਤਾਂ ਗੋਲੇਵਾਲੇ ਚੌਕੀ ਇੰਚਾਰਜ ਪਰਮਿੰਦਰ ਸਿੰਘ ਨਾਲ ਉਸ ਲਖਵਿੰਦਰ ਸਿੰਘ ਦੇ ਸੰਬੰਧ ਬਾਰੇ ਪਰਚਾ ਕਰਾਉਣ ਵਾਸਤੇ ਗਏ ਸੀਗੇ, ਪਰ ਜਾਏ ਉਸ ਤੇ ਪਰਚਾ ਕਰਨ ਦੇ ਉਹਨਾਂ ਨੇ ਹੋਰ ਘਟਨਾ ਨੂੰ ਰੂਪ ਦੇ ਦਿੱਤਾ। ਉੱਥੇ ਕੀ ਸੀਗਾ, ਜਦੋਂ ਮਾੜੀ ਮੋਟੀ ਬਹਿਸ ਵਿਸਾਈ ਹੋਈ ਕਿ ਪਰਚਾ ਉਹ ਗੱਲ ਸੁਣ ਨਹੀਂ ਰਿਹਾ ਸੀਗਾ, ਚੌਕੀਦਾਰ ਚੌਕੀ ਇੰਚਾਰਜ ਜਿਹੜੇ ਸੀਗੇ ਪਰਮਿੰਦਰ ਸਿੰਘ ASI ਹੈ, ਉਹ ਗੱਲ ਨਹੀਂ ਸੁਣ ਰਿਹਾ ਸੀ ਉਹਦੀ, ਤਾਂ ਉਹਨਾਂ ਨੇ ਉੱਥੇ ਕੀ ਕੀਤਾ, ਬਾਅਦ ਦੇ ਵਿੱਚ ਵਾਹਿਗੁਰੂ ਸਿੰਘ ਨੂੰ ਅਲੱਗ ਕਰਕੇ ਤੇ ਉਹਨੂੰ ਕਮਰੇ ਦੇ ਵਿੱਚ ਬੰਦ ਕਰਕੇ ਉਹਦੀ ਕੁੱਟਮਾਰ ਕੀਤੀ, ਉਹਦੀ ਦਸਤਾਰ ਲਾਹੀ। ਦਸਤਾਰ ਲਾਉਣ ਤੋਂ ਬਾਅਦ ਕੇਸਾਂ ਦੀ ਬੇਅਦਬੀ ਕੀਤੀ, ਜਾਤੀ ਸੂਚਕਾਂ ਬੋਲੇ ਬੌਲੀਆ ਕੁੱਤਾ ਬੌਲੀਆ ਵਗੈਰਾ ਕਿਹਾ। ਉਹ ਸਾਰੀ ਰਿਕਾਰਡਿੰਗ ਜਿਹੜੀ ਹੈ ਜਾਂ ਜੋ ਵੀ ਲਿਖਾ ਪੜ੍ਹੀ ਜਿਹੜੀ ਹੈ ਹੋਈ ਹੈ, ਉਹ SSP ਨੂੰ ਪਹਿਲਾਂ ਬੇਨਤੀ ਕਰ ਸਕਦੇ ਹਾਂ ਕਿ ਝੂਠਾ ਪਰਚਾ ਬਾਅਦ ਚ ਜਦੋਂ ਕਾਰਵਾਈ ਹੋਊਗੀ ਤਾਂ ਉਸ ਤੋਂ ਬਾਅਦ ਝੂਠਾ ਪਰਚਾ ਦਰਜ ਕੀਤਾ। ਵਾਹਿਗੁਰੂ ਸਿੰਘ ਝੂਠਾ ਪਰਚਾ ਕੀ ਬਣਾਇਆ ਕਿ ਵਾਹਿਗੁਰੂ ਸਿੰਘ ਨੂੰ ਜਦੋਂ ਬਾਹਰ ਕੱਢ ਲਿਆ ਤਾਂ ਉਸ ਟਾਈਮ ਤੇ ਉਹਨਾਂ ਦੇ ਜਿਹੜਾ ਅਮਨ ਸਿੰਘ ਜੀ ਦੀ ਵਰਦੀ ਪਾੜੀ ਦੱਸ ਰਹੇ ਉਹ ਅਮਨ ਸਿੰਘ ਪਾਸੇ ਵੀਡੀਓ ਬਣਾ ਰਿਹਾ ਉਹਨਾਂ ਵਾਹਿਗੁਰੂ ਸਿੰਘ ਜੀ ਦੇ ਨਾਲ ਹੋਰ ਬੋਲਦਿਆਂ ਦੀ, ਤਾਂ ਅਮਨ ਸਿੰਘ ਨੂੰ ਬਾਅਦ 'ਚ ਉਹਨਾਂ ਲਿਜਾ ਕੇ ਇਹ 22 ਤਰੀਕ ਨੂੰ ਜਾਂ 21 ਸ਼ਾਮ ਨੂੰ ਜਿਹੜਾ ਫੈਸਲਾ ਕੀਤਾ ਚੌਂਕੀ ਉਹਨੇ ਅਮਨ ਪ੍ਰੀਤ ਹੈ ਜਾਂ ਅਮਨਜੀਤ ਹੈ ਕੋਈ ਉਹਦੇ ਪਾੜ ਕੇ ਆਪੇ ਉਹਨਾਂ ਨੇ ਉਹਦੀ ਜਿਹੜੀ ਹੈ ਚੀਨੀ ਚੂਨੀ ਦਾ ਜੋ ਕੇਸ ਬਣਾਇਆ ਉਹਦੇ ਝੂਠਾ ਪਰਚਾ ਵਾਹਿਗੁਰੂ ਸਿੰਘ ਨੇ ਪਾਇਆ, ਉਹ ਬਿਲਕੁਲ ਸਰਾਸਰ ਝੂਠਾ ਹੈ। ਆ ਫਾੜੇ ਨੂੰ ਫੜ ਇਹ ਹੁਣ ਇਹਦੀ ਬਸ 10 ਮਿੰਟ ਦੀ 15 ਮਿੰਟ ਦੀ ਵੀਡੀਓ ਬਣਾ ਕੇ ਮੈਂ ਫਿਰੂੰਗਾ। ਠੀਕ ਹੈ। ਘਟਨਾ ਵਾਪਰ ਗਈ ਹੈ ਤੇ ਮੈਂ ਕੋਈ ਨਹੀਂ ਚਿੰਤਾ ਨਾ ਕਰ, ਆਪਣਾ ਸਾਰਾ ਸਮਾਜ ਆਪਣੇ ਨਾਲ ਹੈ। ਜੇ ਤੇਰੀ ਕੇਸਾਂ ਦੀ ਬੇਅਦਬੀ ਹੋਈ ਹੈ, ਦਸਤਾਰ ਦੀ ਬੇਅਦਬੀ ਹੋਈ ਹੈ, ਨੇੜੇ ਹੋ ਕਰਨਾ ਪੂਰਾ ਕੇਸ ਲੈਣਾ ਜ਼ੂਮ ਕਿੱਥੋਂ ਕਰ ਜ਼ੂਮ ਨਹੀਂ ਕਰਨਾ ਨੇੜੇ ਹੋ ਕੇ ਬਣਾਇਆ ਕਰਨਾ। ASI ਜਿਹੜਾ ਹੈ ਗੋਲੇ ਵਾਲਾ ਜਦੋਂ ਤੱਕ ਇਹ ਸਾਡਾ ਇਹ ਪੁਲਿਸ ਪ੍ਰਸ਼ਾਸਨ ਤੁਹਾਡੀ ਗੱਲ ਨਹੀਂ ਮੰਨਦਾ ਇਹ ਧਰਨਾ ਕਦੋਂ ਤੱਕ ਚੱਲੂਗਾ? ਹਾਂ, ਇਹ ਧਰਨਾ ਅਸੀਂ ਲਗਾਤਾਰ ਅਗਲੇ ਪ੍ਰੋਗਰਾਮ ਲਿਖਾਂਗੇ। ਸਾਡੀ ਜਥੇਬੰਦੀਆਂ ਹੋਰ ਭਰਾਤੀ ਜਥੇਬੰਦੀਆਂ ਕਾਫੀ ਆਈਆਂ, ਜਦੋਂ ਇਹ ਸਾਡੇ ਨਾਲ ਕੋਈ ਗੱਲ ਨਾ ਸੁਣੀ ਤਾਂ ਇਹ ਸਾਰੇ ਬਾਅਦ ਚ ਫੈਸਲਾ ਕਰਾਂਗੇ ਕਿ ਅਗਲਾ ਕੀ ਹੋਊਗਾ, ਕਿਉਂਕਿ ਜਿਹੜੀ ਹੁਣ ਤਾਂ ਹਾਈ ਕੋਰਟ ਦਾ ਪਰਚਾ ਨਾ ਕੱਟਿਆ ਤਾਂ ਹਾਈ ਕੋਰਟ 'ਚ ਜਾਏਗਾ। ਹਾਈ ਕੋਰਟ 'ਚ ਅਸੀਂ ਉਹਨੂੰ ਪਰਮਿੰਦਰ ਸਿੰਘ ASI ਤੇ ਉਹਦੇ ਸਟਾਫ ਨੂੰ ਜਿਨ੍ਹਾਂ ਨੇ ਵਾਹਿਗੁਰੂ ਸਿੰਘ ਨਾਲ ਧੱਕਾ ਕੀਤਾ ਉਹ ਅਸੀਂ ਸਾਰੇ ਘੜੀਸਾਂਗੇ ਉੱਥੇ ਔਰ ਇਨਸਾਫ ਲੈ ਕੇ ਛੱਡਾਂਗੇ। ਉਦੋਂ ਤੱਕ ਸਾਡਾ ਇਹ ਲੜਾਈ ਹੋਣੀ ਜਾਰੀ ਰਹੂਗੀ। ਇਸ ਤੋਂ ਬਾਅਦ ਹੋਊਗਾ ਜੀ ਧਰਨਾਵਾਦ ਹੋਊਗਾ। ਹਾਂ, ਉਸ ਤੋਂ ਬਾਅਦ ਆਪਣੇ ਸਾਡੀ ਜਿਹੜੀ ਕਾਰਵਾਈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ। ਅਗਲੀ ਵਾਰ ਧਰਨਾ ਜਿਹੜਾ ਇਦੋਂ ਵੱਧ ਘੱਟ ਕੀਤਾ ਜਾਊਗਾ। ਹੋ ਗਈ ਤੁਹਾਡੀ ਰਿਕਾਰਡਿੰਗ। ਨੋਟ ਬੰਦ ਕੀਤੇ ਜਾਣਗੇ।